जी दे दर्शन कर रही साथ संगत जी। वाहिगुरू जी का खालसा, वाहिगुरू जी की फतेह। गुरु ग्रंथ ਸਾਹਿਬ जी ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1071 ਤੋਂ ਅੱਗੇ ਪਾਠ ਕਰਨਾ ਹੈ। ਮਾਰੂ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸੋਲਿਆਂ ਦੇ ਪਾਠ ਦੀ ਆਰੰਭਤਾ ਹੋਈ ਸੀ, ਜਿਸ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਪਹਿਲੇ ਸੋਲਹੇ ਦੇ ਪਹਿਲੇ ਪਦੇ ਤੱਕ ਦਾ ਪਾਠ ਪਹਿਲਾਂ ਹੋ ਚੁੱਕਾ ਹੈ ਤੇ ਹੁਣ ਅੱਗੋਂ ਪਾਠ ਕਰਨਾ ਹੈ। जी जंत कौर जक संभाहे, करण कारण समरथ आपाहे, खिन में थाप उथापन हारा, सोई तेरा सहाई है। जी जंत कौर जग संभाहे, करण कारण समरथ आपाहे, खिन में थाप उथापन हारा, सोई तेरा सहाई है। कला उपाय धरी जिन धरना, गगन रहाया हुक्म चरना। पिछला पदा जिहड़ा असीं पाठ करके आए उस पदे दे विच इनू इन समझना करिए। गुरु साहब पहला सानू समझाना कर रहे कि आ जिदे लड़ तेनू मैं ला रहा उहदी समर्था किन्नी है, उहदी समर्था बारे समझाना कर रहे सन। जो बेटा चाहे लो उन्हां दी समर्था बाबत समझाना कर रहे सी कि वह परमात्मा किन्ना वड्डा है, किन्नी समर्था है। कला उपाय धरी जिन धरना, गगन रहाया हुक्मे चरना, अगन उपाय ईंधन में बांधी, सो प्रभ राखे भाई है। हुण अगे होर उसी लड़ी नूं अगे टोरदे हुए, जी जंत को रिजक संभाहे, संभाहे तो पावे पड़ाना पहुंचाना। जी जंत कह रहे जेड़े जी जंत हैं उन्हां नूं रिजक भोजन संभाहे अपनाउंदा है, वो परमात्मा रिजक देंदा है। करण कारण समरथ आपाहे, करण कारण सारी रचना बनाने वाला भी वो परमात्मा है ते रचना विच सारियां दे विच आप वरत रहा करण वाला भी वो परमात्मा आप ही है। करण कारण अखर ना कई बारी करण कारण अखर आया, इकट्ठे करके भी कई बारी आया, कई तावां ते आया। करण कारण समरथ आपाहे। किसी विद्वान ਨੂੰ ਸੁਣਨਾ ਕਰ ਰਿਹਾ ਸੀ, बड़ी खूबसूरत गल की उन्होंने करण कारण ਨੂੰ समझाने ਲਈ। ਕਹਿੰਦੇ एक तरखान है जो ਲੱਕੜ ਦਾ फर्नीचर बनाਉਂਦਾ है, पर वो फर्नीचर बनाਉਂਦਾ किस तरह ਲੱਕੜ ਤੋਂ ਬਣਾਉਂਦਾ है। ਕਹਿੰਦੇ ਲੱਕੜ है ਤਾਂ फर्नीचर बनता है ना, पहला ਲੱਕੜ ਸੀ ਤਾਂ ਉਹ ਲੱਕੜ ਤੋਂ फर्नीचर ਬਣਾਉਂਦਾ है ना। ਤੇ ਸਾਰੀ ਰਚਨਾ ਸਾਰੀ ਸ੍ਰਿਸ਼ਟੀ ਬਣਾਉਣ ਵਾਲਾ ਕੌਣ ਹੈ? ਕਰਨ। ਸਾਰੀ ਰਚਨਾ ਉਹ परमात्मा है। ਤੇ ਉਸ ਤੋਂ ਅੱਗੇ ਜੋ ਹੋ ਰਿਹਾ ਸਾਡੇ ਵਿੱਚ ਵੀ ਵਰਤ ਕੇ ਉਹ परमात्मा मानो आप ही कारण है, आप ही कर ਰਿਹਾ। ਕਰਨ ਕਾਰਨ ਸਮਰਥ, ਸਮਰਥ ਸਮਰੱਥਾ ਵਾਲਾ। ਅਸੀਂ ਕਈ ਕੰਮ ਕਰਨਾ ਚਾਹੁੰਦੇ ਹਾਂ ਪਰ ਸਾਡੇ ਵਿੱਚ ਸਮਰੱਥਾ ਨਹੀਂ ਹੈ, ਲਿਮਿਟੇਸ਼ਨ ਹੈ ਸਾਡੇ ਵਿੱਚ। हर किस्म नाल फाइनेंशियल लिमिटेशन भी है, फिजिकल लिमिटेशन भी है, मेंटल लिमिटेशन भी है। असी उस लिमिट तो वध काम करना चाहिए भी तां भी नहीं कर पाते। किसी की असी मदद करना चाहिए नहीं कर पाते, नहीं समर्था, या फाइनेंशियल समर्था नहीं, या फिजिकल नहीं, या मेंटल नहीं, साडी असी नहीं कर पाते। पर वो परमात्मा समर्थ है, वो हर थां ते सारियां दी सारियां तक रिजक भी अपनांदा है, सारी उदे हुक्म विच ही सब कुछ वरत रहा है। जो वो करना चाहता है उस मुताबिक वो करता है, उदे विच समर्था है। आप आहे, आप आहे तो भाव जड़ा अगर असी साधारण अखरां विच लईए ते आप ही आप है, वो परमात्मा आप आहे, आप ही आप है वो परमात्मा। ते आपाहे दे अर्थ एक और अर्थ भी नाल बन रहे हैं। पा
ਜਿਸ ਦੇ ਉੱਤੇ ਮਾਇਆ ਦੀ ਪਾਹ ਨਹੀਂ ਹੈ, ਭਾਵ ਮਾਇਆ ਦਾ ਪ੍ਰਭਾਵ ਨਹੀਂ ਹੈ। ਐੜਾ ਲੱਗ ਗਿਆ ਨਾਲ ਤੇ ਪਾਹ ਤੋਂ ਉਲਟ ਹੋ ਗਿਆ ਅੱਖਰ। ਮਾਇਆ ਦਾ ਪ੍ਰਭਾਵ ਨਹੀਂ ਹੈ ਜਿਸ ਦੇ ਉੱਤੇ, ਉਹ ਪਰਮਾਤਮਾ ਜਿਹੜਾ ਕਰਨ ਵੀ ਹੈ, ਸ੍ਰਿਸ਼ਟੀ ਰਚਨਾ ਬਣਾਈ ਹੈ, ਕਰਨ ਕਾਰਨ ਵੀ ਹੈ, ਜੋ ਕਰ ਵੀ ਰਿਹਾ ਸਭ ਕੁਝ, ਲੇਕਿਨ ਫਿਰ ਵੀ ਸਭ ਕੁਝ ਕਰਦੇ ਹੋਏ, ਸਾਰਿਆਂ ਵਿੱਚ ਮੌਜੂਦ ਹੁੰਦੇ ਹੋਏ, ਸਾਰਿਆਂ ਤੋਂ ਨਿਰਲੇਪ ਹੈ। ਕਰਨ ਕਾਰਨ ਸਮਰੱਥ ਆਪ ਆਹੇ, ਉਚਾਰਨ ਵੀ ਅਪਾਹੇ ਨਹੀਂ, ਆਪ ਆਹੇ। ਜਦੋਂ ਅਸੀਂ ਉਚਾਰਨ ਕਰਨ ਲੱਗਿਆ, ਮਾਤਰਾਵਾਂ ਲਗਾ, ਮਾਤਰਾਵਾਂ ਦਾ ਵੀ ਧਿਆਨ ਦਿੰਦੇ ਆ ਨਾ, ਇੱਕ ਤੇ ਉਚਾਰਨ ਸ਼ੁੱਧ ਹੋ ਜਾਂਦਾ ਹੈ, ਇੱਕ ਲੈ ਬਣ ਜਾਂਦੀ ਹੈ, ਔਰ ਇੱਕ ਠਹਿਰਾਵ ਸਹੀ ਥਾਂ ਤੇ ਬਣ ਜਾਂਦਾ ਹੈ। ਕਰਨ ਕਾਰਨ ਸਮਰੱਥ ਆਪਾਹੇ, ਖਿਨ ਮੇ ਥਾਪ ਉਥਾ ਪਨਹਾਰਾ। ਕਹਿੰਦੇ ਨੇ ਖਿਨ ਵਿੱਚ ਹੀ, ਪਲ ਝਪਕਣ ਦੇ ਸਮੇਂ ਦੇ ਵਿੱਚ ਹੀ ਰਚਨਾ ਬਣਾ ਦਿੰਦਾ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਗ ਦਰਿਆਓ। ਉਥਾ ਪਨਹਾਰਾ, ਨਾਸ਼ ਕਰਨ ਵਾਲਾ, ਖਿਨ ਵਿੱਚ ਹੀ ਉਹ ਨਾਸ਼ ਕਰਨ ਦੀ ਸਮਰੱਥਾ ਰੱਖਦਾ। ਉਥਾ ਪਨਹਾਰਾ, ਖਿਨ ਮੇ ਥਾਪ ਉਥਾ ਪਨਹਾਰਾ, ਸੋਈ ਤੇਰਾ ਸਹਾਈਏ। ਕਹਿੰਦੇ ਆਪ ਗੁਰੂ ਸਾਹਿਬ ਸਮਝਾ ਰਹੇ, ਜਿੱਦਾਂ ਮੈਂ ਤੈਨੂੰ ਲੜ ਲਾ ਰਿਹਾ ਨਾ, ਸੋਈ ਤੇਰਾ ਸਹਾਈ ਹੈ, ਉਹ ਤੇਰਾ ਸਹਾਇਕ ਹੈ, ਤੇਰੇ ਨਾਲ ਸਦੀਵ ਤੇਰੇ ਨਾਲ ਵਸਦਾ ਹੈ। ਅਸੀਂ ਉਹਦੇ ਨਾਲ ਨਹੀਂ ਆ, ਉਹ ਸਾਡੇ ਨਾਲ ਹੈ, ਅਸੀਂ ਉਹਦੇ ਨਾਲ ਨਹੀਂ ਆ। ਭਾਵੇਂ ਅਸੀਂ ਬਾਣੀ ਪੜ੍ਹ ਰਹੇ ਹਾਂ, ਅਸੀਂ ਫਿਰ ਵੀ ਮਾਇਆ ਨੂੰ ਮਿੱਤਰ ਬਣਾ ਕੇ ਬੈਠੇ ਹਾਂ, ਮਾਇਆ ਦੇ ਪ੍ਰਭਾਵ ਹੇਠ ਹਾਂ, ਅਸੀਂ ਪਰਮਾਤਮਾ ਦੇ ਪ੍ਰਭਾਵ ਹੇਠ ਨਹੀਂ ਆ। ਜਦੋਂ ਅਸੀਂ ਪਰਮਾਤਮਾ ਦਾ ਪ੍ਰਭਾਵ ਕਬੂਲ ਕਰ ਲਵਾਂਗੇ, ਉਸ ਸਮੇਂ ਪਰਮਾਤਮਾ ਦੇ ਮਿੱਤਰ ਬਣ ਜਾਵਾਂਗੇ। ਪਰਮਾਤਮਾ ਸਾਡਾ ਮਿੱਤਰ ਹੈ, ਅਸੀਂ ਪਰਮਾਤਮਾ ਦੇ ਮਿੱਤਰ ਨਹੀਂ ਹਾਂ। ਅਸੀਂ ਮਾਇਆ ਦੇ ਪ੍ਰਭਾਵ ਹੇਠ, ਕਦੀ ਕਾਮ ਦੇ, ਕਦੀ ਕ੍ਰੋਧ ਦੇ, ਕਦੀ ਲੋਭ ਮੋਹ ਅਹੰਕਾਰ ਦੇ ਮਿੱਤਰ ਹਾਂ। ਮਾਇਆ ਦੇ ਪ੍ਰਭਾਵ ਹੇਠ ਅਸੀਂ ਕਾਰ ਵਿਹਾਰ ਕਰਦੇ ਹਾਂ। ਜਦੋਂ ਗੁਰੂ ਦੇ ਸ਼ਬਦ ਨੂੰ ਅਸੀਂ ਹਿਰਦੇ ਵਿੱਚ ਵਸਾ ਲਵਾਂਗੇ, ਗੁਰੂ ਦੇ ਸ਼ਬਦ ਦੇ ਪ੍ਰਭਾਵ ਨੂੰ ਕਬੂਲ ਕਰ ਲਾਂਗੇ, ਜਦੋਂ ਗੁਰੂ ਦੇ ਸ਼ਬਦ ਨਾਲ ਮਨ ਪਤੀਜ ਜਾਏਗਾ, ਤਾਂ ਅਸੀਂ ਪਰਮਾਤਮਾ ਦੇ ਮਿੱਤਰ ਬਣ ਜਾਵਾਂਗੇ। ਪਰਮਾਤਮਾ ਨੂੰ ਹਰ ਜੀਵ ਵਿੱਚ, ਹਰ ਜੰਤ ਵਿੱਚ ਵਸਦਾ ਅਸੀਂ ਮਹਿਸੂਸ ਕਰਨ ਲੱਗ ਪਾਵਾਂਗੇ। ਗੁਰੂ ਸਾਹਿਬ ਕਹਿ ਰਹੇ ਸੋਈ ਤੇਰਾ ਸਹਾਈ ਹੈ, ਉਹ ਤੇਰਾ ਸਹਾਇਕ ਹੈ। ਅਸੀਂ ਭਰੋਸਾ ਨਹੀਂ ਕਰਦੇ, ਅਸੀਂ ਯਕੀਨ ਨਹੀਂ ਕਰਦੇ, ਅਸੀਂ ਹੋਰ ਤੇ ਹੋਰ ਥਾਂ ਤੇ ਭਟਕਦੇ ਰਹਿੰਦੇ ਹਾਂ। ਗੁਰੂ ਸਾਹਿਬ ਸਾਨੂੰ ਬਾਂਹ ਪਕੜ ਕੇ ਬਿਲਕੁਲ ਆਪਣੇ ਨਾਲ ਟੋਰ ਰਹੇ ਹਨ, ਕਹਿ ਰਹੇ ਆ ਤੈਨੂੰ ਮੈਂ ਜੀਣ ਦਾ ਢੰਗ ਸਿਖਾਵਾਂ। ਅਸੀਂ ਜਿਉਂਦੇ ਹਾਂ, ਆਪਣੇ ਮਨ ਮੁਤਾਬਿਕ ਜਿਉਂਦੇ ਹਾਂ, ਤਾਈਓ ਅਸੀਂ ਦੁਖੀ ਰਹਿੰਦੇ ਹਾਂ, ਰੋਗੀ ਰਹਿੰਦੇ ਹਾਂ, ਪਰੇਸ਼ਾਨੀਆਂ ਵਿੱਚ ਰਹਿੰਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਆ ਤੈਨੂੰ ਮੈਂ ਜੀਣ ਦਾ ਢੰਗ ਸਿਖਾਵਾਂ, ਜੀਵ ਦਾ ਕਿਸ ਤਰ੍ਹਾਂ ਹੈ, ਤੈਨੂੰ ਬੋਲਣਾ ਸਿਖਾਵਾਂ, ਕੀ ਬੋਲਣਾ ਹੈ ਤੇ ਕੀ ਨਹੀਂ ਬੋਲਣਾ। ਆ ਤੈਨੂੰ ਮੈਂ ਸੁਣਨਾ ਸੁਣਾਵਾਂ, ਟੁਰਨਾ ਸੁਣਾਵਾਂ। ਬਿਲਕੁਲ ਜਦੋਂ ਸਾਡਾ ਜਨਮ ਹੋਇਆ ਸੀ, ਸਾਡੇ ਮਾਤਾ ਪਿਤਾ, ਵੱਡੇ ਭੈਣਾਂ ਭਰਾਵਾਂ ਨੇ ਸਾਨੂੰ ਟੁਰਨਾ ਸਿਖਾਇਆ, ਬੋਲਣਾ ਸਿਖਾਇਆ, ਸੰਸਾਰੀ ਕਾਰ ਵਿਹਾਰ ਸਿਖਾਏ, ਸੰਸਾਰ ਦੇ ਮੁਤਾਬਿਕ ਗੱਲਾਂ ਕਰਨੀਆਂ ਸਿਖਾਈਆਂ। ਜੇਕਰ ਸਾਡਾ ਗੁਰੂ ਘਰ ਵਿੱਚ ਜਨਮ ਹੋ ਜਾਏ, ਤੇ ਫਿਰ ਗੁਰੂ ਸਾਨੂੰ ਸੱਚ ਦੇ ਮੁਤਾਬਿਕ ਪਰਮਾਤਮਾ ਦੀ ਰਾਹ ਤੇ ਟੁਰਨਾ ਸਿਖਾਉਂਦੇ ਹਨ। ਕਿਸ ਤਰ੍ਹਾਂ ਟੁਰਨਾ ਹੈ, ਕਿਸ ਤਰ੍ਹਾਂ ਉੱਠਣਾ ਹੈ, ਕਿਸ ਤਰ੍ਹਾਂ ਬੋਲਣਾ ਹੈ, ਸੁਣਨਾ ਹੈ, ਤੇ ਉਹ ਇਹ ਲੋਕ ਵਿੱਚ ਵੀ ਕਬੂਲ ਹੈ ਤੇ ਉਸ ਲੋਕ ਵਿੱਚ ਵੀ ਕਬੂਲ ਹੈ। ਭਾਵ ਸੰਸਾਰ ਦੇ ਕਾਰ ਵਿਹਾਰ ਵੀ ਸਾਨੂੰ ਤਾਂ ਹੀ ਕਰਨੇ ਆਉਣਗੇ ਜਦੋਂ ਅਸੀਂ ਗੁਰੂ ਦੀ ਗੱਲ ਨੂੰ ਸਮਝ ਬੁੱਝ ਲਵਾਂਗੇ। ਜੀ ਇਕਬਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਜੀ? ਬਿਲਕੁਲ ਬਿਲਕੁਲ। ਜੀ ਜੰਤ ਕੋ ਰਿਜਕ ਸੰਭਾਹੇ, ਕੋ ਹੁੰਦਾ ਨੂੰ, ਜੀਵਾਂ ਜਨਤਾਂ ਨੂੰ, ਸਾਰੇ ਸੰਸਾਰ ਦੇ ਜੀਵ ਜੰਤੂਆਂ ਨੂੰ ਰਿਜਕ ਸੰਭਾਹੇ, ਰਿਜਕ ਅਪਣਾਉਂਦਾ। ਭਾਵ ਉਸਨੇ ਧਰਤੀ ਸਾਜ ਕੇ, ਧਰਤੀ ਦੇ ਵਿੱਚ ਹੀ ਧਰਮਸਾਲ ਬਣਾ ਕੇ ਔਰ ਰਿਜਕ ਦਿੱਤਾ ਹੋਇਆ। ਇਸ ਲੁਕਾਈ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਣਿਜ ਪਦਾਰਥ, ਤਰ੍ਹਾਂ ਤਰ੍ਹਾਂ ਦੀ ਬਨਸਪਤੀ, ਇਹ ਸਾਰੀ ਉਹਦੀ ਦੇਣ ਹੈ। ਇਹ ਸਾਰਾ ਜਿਹੜਾ ਰਿਜ਼ਕ ਹੈ, ਇਹ ਸਾਰੇ ਜੀਵ ਜੰਤੂਆਂ ਵਾਸਤੇ ਪਰਮਾਤਮਾ ਨੇ ਬਣਾਇਆ। ਕਰਨ ਕਾਰਨ ਸਮਰੱਥ ਅਪਾਹੇ, ਅਪਾਹੇ ਜਿਸ ਨੂੰ ਮਾਇਆ ਦੀ ਪੋਹ ਨਾ ਲੱਗੀ ਹੋਵੇ। ਕਰਨ ਕਾਰਨ
ਜੋ ਕਰਨ ਵਾਲਾ ਵੀ ਤੇ ਕਰਾਉਣ ਵਾਲਾ, ਜੀਵਾਂ 'ਚ ਵਿਆਪਕ ਹੋ ਕੇ ਕਰਾਉਣ ਵਾਲਾ ਵੀ ਹੈ ਤੇ ਆਪ ਕਰਨ ਵਾਲਾ ਹੀ। ਤੂੰ ਕਰਤਾ ਕਰਣਾ ਮੈਂ ਨਹੀਂ। ਉੱਥੇ ਅਸੀਂ ਗਲਤੀ ਕਰ ਜਾਂਦੇ ਹਾਂ, ਤੂੰ ਕਰਤਾ ਕਰਨਾ ਮੈਂ ਨਹੀਂ, ਇਸ ਤਰ੍ਹਾਂ ਪਾਠ ਦਾ ਉਚਾਰਨ ਕਰਦੇ ਹਾਂ ਜੋ ਕਿ ਗਲਤ ਹੈ। ਉੱਥੇ ਉਚਾਰਨ ਹੈ ਤੂੰ ਕਰਤਾ ਕਰਣਾ ਮੈਂ ਨਹੀਂ, ਵੀ ਤੂੰ ਹੀ ਸਾਰੀ ਸਮਰੱਥਾ ਦਾ ਮਾਲਕ ਆ, ਮੈਂ ਕੋਈ ਚੀਜ਼ ਨਹੀਂ ਹਾਂ। ਉੱਥੇ ਆਉਂਦਾ ਵੀ ਕਰਨ ਕਾਰਨ। ਹੁਣ ਕਰਨ ਤੇ ਕਰਾਉਣ ਵਾਲਾ ਪ੍ਰਮਾਤਮਾ ਸਮਰੱਥ ਹੈ। ਸਮਰੱਥ ਉਹ ਹੁੰਦਾ ਜਿਹਦੀ ਹਰ ਥਾਂ ਤੇ ਚੱਲਦੀ ਹੋਵੇ, ਜਿਸ ਦੇ ਕੋਲ ਐਸੀ ਕਲਾ ਹੋਵੇ, ਐਸੀ ਸ਼ਕਤੀ ਹੋਵੇ ਜੋ ਹਰ ਥਾਂ ਹਰ ਸਮੇਂ ਹਰ ਪਲ ਦੇ ਵਿੱਚ ਮੌਜੂਦ ਵਰਤ ਸਕਦੀ ਹੋਵੇ, ਉਹਨੂੰ ਕਹਿੰਦੇ ਸਮਰੱਥ। ਉਹ ਫਿਰ ਪ੍ਰਮਾਤਮਾ ਜਿਹੜਾ ਹੈ ਹਰ ਥਾਂ ਕੌਤਕ ਕਰਨ ਦੀ, ਹਰ ਥਾਂ ਆਪਣੀ ਸ਼ਕਤੀ ਵਰਤਾਉਣ ਦੀ ਸਮਰੱਥਾ ਵਾਲਾ ਹੈ। ਅਪਾਹੇ ਤੇ ਮਾਇਆ ਦੀ ਪੋਹ ਨੂੰ ਅਪੜ ਨਹੀਂ ਸਕਦੀ, ਇਸ ਕਰਕੇ ਉਹ ਅਪਾਹੇ ਮਾਇਆ ਦੀ ਪੋਹ ਤੋਂ ਦੂਰ ਹੈ। ਖਿਨਮੈ ਥਾਪ ਉਥਾਪਣਾ ਹਰ। ਹੁਣ ਉਹਦੀ ਜਿਹੜੀ ਥਾਪ ਉਥਾਪਣ ਦੀ ਜਿਹੜੀ ਜੁਗਤ ਹੈ, ਤਰੀਕਾ ਹੈ, ਉਹ ਖਿਨ ਪਲ ਦੇ ਵਿੱਚ ਹੀ ਉਥਾਪ ਤੇ ਉਥਾਪ ਸਕਦਾ। ਭਾਵ ਉਹਦੀ ਸ਼ਕਤੀ 'ਚ ਇੰਨੀ ਪਾਵਰ ਹੈ, ਉਸਦੀ ਇਸ ਕਾਰਜ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਪਲਾਂ ਦੇ ਵਿੱਚ ਹੀ ਉਹ ਸਾਰਾ ਕੁਛ ਮਲੀਆਂ ਮਿਟ ਕਰ ਸਕਦਾ, ਤਾਂ ਪਲਾਂ ਦੇ ਵਿੱਚ ਹੀ ਉਹ ਪੈਦਾ ਕਰ ਸਕਦਾ। ਸੋਈ ਹੁੰਦਾ ਜਿਹੜਾ ਉੱਪਰ ਸਾਹੀ ਵੇਰਵਾ ਦਿੱਤਾ ਹੈਗਾ ਸਾਰਾ, ਵੀ ਉਹ ਜੀ ਜੰਤ ਨੂੰ ਰਿਜ਼ਕ ਦੇਣ ਵਾਲਾ ਵੀ ਆ, ਕਰਨ ਤੇ ਕਰਾਉਣ ਵਾਲਾ ਵੀ ਆ, ਸਮਰੱਥ ਵੀ ਆ, ਅਪਾਹ ਵੀ ਆ, ਤੇ ਖਿੰਨ ਦੇ ਵਿੱਚ ਉਥਾਪਣਾ ਹਾਰਾ ਉਹ ਸੋਈ ਉਹ। ਇਹ ਜੀਵ ਇਹ ਜਿੰਨੀ ਸਮਰੱਥਾ ਗੁਣ ਦਿੱਤੇ ਆ ਉੱਪਰ ਪ੍ਰਮਾਤਮਾ ਦੇ ਵਿਸ਼ੇਸ਼ਣ ਦੱਸੇ ਹਨ, ਉਹਦੀਆਂ ਕਲਾਂ ਦਿੱਤੀਆਂ ਹਨ, ਉਹ ਜਿਹੜਾ ਪ੍ਰਮਾਤਮਾ ਹੈ ਤੇਰਾ ਸਹਾਈ ਹੈ, ਉਹੀ ਸਦਾ ਸਹਾਇਤਾ ਕਰਨ ਵਾਲਾ ਹੈ। ਉਹੀ ਤੈਨੂੰ ਗੁਣਾਂ ਦੀ ਦਾਤ, ਗੁਰੂ ਦੀ ਦਾਤ, ਖਾਣ ਦੀ ਦਾਤ ਤੇ ਗਿਆਨ ਦੀ ਦਾਤ ਪ੍ਰਮਾਤਮਾ ਬਖਸ਼ਣ ਵਾਲਾ ਹੈ ਜੀ। हाँ जी, धन्यवाद वीर जी। आप जी ने बड़े टू द पॉइंट कहांगा, आप जी ने समझाना किया। तू करता करना मैं नहीं ਦਾ ਉਚਾਰਨ ਵੀ ਆਪ ਜੀ ਨੇ ਬੜੀ ਸੋਹਣੇ ਤਰੀਕੇ ਨਾਲ ਸਮਝਾਣਾ ਕੀਤਾ। ਬਹੁਤ ਬਿਲਕੁਲ ਅੱਜ ਦੇ ਵਿਸ਼ੇ ਨਾਲ ਰਿਲੇਟਡ ਵੀ ਹੈ। ਧੰਨਵਾਦ ਆਪ ਜੀ ਦਾ ਜੀ। ਅਰਵਿੰਦਰ ਵੀਰ ਜੀ, ਅਸੀਂ ਇਸ ਤੋਂ ਜਿਹੜਾ ਪਹਿਲਾਂ ਵੀ ਜਿਹੜਾ ਨਵਾਂ 16 ਸ਼ੁਰੂ ਹੋਇਆ ਸੀ, ਅਸੀਂ ਇੱਕ ਬੰਦ ਦਾ ਪਾਠ ਕੀਤਾ ਸੀ। ਉਹਦੇ ਅੰਦਰ ਵੀ ਬੰਦ ਦੇ ਅਖੀਰ ਅੰਦਰ ਸੀ ਬਈ ਸੋ ਪ੍ਰਭ ਰਾਖੇ ਪਾਈ ਹੈ। ਬਈ ਉਹ ਗੁਰੂ ਸਾਹਿਬ ਸਾਨੂੰ ਕਿਸੇ ਨਾ ਕਿਸੇ ਨਾਲ ਸਾਡੀ ਸਾਂਝ ਪਾਉਣਾ ਚਾਹੁੰਦੇ ਨੇ। ਜਿਹਨੂੰ ਅੱਜ ਵੀ ਕਹਿੰਦੇ ਵੀ ਸੋਈ ਤੇਰਾ ਸਹਾਈ ਹੈ। ਅੱਜ ਬੰਦ ਦਾ ਅਖੀਰ ਕੀ ਹੈ, ਬਈ ਸੋਈ ਗੱਲਾਂ ਉਹਦੀਆਂ ਰੱਬ ਦੀਆਂ ਕੀਤੀਆਂ, ਰੱਬ ਦੇ ਬਾਰੇ ਸਾਨੂੰ ਦੱਸਿਆ। ਉਹ ਫਿਰ ਪਹਿਲਾਂ ਜਿਹੜਾ ਬਿਲਕੁਲ ਸਾਨੂੰ ਗੁਰੂ ਸਾਹਿਬ ਜਿਹੜਾ ਹੈ ਨਾ, ਉਹ ਸਾਡੇ ਮਨਾਂ ਵਿੱਚ ਰੱਬ ਦਾ ਨਾਮ ਜਿਹੜਾ ਨਾ ਉਹ ਦ੍ਰਿੜ ਕਰਵਾਉਣਾ ਚਾਹੁੰਦੇ ਨੇ। ਉਹ ਸਾਡਾ ਫੇਰ, ਸਾਡਾ ਭਰੋਸਾ ਜੋ ਸਾਨੂੰ ਜੋ ਅਸੀਂ ਆਪਣੇ ਆਪ ਦੇ ਉੱਤੇ ਕਾਇਮ ਕਰਕੇ ਬੈਠੇ ਹੋਏ ਹਾਂ, ਉਹ ਸਾਨੂੰ ਨਾ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਉਹ ਇਹਦੇ ਕਹਿੰਦੇ ਵੀ ਕਾਰਨ ਇਹਦੇ ਸਟਾਰਟ ਹੈ ਵੀ ਕਹਿੰਦੇ ਜੀ ਜੰਤ ਉਹ ਰਿਜਕ ਸੰਭਾਹੇ। ਵੀ ਉਹ ਕਹਿੰਦਾ ਵੀ ਪਹਿਲੋ ਦੇਤਾ ਰਿਜਕ ਸਮਾਹਾ ਪਿੱਛੋਂ ਦੇਤਾ ਜੰਤ ਉਪਾਹ। ਰੱਬ ਨੇ ਜੋ ਸਿਸਟਮ ਪੈਦਾ ਕੀਤਾ, ਰੱਬ ਕੈਸਾ ਹੈ ਵੀ ਤੇਰੀ ਸਹਾਇਤਾ। ਸਾਨੂੰ ਇਸ ਤੋਂ ਪਹਿਲਾਂ ਵੀ ਕਿਹਾ ਸੀ ਨਾ ਵੀ ਉਹ ਨਾ ਕਰ ਚਿੰਤਾ ਹੈ ਕਰਤੇ ਸਭ ਦੇਵ ਹੈ ਜਲ ਥਲ ਜਨਤਾ ਸਭ ਤੈ। ਵੀ ਉਹ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਤਰ ਕੀਟ ਪਖਾਨੀ ਹੈ। ਇੱਥੇ ਗੁਰੂ ਸਾਹਿਬ ਸਾਨੂੰ ਕਹਿੰਦੇ ਵੀ ਜੀ ਜੰਤ ਉਹ ਰਿਜਕ ਸੰਭਾਹੇ। ਸਾਰਿਆਂ ਨੂੰ ਜਿਤਨੇ ਉਹਨੇ ਪੈਦਾ ਕੀਤੇ ਨਾ, ਕਹਿੰਦੇ ਉੜੇ ਉਡਾਵੇ ਸਹਿ ਕੋ ਸਾਥ ਪਾਛੇ ਪਛੜੇ ਛਰਿਆ ਤਿਨ ਕਮਨ ਖਿਲਾਵੇ ਕੌਣ ਚੁਗਾਵੇ ਮਨ ਮੇ ਸਿਮਰਨ ਕਰਿਆ। ਵੀ ਉਹ ਪਾਖਨ ਕੀੜ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਹੀਂ ਕਹੇ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ। ਉਸ ਮਾਲਕ ਨੇ ਨਾ ਕਹਿੰਦੇ 84 ਲੱਖ ਜੂਨ ਉਪਾਈ ਰਿਜਕ ਦਿਆ ਸਭ ਹੂੰ ਕੋ ਤਦ ਕਾ। ਉਹਨੇ ਇਤਨੇ ਵਧੀਆ ਸਿਸਟਮਸ ਇਨ ਪਲੇਸ ਰੱਖੇ ਹੋਏ ਨੇ ਕਿ ਹਰ ਜੀਵ ਨੂੰ ਜਿਹੜਾ ਹੈ ਨਾ, ਉਹ ਮਾਲਕ ਜਿਹੜਾ ਹੈ ਨਾ ਵੀ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਗੁਰੂ ਸਾਡਾ ਫੇਥ ਉਸ ਪਰਮਾਤਮਾ ਉੱਤੇ। ਉਹ ਪਰਮਾਤਮਾ ਕੌਣ, ਉਹਦੀਆਂ ਸਮਰੱਥਾਵਾਂ ਕੌਣ। ਸਤਿਗੁਰੂ ਜੀ ਦਾ ਉਸ ਪਾਸੇ ਬਿਲਕੁਲ ਇਸ਼ਾਰਾ ਸੀ। ਅਸੀਂ ਕਈ ਵਾਰ ਨਾ ਅਸੀਂ ਆਪਣੇ ਆਪ ਨੂੰ
ਕੁਝ ਕਰਨ ਦੀ ਸਮਰੱਥਾ ਵਾਲਾ ਅਸੀਂ ਮੰਨ ਲੈਂਦੇ ਹਾਂ। ਔਰ ਕਈ ਵਾਰ ਤੋਂ ਜਿਹੜੀ ਥੋੜੀ ਜਿਹੀ ਟ੍ਰੈਂਡ ਜਿਹੜੀ ਚੱਲ ਪਈ ਹੈ ਕਿ ਬਈ ਰੱਬ ਕਿੱਥੇ, ਰੱਬ ਮੇਰੇ ਵਿੱਚ ਤੇ ਕਰੇਗਾ ਕੌਣ, ਮੈਂ ਕਰਾਂਗਾ। ਜਿਹੜੀ ਇਹ ਵਾਲੀ ਜਿਹੜੀ ਟ੍ਰੈਂਡ ਜਿਹੜੀ ਨਾ ਉਹ ਕਿਤੇ ਵੀ ਗੁਰੂ ਸਾਹਿਬ ਸਾਨੂੰ ਜਿਹੜਾ ਜਿਸ ਸਟੇਟ ਆਫ ਮਾਈਂਡ ਤੇ ਸਾਨੂੰ ਟਿਕਾਣਾ ਚਾਹੁੰਦੇ ਨੇ ਜਾਂ ਜੋ ਸਾਡਾ ਸਟੇਟ ਆਫ ਮਾਈਂਡ ਬਣਾਉਣਾ ਚਾਹੁੰਦੇ ਨੇ, ਉਹਦੇ ਨਾਲ ਕਹਿੰਦੇ ਬਈ ਜੀ ਜੰਤ ਕੋ ਮਾਲਕ ਐਸਾ ਹੈ ਵੀ ਜੀ ਜੰਤ ਕੋ ਰਿਜਕ ਸੰਭਾਏ, ਕਰਨ ਕਾਰਨ ਸਮਰੱਥ ਆਪਾਹੇ। ਉਹ ਕਰਨ ਵਾਲਾ ਵੀ ਹੋਵੇ, ਕਾਰਨ ਕਹਿ ਲੋ ਵਸੀਲਾ, ਵੀ ਜਿਸ ਵਸੀਲੇ ਦੇ ਰਾਹੀਂ ਉਹ ਕੰਮ ਹੁੰਦਾ ਹੈ ਨਾ ਸਾਡੀ ਜ਼ਿੰਦਗੀ ਵਿੱਚ ਵੀ ਆਮ ਤੌਰ ਤੇ ਅਸੀਂ ਦੇਖਾਂਗੇ ਕਿ ਜਿਤਨੇ ਵੀ ਕੰਮ ਹੋਏ ਨਾ, ਅੱਛਾ ਮੈਂ ਦੁਕਾਨਦਾਰੀ ਸ਼ੁਰੂ ਕਰਨੀ ਸੀ, ਮੇਰੇ ਕਿਸੇ ਦੋਸਤ ਨੇ, ਕੋਈ ਭਰਾ ਹੈ ਮੇਰਾ, ਕੋਈ ਨਿਕਟਵਰਤੀ ਹੈ, ਕੋਈ ਗੋਡਫਾਦਰ ਬਣ ਜਾਂਦਾ ਹੈ, ਉਹ ਕਾਰਨ ਬਣ ਜਾਂਦਾ ਹੈ, ਸਾਡਾ ਉਹ ਸਹਾਇਕ ਹੋ ਜਾਂਦਾ ਹੈ। ਤੇ ਜਿਹੜਾ ਗੁਰੂ ਸਾਹਿਬ ਸਾਨੂੰ ਜਿਹੜੀ ਕਹਿੰਦੇ ਨੇ ਵੀ ਉਹ ਕਾਰਨ ਦਾ ਕਰਤਾ ਵੀ ਜਿਹੜਾ ਨਾ ਉਹ ਕਹਿੰਦੇ ਵੀ ਕਾਰਨ ਕਰਤੇ ਵਸ ਹੈ। ਜੋ ਵਸੀਲਾ ਬਣਿਆ ਹੈ ਨਾ ਤੇਰਾ, ਉਹ ਉਸ ਮਾਲਕ ਦੇ ਹੱਥ ਨੇ, ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਅਸੀਂ ਕਈ ਵਾਰ ਨਾ ਅਸੀਂ ਜੋ ਕਾਰਨ ਬਣਦਾ ਹੈ, ਜੋ ਵਸੀਲਾ ਬਣਦਾ ਹੈ, ਅਸੀਂ ਆਮ ਤੌਰ ਤੇ ਉਹਦੇ ਨਾਲ ਜੁੜ ਜਾਂਦੇ ਹਾਂ, ਕਰਤੇ ਨੂੰ ਵਿਸਾਰ ਦਿੰਦੇ ਹਾਂ। ਗੁਰੂ ਸਾਡਾ ਭਰੋਸਾ ਉਸ ਕਾਰਨ ਦੇ ਉੱਤੇ, ਹਾਂ ਤੂੰ ਉਹਦਾ ਧੰਨਵਾਦ ਕਰੇ, ਉਹਦਾ ਸ਼ੁਕਰਾਨਾ ਕਰੇ, ਉਹ ਗੱਲ ਵੱਖਰੀ ਹੈ, ਲੇਕਿਨ ਭਰੋਸਾ ਜਿਹੜਾ ਤੇਰਾ ਹੈ ਨਾ ਉਹ ਜਿਹੜਾ ਕਾਰਨ ਕਰਤਾ ਹੈ ਨਾ। ਇੱਕ ਹੋਰ ਥਾਂ ਤੇ ਕਹਿੰਦੇ ਨੇ ਕਾਰਨ ਬਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ। ਜੋ ਵਸੀਲਾ ਬਣਿਆ ਸੀ ਨਾ, ਜੇ ਉਹ ਤੇਰਾ ਕੁਝ ਸਵਾਰ ਨਹੀਂ ਸੀ ਸਕਦਾ, ਜੇ ਰੱਬ ਸਾਥ ਨਾ ਦਿੰਦਾ, ਰੱਬ ਨਾ ਚਾਹੁੰਦਾ। ਇਹ ਸਮਰੱਥਾ, ਇਹ ਰੱਬ ਦੀ ਸਮਰੱਥਾ, ਰੱਬ ਦੀ ਵਡਿਆਈ, ਇਹਦੀ ਪ੍ਰਤੀਤ ਗੁਰੂ ਸਾਨੂੰ ਦਿਵਾਉਣਾ ਚਾਹਤੇ। ਕਹਿੰਦੇ ਨੇ ਕਾਰਨ ਬਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ, ਜੈ ਜੈ ਡਾਰੀ ਪਗ ਧਰੋਂ ਸੋਈ ਮੁੜ ਮੁੜ ਜਾਏ। ਵੀ ਮੈਂ ਜੋ ਆਸਰਾ ਤੱਕਦਾ ਗਿਆ, ਮੈਨੂੰ ਲੱਗਿਆ ਫਲਾਣਾ ਬੰਦਾ ਮੇਰਾ ਆਸਰਾ ਬਣ ਸਕਦਾ ਹੈ, ਜੇ ਰੱਬ ਸਹਾਇਕ ਨਾ ਹੋਵੇ ਨਾ, ਜਿੱਥੇ ਰੱਬ ਸਹਾਇਕ ਹੋ ਜਾਏ, ਗੁਰੂ ਸਾਹਿਬ ਨੇ ਸਪਸ਼ਟ ਕਹਿੰਦੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਗਾ। ਗੁਰੂ ਸਾਡੇ ਸਟੇਟ ਆਫ ਮਾਈਂਡ ਨੂੰ ਲੈ ਜਾ ਕੇ ਕਿੱਥੇ ਟਿਕਾਣਾ ਚਾਹੁੰਦੇ ਨੇ, ਸਾਡਾ ਸਟੇਟ ਆਫ ਮਾਈਂਡ ਕਿੱਥੇ ਆ ਕੇ ਉਹ ਟਿਕਿਆ ਹੋਇਆ ਨਾ। ਕਹਿੰਦੇ ਨੇ ਕਾਰਨ ਕਰਨਾ, ਧਾਰਨ ਧਰਨਾ, ਇੱਕ ਹੈ ਸੋਹਣਾ। ਹੀ ਇਜ਼ ਦ ਕ੍ਰੀਏਟਰ ਆਫ ਕਾਜ਼ਸ। ਅਸੀਂ ਕਈ ਵਾਰ ਜੋ ਕਾਜ਼ ਕ੍ਰੀਏਟ ਹੋਇਆ, ਜੋ ਵਸੀਲਾ ਕ੍ਰੀਏਟ ਹੋਇਆ, ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ। ਅਸੀਂ ਇਹ ਫਲਾਣੇ ਬੰਦਾ ਮੇਰਾ ਇਤਨਾ ਸਹਾਇਕ ਹੋਇਆ, ਕੋਈ ਅੱਛੀ ਗੱਲ ਹੈ ਵੀ ਉਹਦਾ ਐਸੀ ਨਹੀਂ ਕਰੇ ਕਿ ਬੰਦਾ ਉਹਦੇ ਨਾਲ ਕੋਈ ਬਦਸਲੂਕੀ ਕਰੇ, ਲੇਕਿਨ ਉਸ ਕਾਰਨ ਦੇ ਪਿੱਛੇ ਕਰਤੇ ਨੂੰ ਦੇਖਣਾ ਕਿ ਜੇ ਰੱਬ ਸਹਾਇਕ ਨਾ ਹੁੰਦਾ ਨਾ ਤੇ ਇਹ ਕਾਰਨ ਵੀ ਮੇਰਾ ਕੁਝ ਨਹੀਂ ਸੀ ਸਵਾਰ। ਕਾਰਨ ਬਪਰਾ ਕਹਿੰਦੇ ਵਿਚਾਰੇ ਨੂੰ, ਉਹ ਆਪਣੇ ਆਪ ਨਾਲ, ਇਹ ਤੇ ਰੱਬ ਚਾਹੁੰਦਾ ਸੀ, ਰੱਬ ਨੇ ਕੋਈ ਨਾ ਕੋਈ ਵਸੀਲਾ ਬਣਾਉਣਾ ਸੀ ਤੇਰੀ ਸਹਾਇਤਾ ਕਰਨ ਦਾ। ਹੁਣ ਰੱਬ ਦਾ ਅਸੀਂ ਸਰੂਪ ਵੀ ਦੇਖਦੇ ਹਾਂ, ਰੱਬ ਕਿੱਥੇ ਪ੍ਰਤੱਖ ਤੌਰ ਤੇ ਆ ਕੇ ਇੱਕ ਸਾਹਮਣੇ ਤੇ ਨਹੀਂ ਖਲੋ ਜਾਂਦਾ ਕਿ ਵੀ ਮੈਂ ਰੱਬ ਹਾਂ। ਰੱਬ ਕੋਈ ਨਾ ਕੋਈ ਵਸੀਲਾ ਹੀ ਬਣਾਉਂਦਾ ਹੈ। ਇੱਥੇ ਵੀ ਕਹਿੰਦੇ ਨੇ ਵੀ ਉਹ ਕਰਨ ਕਾਰਨ ਸਮਰੱਥ, ਸਾਰਾ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ, ਸਾਰਾ ਕੁਝ ਕਰਵਾਉਣ ਦੀ ਸਮਰੱਥਾ ਰੱਖਣਾ। ਤੋਂ ਵਾਇਆ ਮੀਡੀਆ ਉਹਨੇ ਕੀ ਬਣਾਉਣਾ ਹੈ ਨਾ, ਉਹ ਵੀ ਉਹ ਵਸੀਲੇ ਕਿਹੜੇ ਪੈਦਾ ਕਰਨੇ ਨੇ ਉਸ ਮਾਲਕ ਨੇ, ਉਹਦੀ ਵੀ ਸਮਰੱਥਾ ਉਸ ਮਾਲਕ ਵਿੱਚ ਹੈ। ਆਪਾਹੇ ਇੱਕੋ ਨੋਟੇ ਵਾਲੇ। ਹੁਣ ਗੁਰੂ ਸਾਹਿਬ ਜਿਹੜਾ ਨਾ ਕਈ ਵਾਰ ਜੇ ਕਿਸਾਨ ਨਾਲ ਗੱਲ ਕਰਦੇ ਨੇ ਨਾ, ਤੇ ਕਿਸਾਨ ਨੂੰ ਕਿਰਸਾਨੀ ਦੇ ਉਹ ਜਿਹੜੇ ਕਹਿੰਦੇ ਵੀ ਉਹ ਜਿਹੜਾ ਬੀਜ ਕਿਵੇਂ ਬੀਜਣਾ ਹੈ, ਵੀ ਉਹ ਰੁੱਤ ਵੱਤ ਉਹਦੀ ਗੱਲ ਪੇ ਕਰਦੇ ਨੇ। ਕਦੀ ਕਿਸੇ ਕਾਰੋਬਾਰੀ ਬੰਦੇ ਨਾਲ ਗੱਲ ਕਰਦੇ ਨੇ, ਉਹਨਾਂ ਫਿਰ ਬਿਜ਼ਨਸ ਵਾਲੇ ਟਰਮਸ ਅੰਦਰ ਉਹ ਰਾਸ ਪੂੰਜੀ ਵਗੈਰਾ ਉਹ ਕੰਜੇ ਟਰਮਸ ਦੀ ਗੱਲ ਕਰਦੇ ਨੇ। ਇੱਕ ਨਾਰਮਲੀ ਜਦੋਂ ਜਿਹੜੀ ਫੈਬਰਿਕ ਡਾਈਂਗ ਜਿਹੜੀ ਹੁੰਦੀ ਨਾ, ਕੱਪੜਿਆਂ ਨੂੰ ਜਿਹੜਾ ਰੰਗਦੇ ਨੇ, ਉਸ ਪ੍ਰੋਸੈਸ ਅੰਦਰ ਨਾ ਉਹਨੂੰ ਪਹਿਲਾਂ ਜਿਹੜਾ ਕੱਪੜਾ ਹੈ ਨਾ ਉਹਨੂੰ ਟਰੀਟ ਕਰਨਾ ਪੈਂਦਾ। ਉਹਨੂੰ ਕੋਈ ਪਾ ਚੜੀ, ਕੋਈ ਦੂਜਾ ਸ਼ਬਦ ਆਉਂਦਾ, ਕਹਿੰਦਾ ਭੈ ਵਿੱਚ ਖੁੰਭ ਚੜਾਈਏ ਸਰਮ ਪਹਾ ਤਨ ਹੋਏ। ਜੇ ਕੱਪੜੇ ਉੱਤੇ ਕੋਈ ਕੱਪੜਾ, ਇੱਕ ਤੇ ਜਦੋਂ ਉਹਨੂੰ ਫੈਬਰਿਕ ਨੂੰ ਉਹਨੂੰ ਡਾਈ ਕਰਨਾ ਨਾ, ਉਹਨੂੰ ਇੱਕ ਤੇ ਪਹਿਲਾਂ ਉਹਨੇ ਸਾਫ਼ ਹੋਣਾ ਚਾਹੀਦਾ ਹੈ, ਵੀ ਜੇ ਉਹ ਸਾਫ਼ ਨਾ ਹੋਵੇ ਤਾਂ ਵੀ ਉਹਦੇ ਉੱਤੇ ਕਹਿੰਦੇ ਡੱਬ ਪੈ ਜਾਂਦੇ ਨੇ। ਔਰ ਜੇ ਰॉ ਕੱਪੜੇ ਨੂੰ ਜੇ ਤੁਸੀਂ ਚਾਹੋ ਕਿ ਮੈਂ ਰॉ ਕੱਪੜੇ ਦੇ ਉੱਤੇ ਡਾਈਂਗ ਕਰ ਦੇਵਾਂ, ਕੋਈ ਨਵਾਂ ਰੰਗ ਚੜਾ ਦੇਵਾਂ, ਤੇ ਉਹ ਕਹਿੰਦੇ ਵੀ ਕੋਰੇ ਰੰਗ ਨਾ ਹੋਵੇ, ਵੀ ਉਹ ਕੋਰੇ ਕੱਪੜੇ ਦਾ ਰੰਗ ਨਹੀਂ ਹੁੰਦਾ, ਉਹਨੂੰ ਪਹਿਲਾਂ ਪਾ ਚੜਾਉਣੀ ਪੈਂਦੀ ਉਹਨੂੰ। ਤੇ ਇੱਥੇ ਜਿਹੜਾ ਗੁਰੂ ਸਾਹਿਬ ਕਹਿੰਦੇ ਸਾਨੂੰ ਇੱਥੇ ਇੰਡੀਕੇਟ ਕਰਦੇ ਵੀ ਉਸ ਪਰਮਾਤਮਾ ਦੇ ਉੱਤੇ ਮਾਇਆ ਦੀ ਪਾ, ਉਹਦਾ ਪ੍ਰਭਾਵ ਜਿਹੜਾ ਹੈ ਨਾ,
ਉਸ ਤੋਂ ਬਿਲਕੁਲ ਨਿਰਲੇਪ। ਉਹ ਪਰਮਾਤਮਾ ਕੈਸਾ ਹੈ, ਉਹਦੇ ਉੱਤੇ ਮਾਇਆ ਦਾ ਆਪਾਹਾ, ਉਹਦੇ ਉੱਤੇ ਮਾਇਆ ਦੀ ਲੇਅਰ ਚੜੀ ਹੋਈ ਨਹੀਂ ਹੈ। ਉਹ ਮਾਇਆ ਤੋਂ ਬਿਲਕੁਲ ਵੱਖਰਾ ਹੈ। ਵੀ ਕਰਨ ਕਾਰਨ ਸਮਰਥ ਆਪਾਹੇ, ਕਹਿੰਦਾ ਖਿਨਮੇ ਥਾਪ ਉਥਾਪਨ ਹਾਰਾ। ਰੱਬ ਦੀ ਸਮਰੱਥਾ ਸਾਨੂੰ ਇੱਕ ਥਾਂ ਤੇ ਨਾ ਬੜਾ ਪਿਆਰਾ ਕਹਿੰਦੇ, ਅਬ ਤੂੰ ਸੀਜ ਭਾਵੇ ਨਹੀਂ ਸੀਜੇ। ਜੇ ਤੂੰ ਇਤਨੀਆਂ ਸੀਜ ਜਾਣਾ, ਤੈਨੂੰ ਭਰੋਸਾ ਆ ਜਾਣਾ, ਸਾਨੂੰ ਭਰੋਸਾ ਹਜੇ ਵੀ ਨਹੀਂ ਆ ਰਿਹਾ। ਉਹ ਗੁਰੂ ਕਹਿੰਦੇ ਨੇ, ਕਹਿੰਦੇ ਅਬ ਤੂੰ ਸੀਜ ਭਾਵੇਂ ਨਹੀਂ ਸੀਜੈ, ਕਾਰਜ ਸਵਰੈ ਮਨ ਪ੍ਰਭ ਧਿਆਈ ਜੈ। ਇਤਨੇ ਐਗਜ਼ਾਮਪਲਸ, ਇਤਨੀਆਂ ਗੱਲਾਂ, ਇਤਨੇ ਉਦਾਹਰਣ ਦੇਣ ਤੋਂ ਬਾਅਦ ਵੀ ਜੇ ਤੂੰ ਤੇਰਾ ਮਨ ਨਹੀਂ ਸੀਜਦਾ, ਤੇ ਫਿਰ ਤੂੰ ਇਟ ਇਜ਼ ਯੋਰ ਚੋਇਸ। ਕੋਈ ਦੇਖੋ, ਕੋਈ ਕਿਸੇ ਨੂੰ ਬਾਹ ਫੜ ਕੇ ਤੇ ਕੋਈ ਘੋਟ ਕੇ ਤੇ ਪਿਆਇਆ ਨਹੀਂ ਜਾ ਸਕਦਾ। ਇਹ ਵਾਲੀ ਰੱਬ ਦੀ ਪ੍ਰਤੀਤ, ਇਹ ਰੱਬ ਦੇ ਭਰੋਸਾ, ਰੱਬ ਦੀ ਸਮਰੱਥਾ ਦੇ ਉੱਤੇ ਜਿਹੜੀ ਪ੍ਰਤੀਤ ਲੈ ਕੇ ਆਣੀ ਗੁਰੂ ਸਾਹਿਬ ਦਾ, ਤੇ ਗੁਰੂ ਤੇ ਕਰਦੇ ਪਏ ਨੇ। ਗੁਰੂ ਤੇ ਨੂੰ ਰੱਜ ਕੇ ਪਰਮਾਤਮਾ ਦਾ ਨਾਮ ਸਾਨੂੰ ਦ੍ਰਿੜ ਕਰਾਉਂਦੇ ਨੇ। ਪਰਮਾਤਮਾ ਦੀ ਵਡਿਆਈ, ਉਹਨਾਂ ਦੀ ਸਮਰੱਥਾ, ਉਹ ਜੋ ਕੁਝ ਕਰ ਸਕਦੇ ਨੇ, ਉਹ ਜੋ ਕਰਦੇ ਨੇ, ਵੀ ਉਹ ਇੱਥੇ ਵੀ ਖਿਨਮੇ ਥਾਪ ਉਥਾਪਨ ਹਾਰਾ। ਉੱਥੇ ਹੋਰ ਸ਼ਬਦ ਹੈ, ਕਹਿੰਦਾ ਵੀ ਖਿਨਮੇ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਉਸ ਤੋਂ ਇਲਾਵਾ ਹੋਰ ਕੋਈ ਐਸਾ ਹੈ ਹੀ ਨਹੀਂ। ਕਹਿੰਦੇ ਹਮਰਾ ਠਾਕੁਰ ਸਭ ਤੇ ਉੱਚਾ, ਰੈਣ ਦਿਨਸ ਤਿਸ ਗਾਉ ਰੇ। ਮੈਂ ਰੱਬ ਨੂੰ ਕਿਉਂ ਦਿਨ ਭਰ ਗਾਉਂਦਾ, ਰੈਣ ਦਿਨਸ ਕਿਉਂ ਰੱਬ ਨੂੰ ਗਾਉਣਾ। ਹਮਰਾ ਠਾਕੁਰ ਸਭ ਤੇ ਉੱਚਾ, ਰੈਣ ਦਿਨਸ ਤਿਸ ਗਾਉ ਰੇ। ਕਹਿੰਦੇ ਨੇ ਖਿਨਮੈ ਥਾਪ ਉਥਾਪਨ ਹਾਰਾ, ਤਿਸ ਤੈ ਤੁਝੇ ਡਰਾਉ ਰੇ। ਮੈਂ ਤੇਰੇ ਮਨ ਵਿੱਚ ਕਿਸ ਰੱਬ ਦਾ ਡਰ ਪੈਦਾ ਕਰਨਾ ਚਾਹਨਾ। ਉਹ ਰੱਬ ਕੈਸਾ ਹੈ, ਕਹਿੰਦੇ ਤਿਸ ਤੈ ਤੁਝੇ ਡਰਾਉ ਰੇ। ਇੱਕ ਥਾਂ ਤੇ ਹੋਰ ਕਹਿੰਦੇ ਹਮਰਾ ਠਾਕੁਰ ਸਭ ਗੁਰ ਪੂਰਾ, ਮਨ ਗੁਰ ਕੀ ਕਾਰ ਕਮਾਵੇ। ਇਹ ਕਹਿੰਦੇ ਨੇ ਵੀ ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨਸ ਇਸ ਗਾਉ ਰੇ। ਕਹਿੰਦਾ ਖਿਨ ਮੈਂ ਤੂੰ, ਕਹਿੰਦੀ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਰੰਕ ਨਾ, ਕਬੀਰ ਗਰਬ ਨਾ ਕੀਜੀਏ, ਰੰਕ ਨਾ ਹਸੀਏ ਕੋਏ। ਤੂੰ ਕਿਸੇ ਗਰੀਬ ਬੰਦੇ ਨੂੰ ਦੇਖ ਉਹਦੇ ਮਜ਼ਾਕ ਅਸੀਂ ਕਈ ਵਾਰ ਕਰਨੇ ਆ, ਇਵਨ ਨਾਟ ਫਾਈਨੈਂਸ਼ੀਅਲੀ ਵੀ ਨਾ। ਕਈ ਵਾਰ ਜਿਹੜੇ ਬੰਦੇ ਨੇ ਨਾ ਉਹ ਥੋੜਾ ਜਿਹਾ ਸ਼ਾਇਦ ਢਿੱਲੇ ਢੁੱਲੇ ਹੁੰਦੇ ਨੇ, ਤੇ ਚਾਰ ਬੰਦੇ ਮਿਲ ਕੇ ਉਹਨਾਂ ਦਾ ਪੈਰ ਖਿੱਚਦੇ ਹੁੰਦੇ ਨੇ। तो कबीर साहब कहते हैं कबीर गर्भ ना कीजिए, रंक ना हसीए कोई। कहते अजू सु नाव समुद्र में, क्या जाना क्या होए। हजे तेरी जीवन की किश्ती ना एक होजे कंडे नहीं लगी हुई। तेरे नाल भी रब ने की वरताना है ना, तू उस रब तो डर। ਉਹ ਰੱਬ ਦੀਆਂ ਸਮਰੱਥਾਵਾਂ ਜਿਹੜੀਆਂ ਨੇ ਨਾ, ਤੇ ਉਹਦੀ ਭੈ ਭਾਵਨੀ ਵਿੱਚ ਉਹ ਕਹਿੰਦਾ ਭੈ ਬਿਨਾ ਭਾਵ ਨਹੀਂ ਉਪਜੇ। ਉਹਦਾ ਜਦ ਤੱਕ ਤੇਰੇ ਵਿੱਚ ਉਸ ਰੱਬ ਦਾ ਡਰ ਨਹੀਂ ਹੈ ਨਾ, ਤੇਰਾ ਉਹਦੇ ਨਾਲ ਪਿਆਰ ਜਿਹੜਾ ਨਾ ਉਹ ਪੈਦਾ ਨਹੀਂ ਹੋਏਗਾ। ਕਹਿੰਦਾ ਖਿਨਮੈ ਥਾਪ ਥਾਪਨ ਹਾਰਾ, ਤਿਸ ਤੈ ਤੁਝੇ ਡਰਾਉ ਰੇ। ਉਹ ਮਾਲਕ ਇੰਨੀ ਸਮਰੱਥਾ ਦਾ, ਹਾਂ ਸਾਡੀ ਮਰਜ਼ੀ ਹੈ, ਅਸੀਂ ਇਹਨੂੰ ਕਹਿੰਦਾ ਅਬ ਤੂੰ ਸੀਜ ਭਾਵੇਂ ਨਹੀਂ ਸੀਜੈ। ਤੈਨੂੰ ਇਹ ਗੁਰੂ ਦਾ ਕੰਮ ਹੈ ਪ੍ਰਤੀਤ ਦਿਵਾਉਣੀ, ਗੁਰੂ ਦਾ ਕੰਮ ਹੈ ਮਾਲਕ ਦਾ ਨਾਮ ਜਪਣਾ ਜਪਾਉਣਾ। ਹੁਣ ਅਸੀਂ ਇਹਦੇ ਨਾਲ ਮੰਨੀਏ ਸਾ ਭਾਵੇਂ ਨਾ ਮੰਨੀਏ, ਇਹ ਤੇ ਗੁਰੂ ਕਹਿੰਦੇ ਵੀ ਸੋਈ ਤੇਰਾ ਸਹਾਇਕ ਕੌਣ ਹੈ। ਗੁਰੂ ਅਸੀਂ ਜਿਹੜਾ ਨਾ, ਅਸੀਂ ਜਦੋਂ ਕਈ ਵਾਰ ਸਟੇਟ ਆਫ ਮਾइंड के कहते भी हम किया हम करेंगे, या भी गुरु साहब जी तो सन खड़ा करना चाहते हैं, कहते ना हम किया ना करेंगे, ना कर सके शरीर जो कुछ किया सो हर किया। पया कबीर लोग कहते लोग मैनू बड़े आउंदे पे ने, लेकिन मैं जानना वा कि यह काम मैं नहीं किया। गुरबानी बड़ी स्पष्ट है। सुखमनी साहब जी तो कहते जब लग जाने मुझ देख जो होए, कहता तब इसको सुख ना ही को। जे तू अपनी स्टेट ऑफ माइंड इत्थे टिकाया होया ना कि मैं कुछ कर सकना, मेरे विच समर्था है, हम ते कछु ना होए मेरे सोने। गुरु वो स्टेट ऑफ माइंड सानू टिकाना चाहता। जब लग जाने मुझ ते कुछ होए, कहता तब इसको सुख ना ही कोए। जब ए जाने मैं कुछ करता, तब लग गर्भ जोन में करता। तू तेरी उद्यम सारा तू करना है, फिजिकल एफर्ट्स तू सारे लेने ने, लेकिन वो कर्म करत होए नए कर्म। अपने काम करदियां अपने कीते होए कम्मां दे उत्ते भरोसा कह लो, या उस कहना भी अपनी समर्था दे उत्ते है कि मैं करदा। जिंदगी विच जय प्रसाद नूं लैके आना, जय प्रसाद छत्ती अमृत खाए, जय प्रसाद सुख सेठ सुविजे, जय प्रसाद ग्रह संग सुख बसना, तेरी कृपा सदका। गुरु सानू ऐसे परमात्मा की समर्था साडे मनां विच साडे दिलां विच जिहड़ा ना वो टिकाना चाहते। हाँ जी।
ਧੰਨਵਾਦ ਵੀਰ ਜੀ, ਬਹੁਤ ਸੋਹਣੇ ਤਰੀਕੇ ਦੇ ਨਾਲ ਆਪ ਜੀ ਨੇ ਰਿਲੇਟ ਕਰਕੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਕਈ ਵਾਰ ਸੋਚਦਾ ਕਿਧਰੋਂ ਕਿਧਰੋਂ ਆਪ ਜੀ ਸ਼ਬਦ ਖੋਜ ਕੇ ਲਿਆਉਂਦੇ ਹੋ, ਕਿਧਰੋਂ ਕਿਧਰੋਂ ਲੱਭ ਕੇ ਲਿਆਉਂਦੇ ਹੋ। ਬਹੁਤ ਅੱਛੀ ਤਰੀਕੇ ਨਾਲ ਰਿਲੇਟ ਕਰ ਰਹੇ ਹੋ ਆਪ ਜੀ। ਇੱਕ ਗੱਲ ਆਪ ਜੀ ਬਾਰ-ਬਾਰ ਯੂਜ਼ ਕਰ ਰਹੇ ਹੋ ਟਰਮ ਸਟੇਟ ਆਫ ਮਾਈਂਡ। ਬਿਲਕੁਲ, ਸਟੇਟ ਆਫ ਮਾਈਂਡ ਉਹ ਮਨ ਦੀ ਅਵਸਥਾ ਕਹਿ ਲਈਏ ਜਿੱਥੇ ਅਸੀਂ ਟਿੱਕੇ ਰਹਿੰਦੇ ਹਾਂ। ਜਿਸ ਤਰ੍ਹਾਂ ਦੀ ਸਾਡੀ ਸਟੇਟ ਆਫ ਮਾਈਂਡ ਹੁੰਦੀ ਹੈ, ਜਿਹੋ ਜਿਹਾ ਸਾਡਾ ਸਟੇਟ ਆਫ ਮਾਈਂਡ ਹੁੰਦਾ ਹੈ, ਜਿਹੋ ਜਿਹੀ ਮਨ ਦੀ ਅਵਸਥਾ ਹੁੰਦੀ ਹੈ, ਉਸ ਤਰੀਕੇ ਦੇ ਅਸੀਂ ਕਾਰ ਵਿਹਾਰ ਕਰਦੇ ਹਾਂ ਤੇ ਉਸੀ ਦੇ ਮੁਤਾਬਿਕ ਸਾਡੀ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਆਉਂਦੇ ਰਹਿੰਦੇ ਨੇ। ਉਸੀ ਤਰੀਕੇ ਦੇ ਨਾਲ ਅਸੀਂ ਹੱਸਦੇ ਤੇ ਰੋਂਦੇ ਰਹਿੰਦੇ ਹਾਂ। ਤੇ ਅਸੀਂ ਤੱਕੀਏ ਨਾ, ਕੋਈ ਗਰਾਊਂਡ ਫਲੋਰ ਤੇ ਰਹਿੰਦਾ ਹੈ, ਕੋਈ ਫਸਟ ਤੇ ਰਹਿੰਦਾ, ਕੋਈ ਸੈਕਿੰਡ ਤੇ ਰਹਿੰਦਾ। ਅੱਜ ਕੱਲ ਮੰਜ਼ਿਲਾਂ ਬਹੁਤ ਉੱਚੀਆਂ ਬਣਨੀਆਂ ਸ਼ੁਰੂ ਹੋ ਗਈਆਂ। ਤੇ ਅਗਰ ਅਸੀਂ ਮਨ ਦੀ ਅਵਸਥਾ ਦਾ ਜ਼ਿਕਰ ਕਰੀਏ ਤੇ ਨਾ ਜਾਣੇ ਅਸੀਂ ਕਿਹੜੇ ਤਲ ਤੇ ਰਹਿ ਰਹੇ ਹਾਂ। ਗਰਾਊਂਡ ਤਲ ਵੀ ਮੈਂ ਕਹਾਂਗਾ ਬਹੁਤ ਉੱਚਾ ਹੈ, ਪਾਤਾਲ ਦੇ ਵਿੱਚ ਵੀ ਨਾ ਜਾਣੇ ਕਿੰਨੇ ਫਲੋਰ ਥੱਲੇ ਮਨ ਦੀ ਅਵਸਥਾ ਬਣੀ ਰਹਿੰਦੀ ਹੈ। ਅਸੀਂ ਉੱਥੇ ਵਿਚਰਦੇ ਰਹਿੰਦੇ ਹਾਂ ਤੇ ਉੱਥੋਂ ਰੋਕ ਚੁੱਕੀ ਜਾਂਦੇ ਹਾਂ ਤੇ ਅਸੀਂ ਜਿਹੜਾ ਹੈ ਆਨੰਦ ਮਾਣਨਾ ਚਾਹੁੰਦੇ ਹਾਂ, ਔਰ ਆਨੰਦ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਨਹੀਂ। ਅਸੀਂ ਗੁਰੂ ਸਾਹਿਬ ਦੇ ਅਸੀਂ ਧਿਆਨ ਦਈਏ, ਗੁਰੂ ਸਾਹਿਬ ਨਾ ਸਿਰਫ ਦੱਸ ਰਹੇ ਹਨ ਬਲਕਿ ਉੱਥੇ ਬਾਹ ਪਕੜ ਕੇ ਲੈ ਕੇ ਵੀ ਜਾ ਰਹੇ। ਜਿਹੜੀ ਮਨ ਦੀ ਅਵਸਥਾ ਹੈ, ਗੁਰੂ ਸਾਹਿਬ ਦੀ ਆਪਣੀ ਜੀਵਨੀ ਵੱਲ ਧਿਆਨ ਦਈਏ। ਇੱਕ ਉਦਾਹਰਨ ਸਾਂਝ ਪਾਏ ਤੱਕੀਏ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ। ਸਾਰਿਆਂ ਦੇ ਹਾਲਾਂਕਿ ਉਦਾਹਰਨ ਸਾਨੂੰ ਨਜ਼ਰ ਆਉਂਦੇ ਹਨ। ਤੇ ਅਨੰਦਪੁਰ ਸਾਹਿਬ ਦਾ ਕਿਲਾ ਮਹਿਲ ਮਾੜੀਆਂ ਛੱਡਣੀਆਂ ਪਈਆਂ ਤਾਂ ਵੀ ਆਨੰਦ ਵਿੱਚ ਹਨ। ਇੱਕ ਇੱਕ ਕਰਕੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਤਾਂ ਵੀ ਆਨੰਦ ਵਿੱਚ ਹਨ। ਪਰਿਵਾਰ ਦਾ ਇੱਕ ਇੱਕ ਜੀ ਸ਼ਹੀਦ ਹੋ ਜਾਂਦਾ ਹੈ, ਖਾਲਸੇ ਤੋਂ ਵਿਛੋੜਾ ਹੋ ਜਾਂਦਾ ਹੈ ਤਾਂ ਵੀ ਆਨੰਦ ਵਿੱਚ ਹਨ। ਕਿੰਨੇ ਉੱਚੇ ਤਲ ਤੇ ਗੁਰੂ ਸਾਹਿਬ ਸਾਨੂੰ ਲੈ ਕੇ ਜਾ ਰਹੇ ਹਨ, ਜਿੱਥੇ ਮਾਇਆ ਦਾ ਰਤਾ ਮਾਤਰ ਵੀ ਮੋਹ ਸਾਡੇ ਤੇ ਪ੍ਰਭਾਵ ਨਹੀਂ ਪਾ ਸਕਦਾ। ਅਸੀਂ ਧਿਆਨ ਦਈਏ ਨਾ, ਅੱਜ ਵੀ ਅੱਖਰ ਆਇਆ ਕਰਨ ਕਾਰਨ ਸਮਰੱਥ ਆ ਪਾਹੇ। ਉਹ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਗੁਰੂ ਸਾਹਿਬ ਵੀ ਸਾਨੂੰ ਮਾਇਆ ਵਿੱਚ ਵਿਚਰਦੇ ਹੋਏ, ਉਹ ਪਰਮਾਤਮਾ ਵੀ ਮਾਇਆ ਵਿੱਚ ਮੌਜੂਦ ਹੈ, ਸੰਸਾਰ ਵਿੱਚ ਟਿਕਿਆ ਮੌਜੂਦ ਹੈ, ਪਰ ਉਸਦੇ ਪ੍ਰਭਾਵ ਤੋਂ ਪਰੇ। ਤੇ ਗੁਰੂ ਸਾਹਿਬ ਵੀ ਸਾਨੂੰ ਮਾਇਆ ਵਿੱਚ ਸਰੀਰ ਰਹਿੰਦੇ ਹੋਏ ਸਾਨੂੰ ਉਸ ਪ੍ਰਭਾਵ ਤੋਂ ਰਹਿਤ ਕਰਨ ਦੀ ਵਿਧੀ ਸਮਝਾ ਰਹੇ ਹਨ। ਬੜੀ ਉੱਚੀ ਤੇ ਸੁੱਚੀ ਅਵਸਥਾ ਦਾ ਜ਼ਿਕਰ ਕਰਦੇ ਹਨ, ਬੜੀ ਉੱਚੀ ਤੇ ਸੁੱਚੀ ਅਵਸਥਾ ਵਿੱਚ ਲੈ ਕੇ ਜਾਂਦੇ ਹਨ। ਅਸੀਂ ਨਿਵਾਨ ਦੇ ਤਲ ਤੇ ਟਿਕੇ ਰਹਿੰਦੇ ਹਾਂ, ਮਨ ਕਰਕੇ ਤੇ ਤਨ ਕਰਕੇ ਦੁਖੀ ਤੇ ਰੋਂਦੇ ਰਹਿੰਦੇ ਹਾਂ ਤੇ ਪਰੇਸ਼ਾਨ ਰਹਿੰਦੇ ਹਾਂ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ, ਅੱਛਾ, ਪਿਛਲੇ ਪਦ ਵਿੱਚ ਗੁਰੂ ਸਾਹਿਬ ਨੇ ਸਾਨੂੰ ਪੂਰੀ ਅੰਦਰ ਦੀ ਸ੍ਰਿਸ਼ਟੀ ਦੀ ਗੱਲ ਕੀਤੀ ਹੈ। ਸ੍ਰਿਸ਼ਟੀ ਕੀ ਬਣੀ ਹੈ, ਕਿਸ ਤਰੀਕੇ ਨਾਲ ਉਹਦਾ ਹੁਕਮ ਕਿੰਜ ਚੱਲ ਰਿਹਾ ਅੰਦਰ। ਹੁਣ ਦੂਸਰੇ ਪਦ ਦੇ ਵਿੱਚ ਅਖੀਰ ਵਿੱਚ ਕਹਿੰਦੇ ਸੋਈ ਤੇਰਾ ਸਹਾਈ ਹੈ। ਕੌਣ ਤੇਰਾ ਸਹਾਈ ਹੈ? ਉਹ ਇੱਕ। ਕੌਣ ਹੈਗਾ? ਉਹ ਇੱਕ ਕਰਨ ਵਾਲਾ, ਕਰਨ ਕਰਾਉਣ। ਉਹ ਜਦੋਂ ਮਨ ਨੇ ਉਸ ਇੱਕ ਨੂੰ ਸੋਧ ਲਿੱਤਾ, ਇੱਕ ਆ ਕੇ ਮਨ ਤੇ ਬੈਠ ਗਿਆ। ਜਦੋਂ ਮਨ ਵਿੱਚ ਬੈਠਦਾ ਹੈ ਤੇ ਫਿਰ ਉਹੀ ਕਰਨ ਵਾਲਾ ਜੋ ਹੈ ਉਹ ਕਰਵਾਉਂਦਾ ਹੈ। ਕੀ ਕਰਵਾਉਂਦਾ ਹੈ? ਉਹ ਸਾਰੇ ਜੀ ਜਨਤਾ ਨੂੰ ਰਿਜ਼ਕ ਦਿੰਦਾ ਹੈ। ਜਿਤਨੇ ਵੀ ਜੀ ਜੰਤ, ਜਿਤਨੇ ਵੀ ਸਾਡੀਆਂ ਇੰਦਰੀਆਂ ਹਨ, ਉਹਨਾਂ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ, ਕਿਉਂਕਿ ਦੇ ਆਊਟ ਆਫ ਕੰਟਰੋਲ। ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਫਿਰ ਹੁਣ ਉਹ ਮਨ ਦੇ ਵਿੱਚ ਬੈਠ ਕੇ ਉਹੀ ਕਰਵਾ ਰਿਹਾ ਹੈ ਮਨ ਕੋਲੋਂ ਕਿ ਉਹ ਸਾਰੇ ਆਪਣੇ ਜੀ ਜਨਤਾ ਨੂੰ ਰਿਜ਼ਕ ਦਿੰਦਾ ਹੈ। ਔਰ ਨਾਲ ਨਾਲ ਹੀ ਖਿੰਨ ਮੇ ਥਾ ਕੁਥਾਪਨ ਹਾਰਾ, ਖਿੰਦ ਵਿੱਚ ਹੀ ਉਹ ਸਾਰੇ ਅਵਗੁਣਾਂ ਨੂੰ ਨਾਸ਼ ਕਰ ਦਿੰਦਾ ਹੈ ਔਰ ਉਹਨਾਂ ਜਗ੍ਹਾ ਤੇ ਥਾਪਦਾ ਕੀ ਹੈ? ਗੁਣਾਂ ਨੂੰ, ਗਿਆਨ ਨੂੰ ਥਾਪ ਦਿੰਦਾ ਹੈ। This is the way he shows his support system to the mind. ਹਾਂਜੀ, ਧੰਨਵਾਦ ਭੂਆ ਜੀ। ਬਿਲਕੁਲ ਮਨ ਦੇ ਉੱਤੇ ਗੁਰੂ ਸਾਹਿਬ ਨੇ ਬਹੁਤ ਜ਼ੋਰ ਦਿੱਤਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਬਾਰ ਬਾਰ ਮਨ ਨੂੰ ਬਹੁਤ ਸਮਝਾਣਾ ਕੀਤਾ। ਆਪ ਜੀ ਨੇ ਮਨ ਦੇ ਉੱਤੇ ਟੁਕਾ ਕੇ ਬੜੇ ਸੋਹਣੇ ਤਰੀਕੇ ਨਾਲ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਮਾਤ ਗਰਭ में जिन प्रत पालिया
ਸਾਸ ਗਰਾਸ ਹੋਏ ਸੰਗ ਸੰਭਾਲਿਆ, ਸਦਾ ਸਦਾ ਜਪੀਐ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ ਮਾਤ ਗਰਮ में ਜਿਨ ਪ੍ਰਤ ਪਾਲਿਆ। ਜਿਨ ਨੰਨੇ ਨੂੰ ਸਿਆਰੀਏ ਇੱਕ ਵਚਨ, ਜਿਨ ਜਿਸ ਪਰਮਾਤਮਾ ਨੇ ਪ੍ਰਤ ਪਾਲਿਆ। ਜਦੋਂ ਮਾਤਾ ਦੇ ਗਰਭ ਵਿੱਚ ਸੀ ਤਾਂ ਵੀ ਤੇਰੀ ਪ੍ਰਤਪਾਲਨਾ ਉਸ ਪਰਮਾਤਮਾ ਨੇ ਕਰਨੀ ਕੀਤੀ। ਮਾਤ ਗਰਭ में आपन सिमरन दे तै तुम राखण हारे, मात गरम में तुम ही पाला। गुरु ग्रंथ साहब विच इस तो रिलेटेड कई शब्द मिल जाते हैं। मात गरम में तुम ही पाला, तुसी पालना कीती है। गुरु साहब इत्थे फिर समझाना कर रहे हैं, मात गर्भ में जिन प्रत पालिया। असी ध्यान दईए ना, असी कोई कार करना चाहिए पर भरोसा ना बने ते असी उस वो कार वाल असी टुरदे नहीं, वो काम करन नहीं लग पैंदे क्योंकि भरोसा नहीं बनिया। ते गुरु साहब सानू जिते शब्द नाल जोड़ रहे हैं, नाल दे नाल उस परमात्मा दी समर्था भी दस रहे हैं ते नाल दे नाल साडे मन नू यकीन भी दिवा रहे हैं। कहंदे तू क्यों नहीं मनदा, तू मन जा। जदों तू माता दे गर्भ विच कैद सी ਤਾਂ ਤੂੰ ਉਸ ਪਰਮਾਤਮਾ ਦੇ ਸਿਮਰਨ ਵਿੱਚ ਜੁੜਿਆ ਹੋਇਆ ਸੀ, ਉੱਥੇ ਵੀ ਤੇਰੀ ਪਰਮਾਤਮਾ ਨੇ ਰਾਖੀ ਕਰਨੀ ਕੀਤੀ। ਸਾਡੇ ਮਨ ਜਿਹੜਾ ਪਤੀਜਦਾ ਨਹੀਂ, ਜਿਹੜਾ ਮਨ ਮੰਦਾ ਨਹੀਂ, ਮਾਨੋ ਗੁਰੂ ਸਾਹਿਬ ਉਸ ਮਨ ਨੂੰ ਸਮਝਾ ਰਹੇ ਹਨ, ਉਸ ਮਨ ਨੂੰ ਪਤੀਜ ਰਹੇ ਹਨ ਕਿ ਮਨ ਪਤੀਜ ਜਾਏ ਤੇ ਗੁਰੂ ਦੀ ਗੱਲ ਮੰਨ ਕੇ ਉਸ ਰਾਹ ਤੇ ਟੁਰਨ ਲੱਗ ਪਏ, ਅਵਗੁਣਾ ਨੂੰ ਛੱਡ ਕੇ ਗੁਣਾ ਦਾ ਧਾਰਨੀ ਹੋ ਜਾਏ। ਮਾਤ ਗਰਭ में जिन प्रत पालिया, सास ग्रास होए संग संभालिया। सांस श्वास लेंदे, ग्रास ग्रासदे होए, कुछ खांदे होए, जिसने हर वक्त सांस दे सस्से नू सिहारीए, ग्रास दे सस्से नू सिहारीए, साह लैंदियां भोजन छकदियां होए संग संभालिया। नाल होके तेरी प्रतिपालना कीती, तेनू संभालना कीता, हर वक्त तेरी संभालना करदा है, उसी नू असी भुले रहंदे हैं। बिल्कुल सानू कह रहे हैं तू क्यों बोल रहे हैं, असी मैं इस वक्त बोल रहा, जे अगला श्वास ना आए मैं ते मैं ही करी जांदा कि मैं वहां, मैं कुछ हाँ, मैं कुछ कर सकदा वां ते मेरी हस्ती की है। अगला श्वास जे परमात्मा ना दवे बस इन्नी मेरी हस्ती है। फिर भी मैं शायद बकरी मैं घट कर दिए ते मैं यादा करदा। सोचिए ना, दिन विच असी किन्नी वारी मैं करदे हां, कई वारी डायरेक्टली मैं करदे हां ते कई वारी इनडायरेक्टली करदे हां। हर वक्त मैं ही साडी नहीं मुकदी। गुरु साहब कह रहे हैं ਉਹ ਪ੍ਰਮਾਤਮਾ ਜਿਹੜਾ ਸਵਾਸ ਲੈਂਦਿਆਂ ਕੁਝ ਗਰਾਸਦਿਆਂ ਹੋਏ ਸੰਗ ਸੰਭਾਲਿਆ, ਤੈਨੂੰ ਸੰਭਾਲਦਾ ਹੈ। ਸਦਾ ਸਦਾ ਜਪੀਏ ਸੋ ਪਰ ਪ੍ਰੀਤਮ। ਕਹਿੰਦੇ ਸਦੀਵ ਉਹਨੂੰ ਜਪਣਾ ਕਰ। ਜ਼ੁਬਾਨ ਕਰਕੇ ਅਸੀਂ ਉਸ ਪਰਮਾਤਮਾ ਨੂੰ 24 ਘੰਟੇ ਨਹੀਂ ਜਪ ਸਕਦੇ। ਅਸੀਂ ਸੰਸਾਰੀ ਕਾਰ ਵਿਹਾਰ ਵੀ ਕਰਨੇ ਹਨ, ਗੱਲਾਂ ਬਾਤਾਂ ਵੀ ਕਰਨੀਆਂ ਹਨ, ਸੋਣਾ ਵੀ ਹੈ ਤੇ ਹੋਰ ਕਾਰ ਵਿਹਾਰ ਵੀ ਕਰਨੇ ਹਨ, ਤੇ ਅਸੀਂ ਜ਼ਬਾਨ ਕਰਕੇ ਹਰ ਵਕਤ ਨਹੀਂ ਜਪ ਸਕਦੇ। पर सदा सदा जपिए तो पावे, तन करके भी, मन करके भी, बचन करके भी। मन विच उस परमात्मा दे निर्मल भै नूं वसाइए, बचनां विच सच दे बोल होण ते तन करके भी कर्म जेड़े हन वो सच दे होण। जरूरत तो ज्यादा खाना भी जेड़ा है ਉਹ ਵੀ ਜਿਹੜਾ ਹੈ ਕਈ ਵਾਰੀ ਸਾਡੇ ਲਈ ਸਰੀਰ ਦੇ ਲਈ ਰੋਗੀ ਬਣਾ ਦਿੰਦੇ ਹਨ, ਪਰ ਅਸੀਂ ਜ਼ਬਾਨ ਦੇ ਸਵਾਦ ਦੇ ਲਈ ਖਾਈ ਜਾਂਦੇ ਹਾਂ। ਜਦੋਂ ਅਸੀਂ ਸਾਡਾ ਇੰਝ ਸਮਝ ਲਈਏ ਮਨ ਟਿਊਨਡ ਹੋ ਜਾਏਗਾ ਤੇ ਕੀ ਖਾਣਾ ਹੈ, ਕਿੰਨਾ ਖਾਣਾ ਹੈ, ਕਿੰਨਾ ਜਾਗਣਾ ਹੈ, ਕਿੰਨਾ ਸੋਣਾ ਹੈ, ਸਾਡਾ ਪੂਰਾ ਸਾਡਾ ਕਾਰ ਵਿਹਾਰ, ਸੰਸਾਰੀ ਕਾਰ ਵਿਹਾਰ ਕਰਨੇ ਵੀ ਡਿਸਿਪਲਿਨ ਵਿੱਚ ਆ ਜਾਣਗੇ। ਨਾਪ ਤੋਲ ਕੇ ਸਾਨੂੰ ਬੋਲਣਾ ਆ ਜਾਏਗਾ। ਜਦੋਂ ਸਾਡੀ ਲਾਈਫ ਡਿਸਿਪਲਿਨ ਵਿੱਚ ਆ ਜਾਏਗੀ, ਉਸ ਡਿਸਿਪਲਿਨ ਵਿੱਚ ਜੀਉਣਾ, ਜਦੋਂ ਅਸੀਂ ਗੁਰੂ ਸਾਹਿਬ ਦੇ ਦੱਸਿਆ, ਗੁਰੂ ਸਾਹਿਬ ਇੱਕ ਡਿਸਿਪਲਿਨ ਦੇ ਰਹੇ ਹਨ ਸਾਨੂੰ, ਇੱਕ ਡਿਸਿਪਲਿਨ ਜੀਵਨ ਜਾਂਚ ਦੇ ਰਹੇ ਹਨ ਸਾਨੂੰ। ਜਦੋਂ ਅਸੀਂ ਉਹ ਜੀਵਨ ਜਾਂਚ ਗੁਰੂ ਸਾਹਿਬ ਦੇ ਮੁਤਾਬਿਕ ਜੀਣ ਲੱਗ ਪੈਂਦੇ ਆ ਤਾਂ ਸਾਡਾ ਸਦਾ ਸਦਾ
ਉਸ ਪਰਮਾਤਮਾ ਨੂੰ ਧਿਆਉਣਾ ਆਰੰਭ ਹੋ ਜਾਂਦਾ ਹੈ। ਸਦਾ ਸਦਾ ਜਪੀਏ ਸੋ ਪ੍ਰੀਤਮ, ਉਸ ਪ੍ਰੀਤਮ ਨੂੰ ਜਪਣਾ ਕਰੀਏ। ਸਦਾ ਸਦਾ ਜਪੀਏ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ, ਜਿਹਦੀ ਵਡਿਆਈ ਵੱਡੀ ਹੈ, ਜਿਹੜਾ ਬੇਅੰਤ ਗੁਣਾ ਦਾ ਧਾਰਨੀ ਹੈ, ਬੇਅੰਤ ਹੀ ਉਸਦੀ ਕਿੰਨੀ, ਉਸਦੇ ਕਿੰਨੇ ਤੇਰੇ ਕਵਨ ਕਵਨ ਗੁਣ ਮੈਂ ਕਹਿ ਗਾਵਾਂ, ਤੇਰੇ ਕਿਹੜੇ ਕਿਹੜੇ ਗੁਣ ਮੈਂ ਕਹਿ ਕੇ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੂੰ ਤੇ ਗੁਣਾਂ ਦਾ ਖਜ਼ਾਨਾ ਹੈ, ਤੇਰੇ ਕਿਹੜੇ ਕਿਹੜੇ ਗੁਣ ਮੈਂ ਬਿਆਨ ਕਰਾਂ, ਜਿਹਦੀ ਵਡਿਆਈ ਵੱਡੀ ਹੈ, ਜਿਹਦੀ ਬਖਸ਼ਿਸ਼ਾਂ ਵੱਡੀਆਂ, ਜਿਹਦੀਆਂ ਦਾਤਾਂ ਵੱਡੀਆਂ। ਅਸੀਂ ਕਹਿੰਦੇ ਹਾਂ ਨਾ ਵੱਡਾ ਅਹੁਦੇਦਾਰ ਮੇਰਾ ਮਿੱਤਰ ਹੈ, ਅਸੀਂ ਕਈ ਵਾਰੀ ਦੁਨੀਆ ਦੇ ਵਿੱਚ ਰੋਬ ਮਾਰਦੇ ਹਾਂ ਕਿ ਮੇਰਾ ਕਾਉਂਸਲਰ ਮੈਨੂੰ ਜਾਣਦਾ ਹੈ, ਉਹ MP ਮੈਨੂੰ ਜਾਣਦਾ ਹੈ, ਤੂੰ ਮੇਰੇ ਨਾਲ ਪੰਗਾ ਨਾ ਲੈ, ਉਹ ਮੈਨੂੰ ਪੁਲਿਸ ਵਾਲਾ ਵੱਡੇ ਅਹੁਦੇਦਾਰ ਮੈਨੂੰ ਜਾਣਦਾ ਹੈ। ਸਾਨੂੰ ਬੜਾ ਹੰਕਾਰ ਹੋ ਜਾਂਦਾ। ਗੁਰੂ ਸਾਹਿਬ ਕਹਿ ਰਹੇ ਆ ਤੈਨੂੰ ਮੈਂ ਸਭ ਤੋਂ ਵੱਡੇ ਨਾਲ ਹੀ ਮਿਲਾ ਦਿਆਂ। ਸਾਰੇ ਵੱਡੇ ਜਦੋਂ ਉਸ ਪਰਮਾਤਮਾ ਦੇ ਨਾਲ ਮਿੱਤਰਤਾ ਬਣ ਜਾਏਗੀ ਨਾ, ਵੱਡੀ ਜਿਸ ਦੀ ਵਡਿਆਈ ਹੈ, ਵੱਡੀ ਜਿਸ ਵਡਿਆਈ ਹੈ, ਜਿਸਦੀ ਵਡਿਆਈ ਬਹੁਤ ਵੱਡੀ ਹੈ, ਤੇ ਫਿਰ ਮਨ ਸ਼ਾਂਤ ਹੋ ਜਾਏਗਾ, ਮਨ ਦੇ ਵਿੱਚੋਂ ਮੈਂ ਮੁੱਕ ਜਾਏਗੀ, ਮਨ ਦੇ ਵਿੱਚੋਂ ਭੁੱਖਾਂ ਮਿਟ ਜਾਣਗੀਆਂ। ਫਿਰ ਜਦੋਂ ਪਰਮਾਤਮਾ ਨਾਲ ਮਿਲਾਪ ਹੋਏਗਾ ਤੇ ਸੰਸਾਰੇ ਭੈ ਨਿਕਲ ਜਾਣਗੇ। ਡੱਡਾ ਡਰ ਉਪਜੇ ਡਰ ਜਾਏ। ਸੰਸਾਰ ਦੇ ਭੈ ਦੇ ਅੰਦਰ ਅਸੀਂ ਜੀਵਨਾ ਕਰਦੇ ਹਾਂ, ਸੰਸਾਰ ਦੇ ਡਰ ਸਾਡੇ ਅੰਦਰੋਂ ਨਿਕਲ ਜਾਣਗੇ। ਫਿਰ ਪਰਮਾਤਮਾ ਨਿਰਭਉ ਹੋਏ, ਫਿਰ ਨਿਰਭਉ ਵਾਲਾ ਜੀਵਨ ਸਾਨੂੰ ਪ੍ਰਾਪਤ ਹੋਏਗਾ। ਫਿਰ ਨਿਰਵੈਰਤਾ ਉਪਜੇਗੀ, ਫਿਰ ਨਿਰਵੈਰਤਾ ਮਨ ਵਿੱਚ ਆਏਗੀ। ਕਈਆਂ ਨਾਲ ਤੇ ਅਸੀਂ ਵੈਰ ਇਸ ਲਈ ਰੱਖਦੇ ਹਾਂ ਕਿ ਅਸੀਂ ਉਹਨਾਂ ਤੋਂ ਡਰਦੇ ਹਾਂ। ਅਸੀਂ ਕਈਆਂ ਨਾਲ ਵੈਰ ਇਸ ਲਈ ਕਮਾ ਲੈਂਦੇ ਹਾਂ ਕਿ ਅਸੀਂ ਉਹਨਾਂ ਤੋਂ ਡਰਦੇ ਹਾਂ, ਸਾਡੇ ਮਨ ਵਿੱਚ ਉਹਨਾਂ ਦਾ ਡਰ ਹੈ। ਸੱਪ ਨੂੰ ਅਸੀਂ ਲਾਠੀ ਲੈ ਕੇ ਤੱਕਦੇ ਹੀ ਮਾਰ ਦਿੰਦੇ ਹਾਂ। ਸੱਪ ਨੇ ਭਾਵੇਂ ਨਿਕਲ ਰਿਹਾ ਹੋਏ, ਕੁਝ ਨਾ ਕਹਿ ਰਿਹਾ ਹੋਏ, ਕਿਉਂਕਿ ਸੱਪ ਦਾ ਡਰ ਸਾਡੇ ਮਨ ਵਿੱਚ ਹੈ। ਫਟਾਫਟ ਲਾਠੀ ਚੁੱਕਦੇ ਹਾਂ, ਭਾਵੇਂ ਸੱਪ ਜ਼ਹਿਰੀਲੇ 70-80% ਸੱਪ ਜ਼ਹਿਰੀਲੇ ਵੀ ਨਹੀਂ ਹੈ, ਤਾਂ ਵੀ ਦੇਖਦੇ ਹੀ ਅਸੀਂ ਉਹਨੂੰ ਮਾਰ ਦਿੰਦੇ ਹਾਂ, ਕਿਉਂਕਿ ਵੈਰ ਰੱਖਿਆ ਅਸੀਂ ਸੱਪ ਦੇ ਨਾਲ, ਕਿਧਰ ਡਸ ਨਾ ਜਾਏ। ਸੰਸਾਰ ਦੇ ਵਿੱਚ ਵਿਚਰਦੇ ਅਸੀਂ ਵੱਖ-ਵੱਖ ਫਿਰਕਿਆਂ ਨਾਲ, ਜਿਹੜਾ ਸਾਡਾ ਰੂਪ ਨਾ ਬਣਾਏ ਨਾ, ਜਿਹੜਾ ਸਾਡੇ ਵਰਗੀ ਗੱਲਾਂ ਨਾ ਕਰੇ, ਅਸੀਂ ਉਹਦੇ ਨਾਲ ਵੈਰ ਕਰ ਲੈਂਦੇ, ਉਹਦੇ ਨਾਲ ਵੈਰ ਬਣਾ ਲੈਂਦੇ ਆ। ਇਹਨੇ ਮੇਰੇ ਵਰਗਾ ਇਹਦਾ ਭੇਖ ਨਹੀਂ ਹੈ, ਮੇਰੇ ਵਰਗੀ ਗੱਲਾਂ ਨਹੀਂ ਕਰ ਰਿਹਾ, ਹੈ ਮੇਰਾ ਵੈਰੀ ਹੈ। ਕਿਧਰੇ ਨਾ ਕਿਧਰੇ ਅਸੀਂ ਵੈਰ ਕਮਾਉਂਦੇ ਰਹਿੰਦੇ ਆ। ਗੁਰੂ ਸਾਹਿਬ ਕਹਿ ਰਹੇ ਆ ਉਸ ਪਰਮਾਤਮਾ ਨਾਲ ਤੇਰੀ ਸਾਂਝ ਬਣਾਵਾ, ਜਿਹੜਾ ਸਾਰਿਆਂ ਦੀ ਪ੍ਰਤਿਪਾਲਨਾ ਕਰ ਰਿਹਾ, ਜੋ ਉਹਦੇ ਗੁਣ ਗਾ ਰਿਹਾ ਉਹਨਾਂ ਦੀ ਵੀ ਪ੍ਰਤਿਪਾਲਨਾ ਕਰ ਰਿਹਾ, ਜੋ ਉਸ ਪਰਮਾਤਮਾ ਦੇ ਗੁਣ ਨਹੀਂ ਵੀ ਗਾ ਰਿਹਾ ਉਹਨਾਂ ਦੀ ਵੀ ਪ੍ਰਤਿਪਾਲਨਾ ਕਰ ਰਿਹਾ, ਸਾਰਿਆਂ ਨੂੰ ਪਾਲਣਾ ਕਰ ਰਿਹਾ। ਤੇ ਜਦੋਂ ਉਹਦੇ ਨਾਲ ਮਿਲਾਪ ਹੋ ਜਾਏਗਾ ਤੇ ਤੂੰ ਵੀ ਉਸਦੇ ਵਰਗਾ ਬਣ ਜਾਏਗਾ, ਤੇਰੀ ਸੋਚ ਤੇਰੀ ਸਮਝ ਵੀ ਉਸਦੇ ਵਰਗੀ ਹੋ ਜਾਏਗੀ। ਵੱਡੀ ਜਿਸ ਵਡਿਆਈ ਹੈ ਜੀ। ਇਕਬਾਲ जी आवाज आ रही जी? जी वीर जी, बिल्कुल बिल्कुल लाउड एंड क्लियर। मात गर्भ में जिन प्रतिपालिया, सास ग्रास हुए संग संभालिया। ਮਾਤ ਗਰਭ, ਜਦੋਂ ਅਸੀਂ ਗਰਭ ਮਾਤਾ ਦੀ ਗਰਭ ਜੋਨੀ ਦੇ ਵਿੱਚ ਹੁੰਦੇ ਹਾਂ, ਜਠਰ ਅਗਨ ਦੇ ਵਿੱਚ ਸਾਡੀ ਪੈਦਾਇਸ਼ ਹੋ ਰਹੀ ਹੁੰਦੀ ਹੈ, ਮੈਂ ਉਸ ਵਿੱਚ ਜਿਸ ਪ੍ਰਭੂ ਪਰਮਾਤਮਾ ਨੇ ਕਰਤੇ ਨੇ ਪ੍ਰਤਿਪਾਲਿਆ, ਸਾਡੀ ਪਾਲਣਾ ਪੋਸ਼ਣਾ ਕੀਤੀ ਹੈ, ਭਾਵ ਸਾਨੂੰ ਤੱਤੀ ਵਾਰ ਨਹੀਂ ਲੱਗਣ ਦਿੱਤੀ, ਤਾਂ ਹੀ ਅਸੀਂ ਇਸ ਸੰਸਾਰ ਦੇ ਵਿੱਚ ਜਨਮ ਲਿੱਤਾ ਰਿਹਾ, ਜਨਮ ਹੋਇਆ ਸਾਡਾ। ਸਾਸ ਗਰਾਸ ਹੋਏ ਸੰਗ ਸੰਭਾਲਿਆ, ਸਾਸ ਗਰਾਸ ਹੋਏ ਭਾਵ ਹਰ ਸਵਾਸ ਦੇ ਨਾਲ ਤੇ ਹਰ ਅਸੀਂ ਆਪਣੀ ਜਿਹੜੀ ਖਾਣ ਦੀ ਯੋਗਤਾ ਹੈ, ਗ੍ਰਾਹੀ, ਜੋ ਸਾਡੇ ਸਰੀਰ ਦੇ ਲਈ ਬਹੁਤ ਹੀ ਲੋੜਵੰਦ ਹੈ, ਭੋਜਨ ਹੋਏ, ਜਦੋਂ ਅਸੀਂ ਖਾਂਦੇ ਹਾਂ, ਪਹਿਨਾਉਂਦੇ ਹਾਂ, ਖਵਾਉਂਦੇ ਹਾਂ, ਨਵਾਉਂਦੇ ਹਾਂ, ਜਿਹੜਾ ਸਿਧਾਂਤਕ ਹੈ ਭਾਵ ਕਿ ਹੋਏ ਸਾਸ ਗਰਾਸ ਹੋਏ, ਉਹ ਸਾਨੂੰ ਖਾਂਦਿਆਂ ਵੀ ਸਾਨੂੰ ਸਵਾਸਾਂ ਪੂੰਜੀ ਜਿਹੜੀ ਹਵਾ ਹੈ ਇਹ ਵੀ ਉਸ ਪਰਮਾਤਮਾ ਦੀ ਦਿੱਤੀ ਹੈ, ਤੇ ਸਾਡਾ ਭੋਜਨ ਵੀ ਜਿਹੜਾ ਪਰਮਾਤਮਾ ਨੇ ਦਿੱਤਾ ਹੈ, ਤੇ ਸੰਗ ਸੰਭਾਲਿਆ ਸਾਡੀ ਪ੍ਰਤਿਪਾਲਣਾ ਕਰਦਾ। ਸਾਨੂੰ ਇਹ ਹਵਾ ਰੂਪੀ ਉਹ ਭੋਜਨ ਦਿੰਦਿਆਂ ਵੀ ਸਾਡੀ ਸਾਡੀ ਪ੍ਰਤਿਪਾਲਨਾ ਕਰਦਾ, ਸਾਡਾ ਸੰਗੀ ਬਣਿਆ ਰਹਿੰਦਾ ਹੈ, ਸਾਡੇ ਨਾਲ ਸਦਾ ਸਾਡੀ ਪ੍ਰਤਿਪਾਲਨਾ ਲਈ ਸਾਡੇ ਅੰਦਰ ਹੀ ਮੌਜੂਦ ਹੈ। ਸਦਾ ਸਦਾ ਜਪੀ ਹੈ,
ਫਿਰ ਇਸ ਪ੍ਰਮਾਤਮਾ ਨੂੰ ਭਾਈ ਜਿਹੜਾ ਸਾਡੀ ਸਾਥ-ਸਾਥ ਪ੍ਰਤਪਾਲਣਾ ਕਰਦਾ ਹੈ, ਸਾਡੀ ਗਰਭ ਦੇ ਵਿੱਚ ਵੀ ਪ੍ਰਤਪਾਲਣਾ ਕਰਦਾ ਹੈ, ਉਸਨੂੰ ਸਦਾ ਜਪਣਾ ਕਰੀਏ। ਸੋ ਪ੍ਰੀਤਮ, ਉਹ ਪ੍ਰੀਤਮ ਜਿਹੜਾ ਸਾਡੀ ਸਦਾ ਹੀ ਪ੍ਰਤਪਾਲਨ ਕਰਦਾ ਹੈ, ਸਾਨੂੰ ਰਿਜ਼ਕ ਦਿੰਦਾ ਹੈ, ਉਸ ਪ੍ਰੀਤਮ ਨੂੰ, ਉਸ ਕਰਤੇ ਨੂੰ, ਕਰਤਾਰ ਨੂੰ ਸਾਨੂੰ ਜਪਣਾ ਚਾਹੀਦਾ ਹੈ। ਵੱਡੀ ਜਿਸ ਵਡਿਆਈ ਹੈ, ਜਿਸ ਦੀ ਧਨਤਾ ਵੱਡੀ ਹੈ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਜਿਸ ਦਾ ਭਾਵ ਇਹ ਸਾਰੀਆਂ ਕਲਾਂ ਦਾ ਸਮਰੱਥਾ ਜਿਹੜਾ ਹੈਗਾ, ਇਹ ਉਸ ਦੀ ਵਡਿਆਈ ਹੈ। ਹਰ ਕਲਾ ਉਹਦੇ ਕੋਲ ਹੈ, ਹਰ ਕਰਮ ਕਰਨ ਦੀ ਸਮਰੱਥਾ ਵਾਲਾ ਉਹ ਹੈ, ਇਸ ਲਈ ਉਹਦੀ ਵਡਿਆਈ ਜਿਹੜੀ ਹੈਗੀ ਬਹੁਤ ਵੱਡੀ ਹੈ। ਜਿਸ ਦੀ ਵਡਿਆਈ ਬਹੁਤ ਵੱਡੀ ਹੈ, ਉਸਨੂੰ ਫਿਰ ਸਾਨੂੰ ਸਦਾ ਜਪਣਾ ਕਰਨਾ ਚਾਹੀਦਾ ਹੈ, ਜਿਹੜਾ ਸਾਨੂੰ ਮਾਤ ਗਰਭ ਦੇ ਵਿੱਚ ਵੀ ਸਾਡੀ ਪ੍ਰਤਪਾਲਣਾ ਕਰਦਾ ਹੈ, ਸਾਸ ਗਰਾਸ ਵੀ ਸਾਡੇ ਨਾਲ ਸਦਾ ਜੁੜਿਆ ਹੋਇਆ ਹੈ। ਭਾਵ ਅਸੀਂ ਸਾਸ ਗਰਾਸ ਵੀ ਉਹਦੀ ਮਿਹਰਾਮਤ ਦੇ ਪਾਤਰ ਬਣ ਕੇ ਹੀ ਅਸੀਂ ਇਸ ਸੰਸਾਰ ਦੇ ਵਿੱਚ ਜਿਉਂਦੇ ਹਾਂ। ਜੀ ਧੰਨਵਾਦ ਵੀਰ ਜੀ, ਬਿਲਕੁਲ ਸ਼ਾਰਟ ਵਿੱਚ ਆਪ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ। ਧੰਨਵਾਦ ਆਪ ਜੀ ਦਾ। ਜੀ ਅਰਵਿੰਦਰ ਵੀਰ ਜੀ। ਇੱਥੇ ਵੀ ਅਸੀਂ ਥੋੜਾ ਦੇਖੀਏ ਨਾ, ਗੁਰੂ ਸਾਹਿਬ ਕਿਉਂ ਇਹ ਪ੍ਰਤਪਾਲਨਾ ਤੇ ਸਾਡੀ ਰੱਬ ਹਰ ਸਮੇਂ ਕਰਦਾ ਪਿਆ। ਗੁਰੂ ਸਾਹਿਬ ਲੇਕਿਨ ਬਾਣੀ ਵਿੱਚ ਖਾਸ ਤੌਰ ਦੇ ਉੱਤੇ ਨਾ ਇੱਕ ਵਾਰ ਨਹੀਂ ਕਈ ਵਾਰ ਇਹ ਮਾਦ ਗਰਭ ਦੀ ਗੱਲ ਕਰਦੇ ਨੇ। ਪ੍ਰਤਪਾਲਨਾ ਤੇ ਰੱਬ ਹਰ ਸੈਕਿੰਡ ਕਰਦਾ ਪਿਆ, ਲੇਕਿਨ ਜਿਹੜੇ ਮਾਦ ਗਰਭ ਦੇ ਜਿਹੜੇ ਹਾਲਾਤ ਨੇ ਨਾ, ਉਹ ਇਤਨੇ ਐਡਵਰਸ ਨੇ ਵੀ ਬੱਚਾ ਉਹਦੇ ਅੰਦਰ ਪੁੱਠਾ ਟੰਗਿਆ ਹੋਇਆ, ਉਹ ਜਿਹੜਾ ਉਹਦੇ ਅੰਦਰ ਵੀ ਉਹ ਉੱਥੇ ਨਾਲ ਰੋਟੀ ਪਚਦੀ ਪਈ ਹੈ, 9 ਮਹੀਨੇ ਉੱਤੇ ਉਹ ਪਾਣੀ ਵਿੱਚ ਪਿਆ ਹੋਇਆ ਹੈ। ਵੀ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਰੱਬ ਤੇਰੀ ਕੈਸੀ, ਅਦਰਵਾਈਜ਼ ਤੇ ਪ੍ਰਤਪਾਲਨਾ ਤੇ ਹਰ ਪਲ ਰੱਬ ਹੀ ਕਰਦਾ ਪਿਆ ਸਾਡਾ ਉਹਦੇ ਜਦੋਂ ਸਾਰਾ। ਲੇਕਿਨ ਜਿਹੜੇ ਮਾਤਾ ਦੇ ਗਰਭ ਜਿਹੜੀ ਹੈ ਨਾ, ਉਹਦੇ ਵਿੱਚ ਕੰਡੀਸ਼ਨਸ ਆਫ ਸਰਵਾਈਵਲ ਇਤਨੇ ਐਡਵਰਸ ਹੁੰਦੇ ਨੇ। ਉਸ ਦੇ ਬਾਵਜੂਦ ਗੁਰੂ ਸਾਹਿਬ ਜਦੋਂ ਉਹਦਾ ਐਗਜ਼ਾਮਪਲ ਦਿੰਦੇ ਨਾ ਸਾਨੂੰ, ਉਹ ਕਹਿੰਦੇ ਨੇ ਇਤਨੇ ਐਡਵਰਸ ਕੰਡੀਸ਼ਨਸ ਦੇ ਅੰਦਰ ਵੀ ਤੈਨੂੰ ਰੱਬ ਨੇ ਬਚਾਇਆ, ਤੈਨੂੰ ਕੁਝ ਹੋਣ ਨਹੀਂ ਦਿੱਤਾ। ਭਰੋਸਾ ਲੈ ਕੇ ਆਉਣਾ ਚਾਹੁੰਦੇ ਨਾ ਸਾਡਾ ਵੀ ਉੱਥੇ ਜਿਹੜਾ ਅਸੀਂ ਪਰਸੋਂ ਵੀ ਕੋਈ ਸ਼ਬਦ ਜਿਹੜਾ ਨਾਲ ਉਹ ਕੋਟ ਕੀਤਾ ਸੀ, ਬਈ ਇੰਧਨ ਤੇ ਬਸੰਤਰ ਭਾਗੇ। ਕਦੀ ਦੇਖਿਆ ਇੰਧਨ ਕਹਿੰਦੇ ਨੇ ਫਿਊਲ ਨੂੰ, ਬਸੰਤਰ ਕਹਿੰਦੇ ਨੇ ਅੱਗ ਨੂੰ। ਕਦੀ ਦੇਖਿਆ ਕਿ ਅੱਗ ਫਿਊਲ ਤੋਂ ਨਸਦੀ ਹੋਵੇ, ਉਹ ਤੇ ਕਹਿੰਦੀ ਹੋਰ ਲਿਆ, ਅੱਗ ਤੇ ਕਹੇਗੀ ਹੋਰ ਫਿਊਲ ਲੈ ਕੇ ਆਓ, ਹੋਰ ਫਿਊਲ ਲੈ ਕੇ ਆਓ, ਮੈਂ ਹੋਰ ਮੱਚਾਂ। ਲੇਕਿਨ ਕਦੀ ਐਸਾ ਦੇਖਿਆ ਕਿ ਇੰਦਰ ਤੇ ਬਸੰਤਰ ਭਾਗੇ, ਉਸ ਤੋਂ ਡਰ ਕੇ ਦੂਰ ਨਸਦੀ ਹੋਵੇ, ਨਹੀਂ ਨਹੀਂ ਮੈਂ ਤੇਰੇ ਕੋਲ ਨਹੀਂ ਆਣਾ ਚਾਹੁੰਦੀ। ਰੱਬ ਨੇ ਸਿਸਟਮ ਇੰਦਰ ਤੇ ਬਸੰਤਰ ਭਾਗੇ, ਮਾਟੀ ਕੋ ਜਲ ਦੇ ਦਿਸ ਆਗੇ। ਉਹ ਕਦੀ ਮਿੱਟੀ ਉਹ ਪਾਣੀ ਨੇ ਕਦੀ ਕਿਹਾ ਮੈਂ ਜਿਹੜਾ ਮਿੱਟੀ ਦਾ ਡੱਲਾ ਮੇਰੇ ਚ ਪਿਆ ਮੈਂ ਉਹਨੂੰ ਗਾਲ ਨਹੀਂ ਦੇਵਾਂਗੀ। ਲੇਕਿਨ ਰੱਬ ਕਰਦਾ ਹੈ। ਰੱਬ ਦੀ ਗੁਰੂ ਸਾਡੇ ਮਨਾਂ ਵਿੱਚ ਕੈਸੀ ਸਮਰੱਥਾ, ਜੇ ਇਹ ਜਦੋਂ ਅਸੀਂ ਕਈ ਵਾਰ ਨਾ ਜਿਹੜੇ ਦੁਨਿਆਵੀ ਹਾਲਾਤ ਬਣਦੇ ਨੇ, ਅਸੀਂ ਉਹਨਾਂ ਦੇ ਵਸ ਆ ਕੇ ਰੱਬ ਸਾਡਾ ਭਰੋਸਾ ਜਿਹੜਾ ਨਾ ਉੱਡ ਜਾਂਦਾ ਹੈ। ਅਸੀਂ ਕਹਿੰਦੇ ਨਹੀਂ ਹਾਲਾਤ ਇਤਨੇ ਮਾੜੇ ਹੋ ਚੁੱਕੇ ਨੇ ਕਿ ਹੁਣ ਰੱਬ ਵੀ ਕੁਛ ਨਹੀਂ ਸੰਭਾਲ ਸਕਦਾ ਸਾਡਾ। ਤੇ ਗੁਰੂ ਸਾਹਿਬ ਤਾਂ ਕਰਕੇ ਨਾ ਮੇਰੇ ਖਿਆਲ ਨਾਲ ਇਹ ਮਾਤਾ ਦੀ ਗਰਭ ਜਿਹੜਾ ਹੈ ਨਾ ਵੀ ਉਹ ਉਹਦੇ ਵਿੱਚ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ ਏਵੜ ਦਾਤਾ ਜੇ ਅਗਨ ਮੇ ਆਹਾਰ ਪਹੁੰਚਾਵੇ। ਤੇਰਾ ਵਾਸਾ ਕਿਸ ਥਾਂ ਦੇ ਉੱਤੇ ਵੇ, ਉਸ ਥਾਂ ਦੇ ਉੱਤੇ ਵੇ। ਤੂੰ ਮਾਤਾ ਦੀ ਗਰਭ ਉਸ ਥਾਂ ਦੇ ਉੱਤੇ ਟਿਕਿਆ ਹੈ ਜਿੱਥੇ ਭੋਜਨ ਜਿਹੜਾ ਹੈ ਨਾ ਉਹ ਪਚਦਾ ਪਿਆ। ਕੈਨ ਯੂ ਇਮੇਜਿਨ ਜੋ ਅਸੀਂ ਖਾਂਦੇ ਆ ਉਹ ਕੀ ਬਣ ਕੇ ਨਿਕਲਦਾ ਹੈ ਬਾਹਰ, ਅੰਦਰ ਕਿਤਨੀ ਤਪਸ਼ ਚਲਦੀ ਹੋਣੀ ਉਸ ਪਾਸੇ, ਉੱਥੋਂ ਮਲ ਮੂਤਰ ਵੀ ਪਾਸ ਹੋ ਰਿਹਾ ਹੈ। ਤੂੰ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਉਹ ਮਾਤਾ ਦੀ ਗਰਭ ਦਾ ਐਗਜ਼ਾਮਪਲ ਮੇਰੇ ਖਿਆਲ ਨਾਲ ਇਸ ਪ੍ਰਥਾ ਹੀ ਆਉਂਦਾ ਪਿਆ ਕਿ ਦੇਖ ਕਿਤਨੇ ਐਡਵਰਸ ਕੰਡੀਸ਼ਨ ਸਨ। ਉਹ ਕਹਿੰਦਾ ਉੱਪਰ ਚਰਨ ਤਲੇ ਆਕਾਸ਼, ਵੀ ਤੇਰਾ ਜਿਹੜਾ ਸਿਰ ਹੈ ਬੰਦਾ ਪੁੱਠਾ ਹੀ ਟੰਗਿਆ, 9 ਮਹੀਨੇ ਬੱਚਾ ਪੁੱਠਾ ਟੰਗਿਆ ਹੋਇਆ, ਉੱਪਰ ਚਰਨ ਤਲੇ ਆਕਾਸ਼, ਘਟ ਮੈਂ ਸਿੰਧ ਕੀਓ ਪ੍ਰਕਾਸ਼। ਇੱਕ ਛੋਟੇ ਜਿਹੇ ਹਿਰਦੇ ਵਿੱਚ ਮਾਲਕ ਨੇ ਮੰਨੋ ਜਿਵੇਂ ਆ ਪ੍ਰਕਾਸ਼ਮਾਨ ਹੋ ਕੇ ਸਮੁੰਦਰ, ਇੱਕ ਘੜੇ ਵਿੱਚ ਸਮੁੰਦਰ ਨੂੰ ਬੰਦ ਕਰ ਦੇਣਾ। ਉਸ ਮਾਲਕ ਦੀ ਸਮਰੱਥਾ ਗੁਰੂ ਸਾਨੂੰ ਅਸੀਂ ਕਹਿੰਦੇ ਗੁਰੂ ਸਾਹਿਬ ਇੱਕ ਟੌਪਿਕ ਨੂੰ ਚੁੱਕਦੇ ਨੇ, ਸਾਨੂੰ ਚਾਹੁੰਦੇ ਨੇ ਕਿ ਸਾਡੀ ਉਸੇ ਫੁੱਲ ਗੁਰੂ ਦਾ ਤੇ ਅਸੀਂ ਬਾਣੀ ਪੜ੍ਹਨੀ ਸੁਣਨੀ ਵਿਚਾਰਨੀ ਕਿਉਂ ਹੈ, ਇਹ ਸ਼ਬਦ ਸਾਡੇ ਵਾਸਤੇ ਕੀਮਤੀ ਕਿਉਂ ਨੇ। ਗੁਰਬਾਣੀ ਹਰ ਨਾਮ ਸਮਾਇਆ, ਗੁਰਬਾਣੀ ਵਿੱਚੋਂ ਹੀ ਤੇ ਪਰਮਾਤਮਾ ਦੀ ਵਡਿਆਈ, ਉਹਦੀਆਂ ਸਿਫਤਾਂ, ਉਹਦੇ ਗੁਣ ਸਾਨੂੰ ਮਿਲਣੇ ਹੀ ਤੇ ਬਾਣੀ ਚੋਂ ਨੇ। ਇਹ ਫੇਥ ਜੋ ਸਾਡੇ ਮਨਾਂ ਵਿੱਚ ਅਸੀਂ ਟਿੱਕੇ ਹੋਏ ਆ ਕਿ
ਮੈਨੂੰ ਪਤਾ ਮੈਂ ਕਰ ਦਵਾਂਗਾ, ਮੈਂ ਕਰਨਾ ਵਾ ਤੇ ਮੈਨੂੰ ਮਿਲਦਾ ਹੈ, ਮੈਂ ਮਿਹਨਤ ਕਰਨਾ ਵਾ। ਉਹ ਗੁਰੂ ਸਾਹਿਬ ਬੜਾ ਸਪਸ਼ਟ ਕਹਿੰਦੇ ਨੇ ਵੀ ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਘਾਲੇ ਥੱਕ ਪਾਏ। ਕਈ ਕਰੋੜ ਐਸੇ ਨੋਟ, ਇਹ ਕੋਈ ਇਹਨੂੰ ਐਗਜ਼ਾਮਪਲ ਨੂੰ ਬਾਹਰ ਦੇਖਣ ਦੀ ਲੋੜ ਨਹੀਂ, ਸਾਨੂੰ ਦੁਨਿਆਵੀ ਤੌਰ ਤੇ ਮਿਲ ਜਾਣਗੇ। ਕਈ ਨੇ ਜਿਨ੍ਹਾਂ ਵਿੱਚ ਸਮਰੱਥਾ ਵੀ ਬਹੁਤ ਹੁੰਦੀ ਹੈ, ਬੁੱਧੀ ਵੀ ਚੰਗੀ ਹੈ, ਲੇਕਿਨ ਉਹ ਸਾਰੀ ਉਮਰ ਘਾਲ ਕਾਲ ਕੇ ਵਿਚਾਰੇ ਆਪਣੇ ਥੋੜਾ ਵੀ ਉਹ ਗੁਜ਼ਾਰਾ ਜਿਹੜਾ ਨਾ ਬੜੇ ਮੁਸ਼ਕਿਲ ਨਾਲ ਕਰਦੇ ਨੇ। ਔਰ ਕਈ ਐਸੇ ਹੁੰਦੇ ਨੇ ਜਦੋਂ ਆਈ ਰਿਮੈਂਬਰ ਸਾਡੇ ਕਲਾਸ ਵਿੱਚ ਇੱਕ ਮੁੰਡਾ ਹੁੰਦਾ ਸੀ, ਉਹ ਮੁੰਡੇ ਦਾ ਨੱਕ ਵਗਦਾ ਹੁੰਦਾ ਸੀ, ਉਹਦਾ ਨਾਮ ਅਸੀਂ ਉਹਨੂੰ ਕਹਿੰਦੇ ਛੇਮੜਿਆ। ਲੇਕਿਨ ਉਹ 10 ਸਾਲਾਂ ਬਾਅਦ ਦੇਖੋ ਉਹ ਬੰਦਾ ਕਿੱਥੇ ਉਹ ਅਪੜਿਆ ਹੋਇਆ। ਵੀ ਮਾਲਕ ਜਿਹਨੂੰ ਉਹ ਮਾਲਕ ਰੱਖਣਾ ਚਾਹੇ ਨਾ, ਇਹ ਗੁਰੂ ਸਾਨੂੰ ਐਡਵਰਸ ਕੰਡੀਸ਼ਨਸ ਦਾ ਐਗਜ਼ਾਮਪਲ ਦੇ ਕੇ ਮਾਤਾ ਦੀ ਗਰਭ ਦਾ ਐਗਜ਼ਾਮਪਲ ਦਿੰਦੇ ਪਏ ਨਾ। ਮਾਤਾ ਕੇ ਗਰਭ ਵਿੱਚ ਪ੍ਰਤੀਕਾਲ ਕਹਿੰਦੇ ਗਰਭ ਕੁੰਡ ਨਰਕ ਤੇ ਰਾਖਿਆ। ਇੱਥੇ ਨਰਕ ਜਿਹੜੀ ਗੱਲ ਕਰਦੇ ਪਏ ਨੇ, ਪਵਨ ਨਰਕ ਵਰਗੀ ਹਾਲਤ ਜਿੱਤੇ ਨਰਕ ਸੇ ਮਨ ਮੁਕਤ ਹੋ ਗਿਆ, ਤੇ ਕੋਈ ਫਿਜ਼ੀਕਲ ਨਰਕ ਦੀ ਗੱਲ ਨਹੀਂ ਚੱਲਦੀ, ਜਿਹਦੇ ਵੱਖ-ਵੱਖ ਕੰਸੈਪਟ ਹੈ। ਬਈ ਤੇਰੇ ਅੰਦਰ ਉਹ ਗਰਭ ਕੁੰਡ ਨਰਕ, ਅੰਦਰ ਅੰਧੇਰਾ, ਤੂੰ ਉਹਦੇ ਅੰਦਰ 9 ਮਹੀਨੇ ਪੁੱਠਾ ਟੰਗਿਆ ਪਾਣੀ ਵਿੱਚ ਪਿਆ ਹੋਇਆ, ਤੇਰੇ ਪੈਰ ਉੱਤੇ ਤੇਰਾ ਸਿਰ ਹੇਠਾਂ, ਉੱਥੇ ਉਹ ਅਗਨ ਮੇ ਹਾਰ ਪਹੁੰਚਾਵੇ, ਉੱਥੇ ਮਾਨੋ ਇਤਨਾ ਸੇਕ ਹੋਵੇ। ਐਸੀਆਂ ਹਾਲਾਤਾਂ ਵਿੱਚ ਵੀ ਪਰਮਾਤਮਾ ਨੇ ਤੈਨੂੰ ਰੱਖਿਆ ਹੈ। ਇਹ ਗੁਰੂ ਸਾਹਿਬ ਸਾਨੂੰ ਭਰੋਸਾ ਦੇ ਕਹਿੰਦੇ ਨੇ ਵੀ ਮਾਤ ਗਰਭ ਮੈਂ ਜਿਨ ਪ੍ਰਿਤ ਪਾ ਲਿਆ, ਕਿਉਂਕਿ ਇਤਨੇ ਐਡਵਰਸ ਕੰਡੀਸ਼ਨ ਦੇ ਬਾਵਜੂਦ ਵੀ ਉਹਨੇ ਤੈਨੂੰ ਸੇਕ ਨਹੀਂ ਆਉਣ ਦਿੱਤਾ, ਉਹਨੇ ਤੇਰੀ ਪ੍ਰਤਿਪਾਲਨਾ ਕੀਤੀ, ਸਾਸ ਗਰਾਸ ਹੋਏ ਸੰਗ ਸੰਭਾਲਿਆ। ਹਰ ਸਵਾਸ ਦੇ ਨਾਲ ਤੇਰੀ ਪ੍ਰਤਿਪਾਲਨਾ ਕਰਦਾ। ਸਾਸ ਗਿਰਾਸ ਉਹ ਦਾਤੋ ਠਾਕੁਰ ਸੋ ਕਿਉਂ ਮਨੋਂ ਵਿਸਾਰੀਏ। ਉਹ ਤੇ ਮਾਲਕ ਹਰ ਇੱਕ ਸਵਾਸ ਦੇ ਨਾਲ, ਉਹ ਹਰ ਇੱਕ ਸਾਹ ਦੇਣ ਵਾਲੇ ਕੋ ਕਹਿੰਦੇ ਹਮ ਆਦਮੀ ਹਾਂ ਇੱਕਦਮ। ਸਾਡੀ ਪਾਇਆ ਕਿ ਨਹੀਂ ਸਤਿਗੁਰੂ ਜੀ ਕਹਿੰਦੇ ਵੀ ਉਹ ਕਹਿੰਦੇ ਵੀ ਹਰ ਜਪਦੇ ਆ ਖਿੰਨ ਢਿਲਣਾ, ਰੱਬ ਦੀਆਂ ਸਿਫਤ ਸਲਾਹਾਂ ਕਰਦੇ ਆ। ਉਹ ਥੋੜਾ ਵੀ ਬੰਦੇ ਨੇ ਕੱਲ ਕਰਾਂਗਾ ਉਹ ਕੰਮ ਨਹੀਂ ਕਰਨਾ ਚਾਹੀਦਾ। ਕਹਿੰਦੇ ਬਿਲਮ ਪਾਪਨ ਨੇ ਬਿਲਮ ਧਰਮਨ, ਚੰਗੇ ਕੰਮ ਕਰਨੇ ਹੁਣ ਕਰ, ਮਾੜਾ ਕੰਮ ਨਾ ਕੱਲ ਤੇ ਪੋਸਟਪੋਨ ਕਰ ਦੇ, ਦੇਖਾਂਗਾ ਕੱਲ ਉਸ ਪਾਸੇ ਹੋਇਆ ਤੇ ਮਨ ਕਰ ਲਵਾਂਗਾ। ਕਹਿੰਦੇ ਹਰ ਜਪਦੇ ਆ ਖਿੰਨ ਢਿਲ ਨਾ ਕੀ ਜਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। किसी साल का कोई भरोसा है, न बारक न जोब ने न बिरदी किच बंद, वो बेला न बूझिए जो आए पर है जम फंद। तू कदों चले जाना ना तेरा मिलिया मौका बीड़ो, एक रैन के पाहुन हमें आए, वो जैसे रैन पर आना उठ चल से प्रभात। तेरा ओ अवसर कदों खत्म हो जाएगा ना, गुरु ने भी फिर अवसर चरे ना हाथा, भी वो शिगर कारज ले वो सवार। ਤੂੰ ਆਪਣੀ ਜ਼ਿੰਦਗੀ ਦਾ ਜਿਸ ਕਾਜ ਵਾਸਤੇ ਤੈਨੂੰ ਮਾਲਕ ਨੇ ਭੇਜਿਆ ਨਾ, ਉਹ ਫਟਾਫਟ ਉਹਨੂੰ ਸਵਾਰ ਲੈ। ਤੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਉਹ ਮਾਲਕ ਵੈਸੇ ਕੈਸਾ ਹੈ, ਉਹ ਹਰ ਸਵਾਸ ਦੇ ਨਾਲ ਤੇਰੀ ਪ੍ਰਤਿਪਾਲਨਾ ਕਰਦਾ। ਹਰ ਇੱਕ ਗ੍ਰਾਸ ਇੱਕ ਗ੍ਰਾਈ ਜੋ ਅਸੀਂ ਖਾਂਦੇ ਹਾਂ, ਉਹ ਹਰ ਇੱਕ ਦੇ ਨਾਲ ਉਹ ਤੇਰੇ ਨਾਲ ਹੋ ਕੇ ਵੀ ਉਹ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਉਹ ਤੇਰੀ ਹਰ ਚੀਜ਼ ਜਿਹੜੀ ਹੈ ਨਾ, ਉਹ ਕਿਉਂਕਿ ਰੱਬ ਤੇਰੇ ਵਿੱਚ ਬੈਠਿਆ ਹੋਇਆ, ਤੈਨੂੰ ਉਹ ਤੇਰੀ ਸੰਭਾਲਣਾ ਵੀ ਕਰਦਾ ਪਿਆ, ਅੱਛਾ ਤੇਰੇ ਲੇਖਾ ਵੀ ਲੈਂਦਾ ਪਿਆ। ਜੈਸੀ ਕਲਮ ਉੜੀ ਹੈ ਮਸਤਕ, ਉਹ ਡਾਇਨਾਮਿਕ ਅਕਾਊਂਟ ਵੀ ਤੇਰਾ ਰੱਖਦਾ ਪਿਆ, ਉਹ ਤੇਰੀ ਪ੍ਰਤਿਪਾਲਨਾ ਵੀ ਕਰਦਾ ਪਿਆ, ਤੇਰੇ ਕਿਤੇ ਹੋਏ ਹਰ ਕੰਮ ਦੀ ਉਹ ਦੇਖਭਾਲ ਵੀ ਕਰਦਾ ਹੈ। ਉਹ ਤੇਰਾ ਲੇਖਾ ਵੀ ਉਹ ਮਾਲਕ ਜਿਹੜਾ ਸੰਭਾਲੀ ਜਾਂਦਾ ਪਿਆ, ਉਹ ਹਰ ਚੀਜ਼ ਦਾ, ਕਿਉਂਕਿ ਉਹ ਹੈ ਹੀ ਤੇਰੇ ਅੰਦਰ। ਉਸ ਮਾਲਕ ਦੀ ਵਡਿਆਈ ਵੱਡੀ ਹੈ ਹੀ ਤਾਂ, ਕਿਉਂਕਿ ਐਸੀ ਕੋਈ ਹਸਤੀ ਜੋ ਹਰ ਇੱਕ ਵਿੱਚ, ਹਰ ਥਾਂ ਦੇ ਉੱਤੇ, ਹਰ ਸਮੇਂ ਦੇ ਉੱਤੇ ਕੁਝ ਘੱਟ ਵੱਧ ਨਹੀਂ ਹੁੰਦੀ ਕਿਤੇ ਵੀ। ਬੰਦਾ ਕਹੇ ਕਿ ਕਿਸੇ ਥਾਂ ਦੇ ਉੱਤੇ ਰੱਬ ਘੱਟ ਹੈ, ਕਿਸੇ ਥਾਂ ਦੇ ਉੱਤੇ ਰੱਬ ਵੱਧ, ਇਹ ਗੁਰੂ ਦਾ ਸਿਧਾਂਤ ਨਹੀਂ ਹੈ। ਕੋਈ ਮੰਨਣਾ ਚਾਹੁੰਦਾ ਆਪਣੀ ਮਰਜ਼ੀ ਹੈ ਉਹਦੀ, ਲੇਕਿਨ ਉਹ ਕਹਿੰਦਾ ਕੀਟ ਹਸਤ ਮੈਂ ਪੂਰ ਸਮਾਨ। ਜਿੰਨਾ ਰੱਬ ਕੀੜੀ ਵਿੱਚ ਬੈਠਿਆ ਹੈ, ਉਹਨਾਂ ਕੋ ਰੱਬ ਹਾਥੀ ਵਿੱਚ ਵੀ ਬੈਠਿਆ ਹੋਇਆ। ਉਹ ਕਿਤੇ ਉਹ ਘੱਟ ਵੱਧ ਕਿਤੇ ਵੀ ਨਹੀਂ। ਉਹ ਮਾਲਕ ਨੇ ਵੀ ਸਾਸ ਗਿਰਾਸ ਹੋਏ ਸੰਗ, ਉਹ ਤੇਰੇ ਨਾਲ। ਉਹ ਕਿਤੇ ਦੂਰੋਂ ਆ ਕੇ ਇਹ ਕਹਿੰਦਾ ਵੀ ਉਹ ਕਦੀ ਆਏਗਾ ਵੀ ਦੂਰੋਂ ਆ ਕੇ ਕਹਿੰਦਾ ਵੀ ਉਹ ਮੇਰਾ ਕੋਈ ਕੰਮ ਸਵਾਰੇਗਾ, ਉਹ ਐਸਾ ਕੋਈ ਨਹੀਂ। ਉਹ ਤੇਰੇ ਨਾਲ ਹੈ, ਉਹ ਹਮੇਸ਼ਾ ਉਹ ਹੱਥ ਪੈ ਨੇਰੇ ਵਾਲਾ ਕੰਮ ਹੈ। ਉਹ ਤੇਰੇ ਨਾਲ ਹੋ ਕੇ ਤੇਰੀ ਹਰ ਇੱਕ ਤੈਨੂੰ ਸੰਭਾਲਦਾ ਹੈ। ਕਹਿੰਦਾ ਐਸੇ ਮਾਲਕ ਦਾ ਨਾਮ ਜਪਿਆ ਕਰ, ਤੂੰ ਆਪਣਾ ਨਾਮ ਜਪੋਈ ਜਾਣਾ। ਤੂੰ ਹਰ ਥਾਂ ਦੇ ਉੱਤੇ ਆਪਣੀਆਂ ਵਡਿਆਈਆਂ ਮੈਂ ਕਰਦਾ ਨਾ, ਸਾਰਾ ਤੂੰ ਆਪਣਾ ਜਿਹੜਾ ਕਰੀ ਜਾਣਾ ਪਿਆ ਨਾ,
ਉਹਦੀ ਥਾਂ ਦੇ ਉੱਤੇ ਮਾਲਕ ਦਾ ਨਾਮ ਜਪਿਆ। ਤੂੰ ਜਿਹੜਾ ਤੂੰ ਮੈਂ ਕਰਨਾ ਹੈ ਨਾ, ਉਹਦੀ ਥਾਂ ਤੇ ਤੂੰ ਕੀਤਾ ਕਰ। ਹੈ ਵੀ ਸਦਾ ਸਦਾ ਜਪੀਏ ਸੋ ਪ੍ਰੀਤਮ। ਪਹਿਲਾਂ ਉਹਦੀ ਉਸ ਮਾਲਕ ਦੀਆਂ ਵਡਿਆਈਆਂ, ਉਹਦੀਆਂ ਸਿਫਤਾਂ ਉਹ ਬਿਆਨ ਕਰਕੇ ਫਿਰ ਉਹ ਕਹਿ ਰਹੇ ਨੇ ਕਿ ਵੀ ਐਸੇ ਮਾਲਕ ਨੂੰ ਜਿਹੜਾ ਨਾ, ਕਿਉਂਕਿ ਤੇਰੇ ਜ਼ਿੰਦਗੀ ਦੇ ਜਿਹੜੇ ਕਾਜ ਸਵਰਨੇ ਨੇ ਨਾ, ਵੀ ਉਹ ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਇਹ ਉਸ ਮਾਲਕ ਦੇ ਰਾਹੀਂ ਹੀ ਸਵਰਨੇ। ਤੇ ਉਹ ਅਦਰਵਾਈਜ਼ ਤੂੰ ਘੜੀ ਮੌਤ ਦਾ ਪਾਉਣਾ ਆਇਆ ਸੀ ਕਾਜ ਸਵਾਰਨ ਵਾਸਤੇ, ਲੇਕਿਨ ਤੇਰੀ ਪਾਇਆ ਕੋਈ ਹੈ नहीं। तेरा कहना क्या प्रवासा इस भांडे का, इतना कलागा ठनका, कोई भरोसा है भी कुछ की हादसे हो जाते हैं। अच्छा भला चलता बंदा, कोई पता नहीं की हो गया जी, वो डिग गया तो मर गया, उन्होंने ए हो गया तो मर गया। साडी जीवन का कोई भरोसा नहीं है। कहना कीता की कर, तू थां थां दे उत्ते अपनियां वडियाइयां, अपनी चौधर, अपनी चाहना है कि भाई लोग मैनू चंगा कहन, मैं करना पिया, मैं कर दवांगा भी। हम तो सर ऐसे बहुत सारे शब्द ने भी वो आंदा भी हों बंदों हो साधों बैर, हमरी कौन काले पैर, मैं तो उन्हें बंद के रख दवांगा। गुरु कहता नहीं, तू अपनियां वडियाइयां, अपनियां सिफतां, ये कहते होमे नामे नाल विरोध है। होमे की है, होमे मैं करना। मैंने पता है पापा कितना काम करते हैं तुहाडे वास्ते, दिन भर मम्मा कुत्ती रहंदी तुहाडे वास्ते, मम्मा ਦਾ ਤੇ ਆਪਣਾ ਸਾਰਾ ਇਹ ਕਰ ਦਿੱਤਾ। ਅਸੀਂ ਕਿਤੇ ਬੱਚਿਆਂ ਦੇ ਮਨ ਵਿੱਚ ਵੀ ਸਾਡਾ ਭਰੋਸਾ ਫਿੱਟ ਕਰਨਾ ਚਾਹੁੰਦੇ ਪਏ। ਜਦੋਂ ਅਸੀਂ ਮਾਪਿਓ ਕਿਤਨਾ ਕੰਮ ਕਰਦੇ ਪਏ ਨੇ, ਮਾਂ ਕਿਤਨਾ ਕੰਮ ਕਰਦੀ, ਅਸੀਂ ਸਾਨੂੰ ਕਰਨਾ ਇਹ ਚਾਹੀਦਾ ਸੀ ਕਿ ਬੱਚੇ ਨੂੰ ਕਹੀਏ ਬਾਬਾ ਰੋਟੀ ਖਾਣਾ ਪੈਣਾ, ਉਸ ਮਾਲਕ ਦਾ ਸ਼ੁਕਰਾਨਾ ਜੈ ਪ੍ਰਸਾਦ ਛੱਤੀ ਅਮਰਤਾਂ। ਅਸੀਂ ਆਪ ਵੀ ਕਹਿੰਦੇ, ਸਾਡੇ ਬੱਚੇ ਨੂੰ ਵੀ ਕਹਿੰਦੇ। ਅਸੀਂ ਉਸ ਬੱਚੇ ਦੇ ਮਨ ਵਿੱਚ ਸ਼ੁਰੂ ਤੋਂ ਰੱਬ ਦਾ, ਤੈਨੂੰ ਕੋਈ ਚੀਜ਼ ਮਿਲੀ ਨਾ, ਕਿਹਨੇ ਦਿੱਤੀ? ਮਾਲਕ ਨੇ ਦਿੱਤੀ। ਇਹ ਉਸ ਮਾਲਕ ਦੀ ਕਿਰਪਾ ਸਦਕਾ ਤੈਨੂੰ ਚੰਗੇ ਨੰਬਰ ਆਏ ਨੇ। ਤੂੰ ਮਿਹਨਤ ਨਹੀਂ ਕੀਤੀ, ਤੂੰ ਮਿਹਨਤ ਕਰ ਜ਼ਰੂਰ, ਲੇਕਿਨ ਉਸ ਮਾਲਕ ਦਾ ਭਰੋਸਾ ਲੈ ਕੇ ਜ਼ਿੰਦਗੀ ਜੋ ਨਹੀਂ ਚਾਹੇਗਾ ਨਾ ਤੇ ਤੂੰ ਕੁਝ ਨਹੀਂ ਕਰ ਪਾਏਗਾ। ਵੀ ਸਦਾ ਸਦਾ ਜਪੀਏ ਸੋ ਪ੍ਰੀਤਮ, ਵੱਡੀ ਜਿਸ ਵਡਿਆਈ, ਸਦਾ ਸਦਾ ਦਿਨ ਵੀ ਗਾਉਂ ਰਹਿਣੀ ਗਾਉਂ ਸਾਸ ਸਾਸ ਰਸਨਾ ਦੀ। ਉਸ ਮਾਲਕ ਨੂੰ, ਕਿਉਂਕਿ ਧਰਮ ਹੈ ਹੀ ਹੈ ਧਰਮ। ਵੀ ਉਹ ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ, ਰੱਬ ਦੀਆਂ ਸਿਫਤਾਂ ਕਰਨੀਆਂ, ਆਪਣੀਆਂ ਵਡਿਆਈਆਂ ਨਾ ਕਰਵਾਉਣੀਆਂ। ਨਾਨਕ ਹਰ ਕੀਰਤਨ ਕਰ, ਕੀਰਤਨ ਦਾ ਮਤਲਬ ਇਹ ਨਹੀਂ ਕਿ ਵਾਜਾ ਤਬਲਾ ਲੈ ਕੇ ਬੈਠ ਜਾ। ਹਰ ਬੋਲ ਦੇ ਨਾਲ, ਤੇਰੇ ਹਰ ਬੋਲ ਦੇ ਨਾਲ ਤੇਰੇ ਮਨ ਨੂੰ ਵੀ ਰੱਬ ਦੀ ਪ੍ਰਤੀਤ ਹੋਰ ਦ੍ਰਿੜ ਹੋਵੇ, ਕਿਸੇ ਹੋਰ ਦੇ ਵੀ ਮਨ ਵਿੱਚ ਰੱਬ ਦੀ ਪ੍ਰਤੀਤ ਹੋਰ ਦ੍ਰਿੜ ਹੋਵੇ। ਹਰ ਬੋਲ ਦੇ ਨਾਲ ਗੁਰੂ ਨੇ ਉਹਦੇ ਵਾਸਤੇ ਭਾਵੇਂ ਇਤਿਹਾਸ ਵੀ ਯੂਜ਼ ਕੀਤਾ, ਗੁਰੂ ਨੇ ਉਹਦੇ ਵਾਸਤੇ ਹਾਈਪੋਥੈਟੀਕਲ ਸੋਲੂਸ਼ਨਸ ਵੀ, ਸਿਚੁਏਸ਼ਨਸ ਵੀ ਯੂਜ਼ ਕੀਤੀਆਂ। ਤੇਰੇ ਮਨ ਵਿੱਚ ਉਹ ਰੱਬ ਦਾ ਭਰੋਸਾ ਜਿਹੜਾ ਹੈ ਨਾ, ਉਹ ਹੋਰ ਪੱਕਾ ਹੁੰਦਾ ਜਾਏ। ਵੀ ਉਹ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਗੁਣ ਗਾਵਾਂ ਦਿਨ ਰਾਤ, ਇੱਥੇ ਕੰਮ ਲਾਏ, ਮੈਨੂੰ ਐਸੀ ਕੰਮ ਵਿੱਚ ਲਗਾ ਦੇ। ਵੀ ਤੂੰ ਮੈਂ ਕੀ ਕਰਾਂ, ਮੇਰਾ ਜੀਵਨ ਕੀ ਹੋਵੇ। ਅਸੀਂ ਕਹਿੰਦੇ ਗੁਰੂ 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 ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਤੇਰੀ ਜ਼ਿੰਦਗੀ ਗੁਰੂ ਗੁਰੂ ਕਰਦਿਆਂ ਹੀ ਮਤਲਬ ਤੂੰ ਸਹੀ ਮਾਇਨੇ ਵਿੱਚ ਗੁਰੂ ਦਾ ਸ਼ੁਕਰਗੁਜ਼ਾਰ ਹੋ। ਤੂੰ ਰੱਬ ਦਾ ਜਿਹੜਾ ਨਾ ਵੀ ਉਹ ਤੇਰੇ ਮਨ ਵਿੱਚੋਂ ਹਰ ਪਲ, ਤੇਰੇ ਮਨ ਵਿੱਚੋਂ ਰੱਬ ਦਾ ਸ਼ੁਕਰਗੁਜ਼ਾਰੀ ਜਿਹੜਾ ਨਾ ਉਹ ਨਿਕਲਦੀ ਹੋਵੇ। ਸਦਾ ਸਦਾ ਜਪੀ ਸੋ ਪ੍ਰੀਤਮ, ਵੱਡੀ ਜਿਸ ਵਡਿਆਈ, ਉਹ ਮਾਲਕ ਦੀਆਂ ਵਡਿਆਈਆਂ ਨਾ। ਵੀ ਕਹਿੰਦੇ ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਸਾਰਾ ਜਿਹੜਾ ਸ਼ਬਦ ਹੈ ਉਹ ਕਹਿੰਦੇ ਬਾਲੂ ਜੀ ਕੋਲ ਵੱਡੀ ਵਡਿਆਈ ਜਾਣੇ ਆ ਲਾਓ, ਵੱਡੀ ਵਡਿਆਈ ਬੂਝੇ ਸਭ ਪਾਓ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਉਹ ਬਿਨਾਂ ਪੁੱਛਿਆ ਤੈਨੂੰ ਦਾਤਾ ਦੇ ਜਾਂਦਾ। ਆਪੇ ਜਾਣੇ ਆਪੇ ਦੇ। ਹਾਂ ਕਹਿੰਦਾ ਇਹਨੂੰ ਕਹਿਣ ਵਾਲੇ ਘੱਟ ਵਿਰਲੇ ਬੰਦੇ ਨੇ ਕਿ ਉਹ ਮਾਲਕ ਨੂੰ, ਅਸੀਂ ਤਾਂ ਲਿਸਟਾਂ ਲੈ ਕੇ ਖਲੋਤੇ ਆ, ਕਹਿੰਦਾ ਨਹੀਂ ਆਪੇ ਜਾਣੇ ਆਪੇ ਦੇ ਆਖੇ ਸੇ ਪੇ। ਕਈ ਵਿਰਲੇ ਬੰਦੇ ਨੇ ਜੋ ਇਹ ਸਟੇਟ ਆਫ ਮਾਈਂਡ ਵਿੱਚ ਨੇ ਕਿ ਰੱਬ ਨੂੰ ਪਤਾ ਹੈ ਮੈਨੂੰ ਕੀ ਚਾਹੀਦਾ, ਉਹ ਆਪਣੇ ਆਪ ਪੁਰਾ ਦੇਗਾ। ਆਪੇ ਜਾਣੇ ਆਪੇ ਦੇ। ਅਸੀਂ ਤਾਂ ਲਿਸਟਾਂ ਲੈ ਕੇ ਬੈਠੇ ਹਾਂ, ਲੇਕਿਨ ਉਹ ਮਾਲਕ ਵੱਡੀ ਵਡਿਆਈ ਉਹ ਬਿਨਾਂ ਪੁੱਛੇ ਤੁਹਾਨੂੰ ਨਾ ਉਹ ਸਾਰਾ ਕੁਝ ਦੇ ਦਿੰਦਾ ਹੈ। ਉਹ ਮਾਲਕ ਦੀ ਵਡਿਆਈ ਬੜੀ ਵੱਡੀ ਹੈ। ਐਸੇ ਮਾਲਕ ਨੂੰ ਹਰ ਪਲ ਅਸੀਂ ਜਪਣਾ ਚਾਹੀਦਾ ਹੈ। ਪਾਓ ਉਹਦੀਆਂ ਵਡਿਆਈਆਂ, ਉਹਦੀਆਂ ਸਿਫਤਾਂ, ਉਹਦਾ ਗੁਣ ਗਾਇਨ, ਉਹਦੀ ਕੀਰਤੀ, ਉਹਦਾ ਜਸ। ਇਹ ਹੀ ਧਰਮ ਹੈ, ਹੋਰ ਕੋਈ। ਸਰਬ ਧਰਮ में श्रेष्ठ धर्म, हर को नाम जप निर्मल कर्म। अच्छे काम, निर्मल कर्म, अच्छे कर्म, गुण भरपूर कर्म। गुण भरपूर कर्म करਦਿਆਂ ਹੋਇਆਂ ਆਪਣੇ ਆਪ ਨੂੰ ਨਾ ਜਨਮਾਉਣਾ। स्पष्ट तौर पर कह देना भी ना हम किया ना करेंगे, ना कर सके शरीर, जो कुछ किया सो हर किया।
ਇਹ ਸਪਸ਼ਟ ਤੌਰ ਤੇ ਆਪਣੇ ਮਨ ਨੂੰ ਵੀ ਐਲਾਨ ਕਰਕੇ ਕਹਿ ਦੇ ਤੇ ਦੁਨਿਆਵੀ ਪੱਖੋਂ ਵੀ ਐਲਾਨ ਕਰਕੇ ਕਹਿ ਦੇ ਕਿ ਮੇਰੇ ਵਿੱਚ ਕੋਈ ਹਮ ਤੇ ਕਛੂ ਨਾ ਹੋਏ ਮੇਰੇ ਸਮਾਨ। ਇਹ ਉਸ ਮਾਲਕ ਦੀ ਉਹ ਵੱਡੀ ਦੀ ਵਡਿਆਈਆਂ ਬਹੁਤ ਨੇ। ਅਸੀਂ ਦਿਨ ਰਾਤ ਕੇਵਲ ਉਹ ਹਉਮੈ ਇਸ ਮੈਂ ਕਰਨਾ, ਨਾਮ ਜਪਣਾ ਇਸ ਤੂੰ ਕਰਨਾ। ਹਾਂਜੀ ਵੀਰ ਜੀ। ਧੰਨਵਾਦ ਵੀਰ ਜੀ। ਹਉਮੈ ਇਸ ਮੈਂ ਕਰਨਾ, ਨਾਮ ਜਪਣਾ ਇਸ ਤੂੰ ਕਰਨਾ। ਹਰ ਥਾਂ ਤੇ ਨਾਮ ਜਪਣਾ ਕਰੀਏ। ਬੜੇ ਸੋਹਣੇ ਤਰੀਕੇ ਨਾਲ ਰਿਲੇਟ ਕਰਕੇ ਆਪ ਜੀ ਨੇ ਸਮਝਾਣਾ ਕੀਤਾ। ਬਿਲਕੁਲ ਸ਼ੁਕਰ ਵਿੱਚ ਰਹਿਣਾ ਚਾਹੀਦਾ। ਜੈ ਪ੍ਰਸਾਦ 36 ਅੰਮ੍ਰਿਤ ਖਾਇਆ। ਆਪ ਜੀ ਨੇ ਬੜੇ ਸੋਹਣੇ ਸੋਹਣੇ ਉਦਾਹਰਨ ਗੁਰਬਾਣੀ ਦੇ ਰਾਹੀਂ ਦੇਣੇ ਕੀਤੇ ਹਨ। ਆਪ ਜੀ ਨੇ ਮਾਤ ਗਰਭ ਦਾ ਵੀ ਜ਼ਿਕਰ ਕੀਤਾ ਹੈ ਕਿ ਮਾਤ ਐਡਵਰਸ ਕੰਡੀਸ਼ਨਸ ਹਨ, ਉਸ ਦਾ ਜ਼ਿਕਰ ਆਪ ਜੀ ਨੇ ਕੀਤਾ ਹੈ। ਬੜੇ ਅੱਛੇ ਤਰੀਕੇ ਨਾਲ ਰਿਲੇਟ ਕੀਤਾ ਹੈ। ਤਾਂ ਤੇ ਗੁਰੂ ਸਾਹਿਬ ਵੀ ਨਾਲ ਹੀ ਸਮਝਾਣਾ ਕਰਦੇ ਹਨ ਨਾ, ਜੈਸੀ ਅਗਨ ਉਦਰ में तैसी बाहर माया। ਜਿਹੋ ਜੀ ਅਗਨ ਉਦਰ ਵਿੱਚ ਹੈਗੀ ਹੈ, ਬਾਹਰ ਮਾਇਆ ਵੀ ਉਸੇ ਤਰੀਕੇ ਦੀ ਹੈ। ਜਿਹੋ ਜੀ ਤਪਸ਼ ਸਾਨੂੰ ਮਾਤਾ ਦੇ ਗਰਭ ਵਿੱਚ ਮਹਿਸੂਸ ਹੁੰਦੀ ਹੈ, ਅਜੇ ਵੀ ਬਾਹਰ ਵੀ ਅਸੀਂ ਵਿਚਰ ਰਹੇ ਹਾਂ, ਪਰ ਉਹ ਜੀ ਤਪਸ਼ ਸਾਨੂੰ ਮਹਿਸੂਸ ਹੁੰਦੀ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਆ ਰਹੇ। ਉੱਥੇ ਤੂੰ ਤੇਰੇ ਸਿਮਰਨ ਵਿੱਚ ਸੀ ਤਾਂ ਤੂੰ ਰੱਖਿਆ ਕੀਤੀ। ਜੇਕਰ ਇੱਥੇ ਵੀ ਉਹਦੀ ਸਿਮਰਨ ਵਿੱਚ ਜੁੜ ਜਾਈਏ, ਨਾ ਕੇਵਲ ਜ਼ਬਾਨ ਕਰਕੇ ਉਸਦੇ ਡਿਸਪਲਿਨ ਵਿੱਚ ਆ ਜਾਈਏ, ਉਹਦੇ ਹੁਕਮ ਵਿੱਚ ਆ ਜਾਈਏ, ਤੇ ਇੱਥੇ ਵੀ ਉਹ ਰੱਖਿਆ ਕਰਦਾ ਹੈ। ਇਹ ਗੱਲ ਬਸ ਸਾਨੂੰ ਸਮਝਣ ਦੀ ਲੋੜ ਹੈ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ, ਪਹਿਲੇ ਤੁਸੀਂ ਇੱਕ ਲਿਟਰਲ ਮੀਨਿੰਗ ਲੈ ਲਈਏ ਮਤ ਗਰਭ ਦਾ। ਮਾਤਾ ਦੇ ਗਰਭ ਵਿੱਚ ਕੀ ਹੁੰਦਾ ਹੈ, ਉਹ ਪ੍ਰਤਪਾਲਨ ਕਿੰਜ ਕਰਦਾ ਹੈ, ਹਾਊ ਡਜ਼ ਹੀ ਲੁੱਕ ਆਫਟਰ ਦ ਚਾਈਲਡ। ਮਾਤਾ ਦੇ ਗਰਭ ਦੇ ਅੰਦਰ ਅਗਨੀ ਬਹੁਤ ਜ਼ਿਆਦਾ ਹੁੰਦੀ ਹੈ, ਇਜ਼ ਅਬਵ 380 ਡਿਗਰੀਜ਼। ਪਾਣੀ ਪੂਰੀ ਤਰ੍ਹਾਂ ਬੱਚਾ ਉਸ ਵਿੱਚ ਡੁੱਬ ਜਾਂਦਾ ਹੈ। ਇਹ ਉਸਦਾ ਇੱਕ ਲਾਅ ਹੈ, ਇਹ ਉਸਦਾ ਇੱਕ ਸਿਸਟਮ ਹੈ ਕਿ ਪਾਣੀ ਔਰ ਅਗਨੀ ਉਹਦੇ ਸਰੀਰ ਨੂੰ ਬਣਾਉਂਦਾ ਹੈ। ਜਿੱਥੇ ਵੀ ਪਾਣੀ ਘਟ ਜਾਏ ਜਾਂ ਜਿੱਥੇ ਵੀ ਅਗਨੀ ਘਟ ਜਾਏ, ਬੱਚਾ ਦਾ ਸਰੀਰ ਜਿਹੜਾ ਉਹ ਖਰਾਬ ਹੋ ਸਕਦਾ ਹੈ। So this is a law unto itself. This is the system. This is the way he looks after the child. ਉਹ ਪ੍ਰਤਪਾਲਨ ਇਸੇ ਤਰੀਕੇ ਨਾਲ ਕਰਦਾ ਹੈ ਕਿ ਉਸਨੂੰ ਪੂਰੀ ਤਰ੍ਹਾਂ ਅਗਨੀ ਵੀ ਦਿੰਦਾ ਹੈ ਤੇ ਨਾਲ ਪਾਣੀ ਵੀ ਦਿੰਦਾ ਹੈ, ਕਿਉਂਕਿ ਬੱਚੇ ਨੇ ਬਣਨਾ ਹੁੰਦਾ ਹੈ। ਹੁਣ this is a proverb or an idiom ਗੁਰੂ ਸਾਹਿਬ ਨੇ ਯੂਜ਼ ਕੀਤਾ ਹੈ। ਪਰ ਅਗਰ ਹਮ ਦੇਖੇ, ਜੇ ਅਸੀਂ ਆਪਣੇ ਉੱਪਰ ਟੁਕਾ ਕੇ ਦੇਖੀਏ, ਤੇ let us bring it to first person and present tense. ਹੁਣ ਜੋ ਵੀ ਇਹ ਸ਼ਬਦ ਪੜ੍ਹ ਰਹੇ ਆਪਣੇ ਤੇ ਟੁਕਾ ਕੇ ਦੇਖੋ। Let it be a male or let it be a female, let it be a child, let it be an old person. ਇਹ ਸ਼ਬਦ ਨੂੰ ਆਪਣੇ ਤੇ ਟੁਕਾ ਕੇ ਦੇਖੋ। ਹੁਣ ਗਰਭ ਕੀ ਹੈ, ਮਾਤ ਗਰਭ ਕੀ ਹੈ। Whoever is reading the ਸ਼ਬਦ, the male, ਗਰਭ ਨਹੀਂ ਹੈ। But ਇੱਥੇ ਕਿਸੇ ਚੀਜ਼ ਨੂੰ ਸੰਬੋਧਨ ਕਰਨ ਗੁਰੂ ਸਾਹਿਬ ਕਹਿੰਦੇ ਮਾਤਾ ਮਤ। ਸਾਡੀ ਜਿਹੜੀ ਮਤ ਹੈ ਨਾ, ਉਹ ਮਾਤਾ ਹੈ। ਅਗਰ ਉਹ ਮਾਤਾ ਮਤ ਹੈ ਤੇ ਸਾਰਿਆਂ ਦੇ ਵਿੱਚ ਮਤ ਹੈ। Let's sit in the present tense and first person. ਕਿ ਅਗਰ ਮੇਰੀ ਮਤ ਮਾਤਾ ਹੈ ਤੇ ਉਸ ਮਾਤਾ ਦੇ ਗਰਭ ਵਿੱਚੋਂ ਕੀ ਨਿਕਲਦੇ ਨੇ, ਉਹਦੇ ਸਾਰੇ ਵਿਚਾਰ। ਕਿਸ ਟਾਈਪ ਦੇ ਵਿਚਾਰ ਨਿਕਲਣਗੇ? ਜਿਸ ਤਰੀਕੇ ਦੇ ਨਾਲ ਅਗਰ ਉਸਨੇ ਹਉਮੈ ਨੂੰ ਮਨ ਤੇ ਬਿਠਾਇਆ ਹੈ ਤੇ ਗਲਤ ਵਿਚਾਰ, ਵਾਈਸਸ ਨਿਕਲਣਗੇ। ਔਰ ਅਗਰ ਉਸ ਇੱਕ ਨੂੰ ਵਸਾ ਦਿੱਤਾ ਤੇ ਉਸ ਦੇ ਗਰਭ ਦੇ ਵਿੱਚੋਂ, ਉਸ ਮਤ ਦੇ ਗਰਭ ਵਿੱਚੋਂ ਅੱਛੇ ਵਿਚਾਰ, ਅੱਛੇ ਗੁਣ ਨਿਕਲਣਗੇ। So as a first person and at present tense, at present, मेरा मन ਜਿਹੜਾ ਹੈ, जिसने उसका सहारा ले लेता, सोई तेरा सहाय, पिछले पद ਵਿੱਚ कहता, अगर उसका मैं सहारा ले लेता है, ਹੁਣ ਉਹ ਮੇਰੇ 24 ਆਵਰਸ ਮੇਰੇ ਮਨ ਤੇ ਵਿਚਰ ਕੇ, ਮਨ ਤੇ ਬੈਠ ਕੇ ਉਹ ਕਿਹੜੀ ਦੇ ਰਿਹਾ ਹੈ, ਆਹਾਰ ਕਿਹੜਾ ਦੇ ਰਿਹਾ, ਕਿਹੜਾ ਰਿਜ਼ਕ ਦੇ ਰਿਹਾ ਹੈ, ਉਹ ਸਾਰੇ ਅੰਦਰੋਂ ਪੈਦਾ ਕਰੇ ਅੱਛੇ ਵਿਚਾਰ, ਅੱਛੇ ਗੁਣ, ਔਰ ਸਾਰੀ ਸ੍ਰਿਸ਼ਟੀ ਨੂੰ ਉਹੀ ਕੁਝ ਦੇ ਰਿਹਾ ਹੈ। ਦੇਣ ਵਾਲਾ ਕੌਣ ਹੈ? ਉਹੀ ਇੱਕ ਹੈ ਜੋ ਮਨ ਤੇ ਬੈਠ ਕੇ, ਕਿਉਂਕਿ ਉਹ ਜਦੋਂ ਮਨ ਤੇ ਬੈਠ ਕੇ ਫਿਰ ਸਾਰੇ ਵਿਚਾਰ ਅੱਛੇ ਹੁੰਦੇ ਨੇ, ਅੱਛੇ ਗੁਣ ਹੁੰਦੇ ਨੇ। ਉਹੀ ਗੁਣ, ਉਹੀ ਵਿਚਾਰ ਸਾਰੀ ਸ੍ਰਿਸ਼ਟੀ ਨੂੰ ਦੇ ਰਿਹਾ, ਪਾਲ ਰਿਹਾ ਸਾਰੀ ਜੀ ਜਨਤਾ ਨੂੰ, ਸਾਰੀਆਂ ਇੰਦਰੀਆਂ ਨੂੰ ਬਣਾ ਰਿਹਾ। ਕਹਿੰਦੇ ਨੇ ਕਿ ਸਦਾ ਸਦਾ ਜਪੀਏ ਸੋ ਪ੍ਰੀਤਮ, ਤੇ ਮਨ ਨੂੰ ਹੋਕਾ ਦਿੰਦਾ, ਮਨ ਇਸੀ ਨੂੰ ਜਪ, ਕਿਉਂਕਿ ਅਗਰ ਇਸ ਨੂੰ ਬਿਠਾ ਲਿੱਤਾ ਤੇ ਤੇਰੀ ਸ੍ਰਿਸ਼ਟੀ ਦੇ ਅੰਦਰ ਬਹੁਤ ਹੀ ਵਧੀਆ ਬਣੇਗੀ, ਕਿਉਂਕਿ ਉਹ ਇੱਕ ਦੇ ਨਾਲ ਜੁੜ ਜਾਏਗੀ। ਤੇ ਵੱਡੀ ਜਿਸ ਵਡਿਆਈ ਹੈ, ਇਹੀ ਉਸਦੀ ਵਡਿਆਈ ਹੈਗੀ ਹੈ। ਹਾਂਜੀ, ਮਾਤ ਗਰਭ ਦਾ ਜ਼ਿਕਰ ਜਿਹੜਾ ਆਪ ਜੀ ਨੇ ਕੀਤਾ, ਬੜੇ ਸੋਹਣੇ ਤਰੀਕੇ ਦੇ ਨਾਲ
ਮਤ ਦੇ ਨਾਲ ਆਪਣੇ ਰਿਲੇਟ ਕਰਕੇ ਕੀਤਾ, ਬਹੁਤ ਅੱਛੇ ਤਰੀਕੇ ਦੇ ਨਾਲ ਸਮਝਾਣਾ ਕੀਤਾ। ਬਿਲਕੁਲ ਜਦੋਂ ਸਾਡੇ ਮਤ ਵਿੱਚ ਮਹਿਲ ਹੁੰਦੀ ਹੈ ਤੇ ਉਹੀਓ ਮਹਿਲ ਅਸੀਂ ਮਹਿਲ ਦੇ ਆਧਾਰ ਤੇ ਅਸੀਂ ਜਿਹੜਾ ਹੈ ਮਹਿਲੇ ਕਰਮ ਹੀ ਕਰੀ ਜਾਂਦੇ ਹਾਂ ਤੇ ਅਸੀਂ ਮਹਿਲ ਵਿੱਚ ਹੀ ਵਿਚਰਦੇ ਰਹਿੰਦੇ ਹਾਂ। ਇੱਕ ਸੂਅਰ ਵਾਲੀ ਮਾਨੋ ਜੂਨ ਵਿੱਚ ਅਸੀਂ ਵਿਚਰ ਰਹੇ ਹੁੰਦੇ ਹਾਂ। ਤੇ ਗੁਰੂ ਸਾਹਿਬ ਸਾਨੂੰ ਬਾਰ-ਬਾਰ ਸੱਚ ਦੇ ਸ਼ਬਦ ਦੇ ਕੇ ਸਾਨੂੰ ਉੱਚਾ ਤੇ ਸੁੱਚਾ ਜੀਵਨ ਦੇਣ ਦੀ ਸਾਨੂੰ ਪ੍ਰੇਰਣਾ ਦਿੰਦੇ ਹਨ, ਸਮਝਾਉਂਦੇ ਹਨ ਔਰ ਉੱਥੇ ਲੈ ਕੇ ਜਾਂਦੇ ਹਨ, ਉੱਥੇ ਟੋਰਦੇ ਹਨ। ਧੰਨਵਾਦ ਆਪ ਜੀ ਦਾ, ਬੜੀ ਖੂਬਸੂਰਤੀ ਨਾਲ ਆਪ ਜੀ ਨੇ ਸਮਝਾਣਾ ਕੀਤਾ। ਹਰਵਿੰਦਰ ਵੀਰ ਜੀ, ਅੱਜ 2 ਪਦਿਆਂ ਦਾ ਪਾਠ ਹੋਇਆ, ਆਪ ਜੀ ਗਾਇਨ ਕਰ ਲਿਆ ਜੇ। ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈ। ਤਜਿੰਦਰ ਜੀ ਫਿਰ ਆਪ ਜੀ ਸਵਾਲ ਲੈ ਲਿਆ ਜੇ। जी जंत को रिजक संबाहे, करण कारण समरथ अपाहे, खिन मह थाप युथापन हारा, सोई तेरा सहाई है। मात गर्भ में जिन प्रत पालिया, सास ग्रास होए संग समालिया, सदा सदा जपिए सो प्रीतम, वड्डी जिस वड्डियाई है। वाहिगुरु जी का खालसा, वाहिगुरु जी की ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤਜਿੰਦਰ ਵੀਰ ਜੀ, ਕੋਈ ਸਵਾਲ ਅਗਰ ਆਪ ਜੀ ਦੇ ਕੋਲ ਹੈ? हाँ ਵੀਰ ਜੀ, ਇੱਕ ਸਵਾਲ ਪਹਿਲੇ ਦਾ ਪੈਂਡਿੰਗ ਸੀਗਾ, ਉਹ ਸਕਰੀਨ ਤੇ ਅਸੀਂ ਸ਼ੇਅਰ ਕਰਵਾਤਾ ਹੈ ਜੀ ਵੀਰ ਜੀ। ਜੀ ਇਹੋ ਹੈਗਾ, ਹਰਪ੍ਰੀਤ ਵੀਰ ਜੀ ਨੇ ਸ਼ੇਅਰ ਕਰਤਾ ਸਕਰੀਨ ਤੇ। ਹਾਂ ਹਰਵਿੰਦਰ ਵੀਰ ਜੀ, ਇਸ ਬਾਬਤ ਵਿਚਾਰ ਆਪ ਜੀ ਸਟਾਰਟ ਕਰਿਓ। ਵੀਰ ਜੀ ਆਡੀਓ ਮਿਊਟ ਹੈ ਆਪ ਜੀ ਦੀ। I can just attempt जितना कुछ समझ आ रही है ਵੀ ਉਹ ਤੇਰੀਆਂ ਉਹ ਪਰਮਾਤਮਾ ਦੀਆਂ ਸਿਫਤਾਂ ਵਿੱਚ ਨਾ ਵੀ ਮਨ ਇੱਛਾ, ਜੋ ਤੇਰੀਆਂ ਮਨ ਦੀਆਂ ਇੱਛਾਵਾਂ ਨੇ ਨਾ, ਉਹ ਸਾਰਿਆਂ ਦਾ ਤੈਨੂੰ ਦਾਨ ਕਰਨ ਵਾਲਾ ਉਹ ਪਰਮਾਤਮਾ ਹੈ। ਸਭ ਤੋਂ ਵੱਡਾ ਦਾਤਾ ਹੋਵੇ। ਸਰਬੱਤਰ ਆਸਾ ਪੂਰਨ ਹੈ। ਸਾਰੀਆਂ ਤੇਰੀਆਂ ਆਸਾਵਾਂ ਜਿਹੜੀਆਂ ਨੇ ਨਾ, ਉਹ ਪੂਰਨ ਦੀ ਸਮਰੱਥਾ ਰੱਖਣ ਵਾਲਾ ਮਾਲਕ ਹੈ। ਖੰਡਨ ਕਲ ਕਲੇਸ਼ ਹੈ, ਪ੍ਰਭ ਸਿਮਰਨ ਨਾਨਕ ਨਹਿ ਦੂਰ ਨਹਿ। ਤੇਰੇ ਜ਼ਿੰਦਗੀ ਦੇ ਜੋ ਕਲ ਕਲੇਸ਼ ਨੇ, ਉਹਨਾਂ ਨੂੰ ਖੰਡਨ ਕਰਨ ਵਾਲਾ, ਤੇਰੀ ਜ਼ਿੰਦਗੀ ਵਿੱਚ ਉਹਨਾਂ ਨੂੰ ਕੱਢ ਕੇ ਬਾਹਰ ਸੱਟਣ ਵਾਲਾ। ਖੰਡਨ ਕਲ ਕਲੇਸ਼ੈ ਪ੍ਰਭ ਸਿਮਰ ਨਾਨਕ। ਉਸ ਰੱਬ ਨੂੰ ਚੇਤਾ ਕੀਤਾ ਕਰ, ਉਸ ਰੱਬ ਨੂੰ, ਰੱਬੀ ਗੁਣਾਂ ਨੂੰ, ਰੱਬੀ ਹੁਕਮਾਂ ਨੂੰ ਚੇਤਾ ਕੀਤਾ ਕਰ। ਨਾਨਕ ਨਹਿ ਦੂਰ ਨੇ, ਉਹ ਰੱਬ ਕਿਤੇ ਤੇਰੇ ਤੋਂ ਦੂਰ ਨਹੀਂ ਹੈ, ਉਹ ਬਿਲਕੁਲ ਤੇਰੇ ਨਿਕਟ ਹੈ। ਹਬ ਰੰਗ ਮਾਣ ਹੈ ਜਿਸ ਸੰਗ ਤੈ ਸਿਉ ਲਾਈਐ ਨੇਹ। ਤੂੰ ਜਿਸ ਨਾਲ ਮਿਲ ਕੇ ਤੂੰ ਜ਼ਿੰਦਗੀ ਦਾ ਹਰ ਰੰਗ ਮਾਨਣਾ ਪਿਆ। ਪਿਆਰ ਦਾ ਰੰਗ, ਦੌਲਤ ਤੋਂ ਪਿਆਰ, ਦੌਲਤ, ਤੂੰ ਕਹਿੰਦਾ ਕਈ ਵਾਰ ਕਹਿੰਦੇ ਵੀ ਉਹ 9 ਖਜ਼ਾਨੇ, ਤੂੰ ਉਸ ਪਰਮਾਤਮਾ ਦੇ ਨਾਲ ਹੋਣ ਦੇ ਕਾਰਨ ਹਬ ਰੰਗ, ਜ਼ਿੰਦਗੀ ਦੇ ਸਾਰੇ ਰੰਗ ਤੂੰ ਮਾਨਣਾ ਪਿਆ। ਕਿਉਂ? ਕਿਉਂਕਿ ਪਰਮਾਤਮਾ ਤੇਰੇ ਸੰਗ ਹੈ। ਕਹਿੰਦਾ ਤੈ ਸਿਉ ਲਾਈਏ ਨਹੀਂ। ਉਸ ਪਰਮਾਤਮਾ ਦੇ ਨਾਲ ਆਪਣਾ ਚਿੱਤ ਕਿਉਂ ਨਹੀਂ ਜੋੜਦਾ? ਉਹਦੇ ਨਾਲ ਆਪਣਾ ਚਿੱਤ ਜੋੜ। ਸੋ ਸ਼ੈ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ। ਉਸ ਮਾਲਕ ਨੂੰ ਬਿੰਦ ਪਾਓ, ਛੋਟੇ ਸਮੇਂ ਵਾਸਤੇ ਵੀ ਅਸੀਂ ਵਿਸਾਰਨਾ ਨਹੀਂ ਚਾਹੀਦਾ। ਸੋ ਸ਼ਹ ਬਿੰਦ ਨਾ ਵਿਸਰੋ, ਉਹਨੂੰ ਮੈਂ ਨਿਮਕ ਵਾਸਤੇ ਵੀ ਉਹਨੂੰ, ਉਸ ਪਰਮਾਤਮਾ ਨੂੰ ਨਾ ਭੁੱਲ ਜਾਵਾਂ। ਉਹਨੂੰ ਭੁੱਲਣਾ, ਉਹਦੇ ਸ਼ੁਕਰਾਨੇ ਵਿੱਚ ਨਾ ਆਣਾ, ਆਪਣੇ ਆਪ ਨੂੰ ਕੁਝ ਕਰਤਾ ਸਮਝ ਲੈਣਾ ਵੀ ਉਸ ਮਾਲਕ ਨੂੰ ਮੈਂ ਨਿਮਕ ਵਾਸਤੇ ਵੀ ਨਾ ਵਿਸਰਾਂ। ਸੋ ਸ਼ਹ ਬਿੰਦ ਨਾ ਵਿਸਰੋ ਨਾਨਕ
ਜਿਨ ਸੁੰਦਰ ਰਚਿਆ ਦੇ, ਜਿਸਨੇ ਇਤਨੀ ਸੋਹਣੀ ਸ਼ਰੀਰ ਦੀ ਬਣਤਰ ਉਸ ਮਾਲਕ ਨੇ ਜਿਹੜੀ ਬਣਾਈ ਹੈ। ਅਸੀਂ ਦੇਖੀਏ ਨਾ ਇਤਨਾ ਕੰਪਲੈਕਸ, ਉਹ ਕਹਿੰਦੇ ਵੀ ਉਹ ਅੱਖਾਂ ਵਿੱਚ ਜਿਹੜੇ ਉਹ ਸਟਾਰਸ ਔਰ ਡੈਲਟਾਸ ਨੇ 8 ਮਿਲੀਅਨ, ਮਤਲਬ ਬੰਦਾ ਗਿਣਤੀ ਕਰੇ ਕਹਿੰਦੇ ਤੁਹਾਡੀ ਆਤਮੀਆਂ ਕਿਤਨੀਆਂ ਨੇ, ਇੱਕ ਬੰਦੇ ਦੀ ਆਤਮੀਆਂ ਦੇ ਨਾਲ ਕਈ ਵਾਰ ਆਈ ਡੋਂਟ ਰਿਮੈਂਬਰ, ਉਹ ਕਹਿੰਦੇ ਵੀ ਧਰਤੀ ਦੇ ਇਤਨੇ ਚੱਕਰ ਕੱਟ ਸਕਦੇ। ਔਰ ਕਮਾਲ ਦੀ ਗੱਲ ਹੈ ਵੇ ਕਿ ਜਦੋਂ ਮਾਲਕ ਨਿਕਲ ਜਾਵੇ ਨਾ ਅੰਦਰੋਂ ਦੀ, ਉਹ ਸਾਰਿਆਂ ਅਸੀਂ ਅੱਗ ਲਗਾ ਕੇ ਫੂਕਦੇ ਨੇ। ਜੋ ਇਤਨਾ ਕਮਾਲ ਦਾ ਸਰੀਰ ਅਸੀਂ ਬਣਿਆ, ਜੋ ਰੱਬ ਨੇ ਬਣਾਇਆ ਹੋਇਆ, ਜੋ ਦੇਖ ਸਕਦਾ ਹੈ, ਸੁਣ ਸਕਦਾ ਹੈ, ਐਨਾਲਾਈਜ਼ ਕਰ ਸਕਦਾ ਹੈ, ਜਿਹਦੀ ਇੰਟਰਨਲ ਬਣਤਰ ਵੀ ਇਤਨੀ ਵਧੀਆ ਹੈ ਕਿ ਇਤਨੀਆਂ ਨਾੜੀਆਂ ਨੇ ਉਹਦੇ ਅੰਦਰ ਵੀ, ਇਤਨੇ ਉਹ ਸਾਰਾ ਕੁਝ ਹੈ। ਲੇਕਿਨ ਜਦ ਤੱਕ ਉਸ ਮਾਲਕ ਦੀ ਜੋਤ ਹੈ ਸਾਡੇ ਵਿੱਚ, ਉਹ ਤਦ ਤੱਕ ਹੀ ਹੈ। ਨਹੀਂ ਤੇ ਬੰਦਾ ਕਹੇ ਕਿ ਇਤਨੀ ਸੋਹਣੀ ਬਣਤਰ ਵਾਲਾ small intestine, large intestine, ਸਾਰਾ ਆਰਟਰੀਜ਼, ਵੇਨ, ਸਾਰਾ ਇਤਨਾ ਵਧੀਆ ਬਣਾਇਆ ਹੋਇਆ ਸਿਸਟਮ, ਜਿਸ ਦੇ ਅੰਦਰੋਂ ਰੱਬ ਨਿਕਲ ਗਿਆ, ਉਹ ਜਿੱਤ ਦੇ ਦਹਿ ਬਿਨਸਤੀ, ਬਸ ਖਤਮ, ਤੂੰ ਤੇਰਾ ਖੇਡ। ਉਹ ਮਾਲਕ ਨੇ ਬੜੀ ਸੋਹਣੀ ਤੇਰੀ ਸਰੀਰ ਦੀ ਰਚਨਾ ਕੀਤੀ ਹੋਈ ਹੈ। ਐਸੇ ਮਾਲਕ ਨੂੰ ਹਮੇਸ਼ਾ ਚਿਤ ਕੀਤਾ ਕਰ। ਆਈ ਦਿਸ ਇਜ਼ ਜਸਟ ਮੈਂ ਉਹ ਦਰਪਣ ਚੋਂ ਨਹੀਂ ਦੇਖਿਆ ਹੋਇਆ ਉਹਨੂੰ, ਤੇ ਹੋਰ ਵੀ ਕੋਈ ਐਡ ਕਰਨਾ ਚਾਹੇ ਤੇ ਕਰ ਸਕਦੇ ਹਾਂ, ਬਿਲਕੁਲ ਟੂ ਦਾ ਪੁਆਇੰਟ ਵੀਰ ਜੀ, ਆਪ ਜੀ ਨੇ ਬੜਾ ਸੋਹਣੇ ਤਰੀਕੇ ਨਾਲ ਕਲੀਅਰ ਕਰ ਦਿੱਤਾ। ਮਨ ਇੱਛਾ ਦਾਨ ਕਰਣੰਗ ਸਰਬਤ ਰਾਸਾ ਪੂਰਨੇ, ਖੰਡਣੰਗ ਕਲ ਕਲੇਸ਼ੇ, ਪ੍ਰਭ ਸਿਮਰ ਨਾਨਕ ਨਹਿ ਦੂਰਨੇ, ਹਬ ਰੰਗ ਮਾਣੇ ਜਿਸ ਸੰਗ ਤੈਸਿਉ ਲਾਈਏ ਨੇ, ਸੋ ਸ਼ੈ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇ। ਧੰਨਵਾਦ ਆਪ ਜੀ ਦਾ। ਭੂਆ ਜੀ ਆਪ ਜੀ ਐਡ ਕਰਨਾ ਚਾਹੋਗੇ ਕੁਝ ਇਸ ਦੇ ਵਿੱਚ, ਜਾਂ ਇਕਬਾਲ ਵੀਰ ਜੀ ਅਗਰ ਐਡ ਕਰਨਾ ਚਾਹते? ਇਸ ਸ਼ਲੋਕ ਦੇ ਵਿੱਚ ਨਾ ਤਕਰੀਬਨ ਲੋਕ ਇਹ ਸ਼ਬਦ ਪੜ੍ਹਦੇ ਨਾ ਤੇ ਸੋਚਦੇ ਨੇ ਕਿ ਬਈ ਸਾਡੀਆਂ ਇੱਛਾਵਾਂ ਤੇ ਸਾਡੀਆਂ ਆਸਾਂ ਸਾਡੀਆਂ ਪੂਰਨ ਕਰਨ ਵਾਲਾ ਉਹੀ ਹੈਗਾ। ਇਸ ਕਰਕੇ ਅਸੀਂ ਬਾਰ-ਬਾਰ ਮੱਥਾ ਟੇਕਦੇ ਹਾਂ, ਅਸੀਂ ਆਪਣੀ ਚੀਜ਼ਾਂ ਨੂੰ ਪ੍ਰਗਟ ਕਰਦੇ ਕਿ ਸਾਨੂੰ ਇਹ ਚਾਹੀਦਾ, ਸਾਡੀ ਇਹ ਇੱਛਾ ਹੈ, ਸਾਡੀ ਇਹ ਆਸਾ। ਬਟ ਇਸ ਸ਼ਬਦ ਦੇ ਵਿੱਚ ਇੱਛਾ ਤੇ ਆਸ਼ਾ ਉਸ ਨੂੰ ਸੰਬੋਧਨ ਕੀਤਾ ਗਿਆ ਕਿ ਮਨ ਮੇਰੀ ਆਸ਼ਾ ਐਸੀ ਹੈ, ਮੇਰੀ ਇੱਛਾ ਐਸੀ ਹੈ ਕਿ ਮੈਂ ਕਦੀ ਵੀ ਉਸ ਤੋਂ ਵਿਸਰਾਂ ਨਾ, ਮੇਰੇ ਅੰਦਰ ਦੇ ਸਾਰੇ ਅਗਨਾਂ ਤੋਂ ਮੈਂ ਕਲੇਸ਼ਾਂ ਤੋਂ ਦੂਰ ਹੋ ਜਾਵਾਂ, ਮੈਂ ਉਹਦੇ ਰੰਗਾਂ ਵਿੱਚ ਰੰਗਾ ਰਵਾਂ। ਇਹੀ ਉਸਦੀ ਇੱਛਾ ਤੇ ਇਹ ਉਸਦੀ ਆਸ਼ਾ ਹੈ ਮਨ ਦੀ। ਔਰ ਇਹ ਚੀਜ਼ਾਂ ਉਹ ਪੂਰੀਆਂ ਕਰਦਾ, ਕਿਉਂਕਿ ਇਹ ਜੋ ਚੀਜ਼ ਅਸੀਂ ਇੱਛਾ ਔਰ ਆਸ਼ਾ ਕਰ ਰਹਿ ਗਏ ਕਿ ਮੇਰੇ ਅੰਦਰ ਅਸੀਂ ਰੰਗੇ ਜਾਈਏ ਉਸਦੇ ਗੁਣਾਂ ਦੇ ਵਿੱਚ, ਜਾਂ ਅਸੀਂ ਉਸਨੂੰ ਕਦੀ ਵੀ ਨਾ ਵਿਸਾਰੀਏ, ਜੋ ਅਸੀਂ ਆਪਣੇ ਅੰਦਰ ਦੇ ਕਲੇਸ਼ ਉਸਨੂੰ ਅਸੀਂ ਖਤਮ ਕਰ ਲਈਏ, ਇਹ ਨਾਮ ਦੀ ਦਾਤ ਮੰਗਦੇ ਹਾਂ ਅਸੀਂ। ਤੇ ਸਾਡੀ ਆਸ਼ਾ ਔਰ ਇੱਛਾ is connected to ਨਾਮ ਦੀ ਦਾਤ। ਤਕਰੀਬਨ ਲੋਕ ਇਸ ਨੂੰ ਯੂਜ਼ ਕਰ ਲੈਂਦੇ ਨੇ ਕਿ ਬਈ ਸ਼ਬਦ ਵਿੱਚ ਲਿਖਿਆ ਤੇ ਅਸੀਂ ਜਾ ਕੇ ਅਸੀਂ ਜੋ ਮੰਗਾਂਗੇ ਸਾਨੂੰ ਮਿਲ ਜਾਏਗਾ। But God does not give you what you want, you get what you need। ਹਾਂਜੀ, ਧੰਨਵਾਦ ਭੂਆ ਜੀ। ਬਿਲਕੁਲ ਸਾਡੀ ਇੱਛਾਵਾਂ ਵੀ ਹਨ ਨਾ ਭੂਆ ਜੀ, ਜਿਹੜੀਆਂ ਉਹ ਵੀ ਬਦਲਦੀਆਂ ਰਹਿੰਦੀਆਂ। ਜਦੋਂ ਤੱਕ ਅਸੀਂ ਮਾਇਆ ਦੇ ਪ੍ਰਭਾਵ ਹੇਠ ਹੁੰਦੇ ਹਾਂ, ਸਾਡੀ ਇੱਛਾਵਾਂ ਜਿਹੜੀਆਂ ਮਾਇਆ ਦੀ ਰਹਿੰਦੀਆਂ, ਕਿਉਂਕਿ ਭੁੱਖ ਸਾਨੂੰ ਮਾਇਆ ਦੀ ਲੱਗੀ ਹੈ। ਗੁਰੂ ਦੇ ਸ਼ਬਦ ਨਾਲ ਜੁੜਿਆ ਮਾਇਆ ਦੀ ਤ੍ਰਿਸ਼ਨਾਵਾਂ ਮਿਟਦੀਆਂ, ਤੇ ਗੁਰੂ ਸ਼ਬਦ ਸਾਡੀ ਇੱਛਾਵਾਂ ਵੀ ਬਦਲ ਦਿੰਦਾ, ਕਿਉਂਕਿ ਭੁੱਖ ਹੀ ਨਹੀਂ ਰਹੀ ਹੁਣ ਜਿਸ ਚੀਜ਼ ਦੀ। ਹੁਣ ਕਾਮ ਦੀ ਭੁੱਖ ਨਹੀਂ ਹੈ, ਹੁਣ ਕ੍ਰੋਧ, ਲੋਭ, ਮੋਹ, ਅਹੰਕਾਰ ਤੰਗ ਨਹੀਂ ਕਰ ਰਹੇ, ਉਹ ਭੁੱਖਾਂ ਸ਼ਾਂਤ ਹੋ ਗਈਆਂ ਤੇ ਇੱਛਾਵਾਂ ਵੀ ਬਦਲ ਗਈਆਂ। ਹੁਣ ਗੁਰੂ ਨੇ ਸਾਨੂੰ ਸੱਚ ਦੀ ਇੱਛਾ ਜਾਗਰਿਤ ਕਰਾ ਦਿੱਤੀ ਹੈ। ਹੁਣ ਸਮਝ ਵਿੱਚ ਆ ਗਿਆ ਕਿ ਸੱਚ ਵਿੱਚ ਜੁੜਿਆ ਆਨੰਦ ਹੈ, ਉਹ ਆਨੰਦ ਪ੍ਰਾਪਤ ਕਰ ਲਿਆ ਤੇ ਹੁਣ ਇੱਛਾਵਾਂ ਵੀ ਬਦਲ ਗਈਆਂ। हाँ, धन्यवाद आप जी का जी। इकबाल वीर जी, आप जी कुछ ऐड करना चाहोगे तो प्लीज। मेरे ख्याल इकबाल वीर जी नाल नहीं है। तजिंदर जी, आप जी अगला सवाल ले लिया जाए। ਵੀ ਜੀ ਇੱਕ ਬੇਨਤੀ ਆਈ ਹੈ ਕਿ ਸੁਖਮਨੀ ਸਾਹਿਬ ਦੀ ਹਰ ਰੋਜ਼ ਇੱਕ ਪੌੜੀ ਕਸ਼ਟਪਦੀ ਦੀ ਵਿਚਾਰ ਕਰ ਲਈ ਜਾਏ, ਅਗਰ ਇਜਾਜ਼ਤ ਹੋਏ ਤੇ, ਸਮਾਂ ਹੋਏ ਤੇ। देख लो जिस तरह आप जी को ठीक लगे, क्योंकि गुरबाणी ਦੀ ਵਿਚਾਰ ਜਿਹੜੀ ਰੋਜ਼ਾਨਾ ਹੋ ਰਹੀ ਹੈ ਨਾ, ਉਹ ਵਿਚਾਰਾਂ ਵਿੱਚ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਸੁਖਮਨੀ ਸਾਹਿਬ ਵੀ ਕਵਰ ਹੋ ਰਿਹਾ। ਉਹ ਅੱਖਰ ਨਹੀਂ ਆ ਰਹੇ ਲੇਕਿਨ ਗੱਲਾਂ ਤਕਰੀਬਨ ਉਹ ਹੋ ਰਹੀਆਂ। ਫਿਰ ਜੇਕਰ ਅਸੀਂ ਸੁਖਮਨੀ ਸਾਹਿਬ ਦੀ ਰੈਗੂਲਰ ਕਰਾਂਗੇ ਤੇ ਫਿਰ ਜਿਹੜੇ ਸਵਾਲ ਹਨ, ਕਈ ਹੋਰ ਸਵਾਲ ਹਨ, ਉਹ ਕਿਧਰੇ ਸ਼ਾਰਟ ਨਾ ਹੋ ਜਾਣ। ਬਾਕੀ ਜਿਸ ਤਰ੍ਹਾਂ ਸਾਰਿਆਂ ਹਾਂਜੀ ਵੀ ਜੀ ਸਵਾਲ ਰਹਿ ਜਾਂਦੇ ਨੇ, ਠੀਕ ਹੈ ਵੀ ਜੀ। ਕਿਸੇ ਵੀਰ ਔਰ ਭੈਣ ਦਾ ਕੋਈ ਸਵਾਲ ਹੋਵੇ, ਹਾਂਜੀ, ਅਸੀਂ ਕਦੀ ਲੈ ਸਕਦੇ ਹਾਂ ਕਿ ਕਦੀ ਹਫਤੇ 'ਚ 1 ਦਿਨ 2 ਦਿਨ ਕਰਕੇ ਕਵਰ ਅਪ ਕਰ ਸਕਦੇ ਹਾਂ। ਜਪਜੀ ਸਾਹਿਬ, ਸੁਖਮਨੀ ਸਾਹਿਬ,
बिल्कुल राय बहुत अच्छी राय है, क्योंकि बड़ी इंपॉर्टेंट ਜਿਹੜੀ ਹੈਗੀਆਂ ਬਾਣੀਆਂ इंपॉर्टेंट, वैसे गुरु ਦੀ ਇੱਕ ਇੱਕ ਅੱਖਰ इंपॉर्टेंट है, पर मैं इंपॉर्टेंट इसलिए वर्ड ਇਸ ਲਈ ਇਸਤੇਮਾਲ ਕੀਤਾ ਹੈ ਕਿਉਂਕਿ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਇਹ ਬਹੁਤ ਜ਼ਿਆਦਾ ਬਾਣੀਆਂ ਪੜ੍ਹਦੇ ਹਾਂ, ਭਾਵੇਂ ਜਪਜੀ ਸਾਹਿਬ ਹੈ, ਭਾਵੇਂ ਸੁਖਮਨੀ ਸਾਹਿਬ ਹੈ, ਭਾਵੇਂ ਆਸਾ ਕੀ ਵਾਰ ਹੈ, ਰੋਜ਼ਾਨਾ ਸਾਡੀ ਅਸੀਂ ਇਹਨਾਂ ਨਾਲ ਬਹੁਤ ਰਿਲੇਟ ਕਰਦੇ ਹਾਂ। ਬਾਪੂ ਮੱਖਣ ਦੀ ਹੱਥ ਰੇਸ ਕਰ ਰਹੇ ਹਨ, ਤਜਿੰਦਰ ਜੀ ਬਾਪੂ ਜੀ ਨੂੰ ऑडियो अनम्यूट करिया जाए। जी बापू जी आप जी अनम्यूट करियो करिया जाए। जी बोलियो जी बापू बापू जी। वाहिगुरू जी का खालसा वाहिगुरू जी की फतेह। फतेह ਵੀਰ बापू ਜੀ ਮੈਂ ਪਹਿਲੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ, ਜਿਹੜੀਆਂ ਸਾਡੀਆਂ ਨਿਤਨੇਮ ਦੀਆਂ ਬਾਣੀਆਂ ਨਾ, ਮੇਰੇ ਖਿਆਲ ਉਹਨਾਂ ਵਾਸਤੇ ਸਾਨੂੰ ਜ਼ਿਆਦਾ, ਖਾਸ ਕਰ ਆਸਾ ਦੀ ਵਾਰ ਦੇ ਵਿੱਚ ਜਿੰਨੇ ਵੀ ਭਰਮ ਭੁਲੇਖੇ ਜਿਨ੍ਹਾਂ ਦੇ ਵਿੱਚ ਅਸੀਂ ਗ੍ਰਸਤ ਹੋਏ ਪਏ ਹਾਂ, ਫਸੇ ਪਏ ਹਾਂ, ਉਹ ਸਾਰਿਆਂ ਨੂੰ ਕੱਢਦੀ ਆ। ਉਹ ਮੈਂ ਉਸ ਦਿਨ ਕਿਹਾ ਸੀ, ਕੋਸ਼ਿਸ਼ ਕਰੀ ਕਿ ਕੁਝ ਨਾ ਚਾਹੇ ਇੱਕ ਸ਼ਬਦ ਨੂੰ 2 ਦਿਨ ਲੈ ਲਓ, 3 ਦਿਨ ਲੈ ਲਓ, ਕਿਉਂਕਿ ਉਹ ਉਹਨਾਂ ਦੀ ਅੱਜ ਦੇ ਜੋ ਸਾਡਾ ਜੀਵਨ ਹੈ ਨਾ, ਅਸੀਂ ਖਾਸ ਕਰ ਦੂਸਰੇ ਕਰਮ ਕਾਂਡਾਂ ਦੇ ਵਿੱਚ ਫਸੇ ਪਏ ਆ। ਉਹ ਕਰਮ ਕਾਂਡਾਂ ਦਾ ਜੋ ਨਿਸਤਾਰਾ ਕਰਦੀ, ਉਹ ਆਸਾ ਦੀ ਵਾਰ ਕਰਦੀ ਹੈ। ਇਸ ਵਾਸਤੇ ਮੈਂ ਬੇਨਤੀ ਕੀਤੀ ਸੀ ਉਦੋਂ ਵੀ ਕਿ ਅਗਰ ਉਹ ਥੋੜਾ ਜਿਹਾ ਨਾਲ ਲੈ ਲਿਆ ਕਰੀਏ ਤੇ ਮੇਰੇ ਖਿਆਲ ਸਾਨੂੰ ਕਾਫੀ ਚੀਜ਼ਾਂ ਜਿਹੜੀਆਂ ਨਾ, ਜੋ ਗੁਰਬਾਣੀ ਦਾ ਤੇ ਖੈਰ ਅਸੀਂ ਰੋਜ਼ ਲੈਣੇ ਪਏ ਆ, ਇਹ ਖੁਰਾਕ ਸਾਨੂੰ ਮਿਲਦੀ ਪਈ ਹੈ, ਲੇਕਿਨ ਜੋ ਸਾਡੇ ਜੀਵਨ ਨੂੰ ਸੁਧਾਰਨ ਵਾਲੀ ਗੱਲ ਹੈ ਉਹ ਜਪਜੀ ਸਾਹਿਬ ਤੇ ਆਸਾ ਦੀ ਵਾਰ ਨੇ। तो ये बेनती देख लो, अगर जिस तरह कोई चीज एडजस्ट हो सकती है वो देख लो। बस ये है कि भी इसनूं भी असीं नजरअंदाज ना करिए। वाहिगुरू जी का खालसा वाहिगुरू जी की फतेह। जी बापू जी बिल्कुल बहुत अच्छी आप जी दी राय है। मैं हरविंदर वीर जी ਨੂੰ ਬੇਨਤੀ ਕਰ ਦਿੰਦਾ, हरविंदर वीर जी गुरबाणी ਦੇ ਉਦਾਹਰਨ ਜਿਹੜੇ ਲੈਂਦੇ ਹਨ ਨਾ, ਵੈਸੇ ਅਸੀਂ ਤੱਕੀਏ ਜਪਜੀ ਸਾਹਿਬ ਤਕਰੀਬਨ ਹਰ ਇੱਕ ਦਿਨ ਛੱਡ ਕੇ ਜਪਜੀ ਸਾਹਿਬ ਦੀ ਕੋਈ ਨਾ ਕੋਈ ਪੌੜੀ ਦਾ ਜ਼ਿਕਰ ਹੋ ਹੀ ਜਾਂਦਾ ਹੈ। ਐਸੀ ਤਰੀਕੇ ਦੇ ਨਾਲ ਜੇ ਬਾਣੀ ਦੇ ਵਿਚਾਰ ਕਰਦੇ ਹੋਏ ਅਸੀਂ ਸੁਖਮਨੀ ਸਾਹਿਬ ਤੇ ਆਸਾ ਦੀ ਵਾਰ ਦੇ ਉੱਤੇ ਜ਼ਿਆਦਾ ਜ਼ੋਰ ਦੇ ਕੇ ਉਹਨੂੰ ਐਕਸਪਲੇਨ ਕਰਨ ਲੱਗ ਜਾਈਏ, ਨਾਲ ਦੇ ਨਾਲ ਇਕਬਾਲ ਵੀਰ ਜੀ ਵੀ ਰਿਲੇਟ ਕਰ ਸਕਦੇ ਨਾਲ ਦੇ ਨਾਲ, ਇੱਕ ਇੱਕ ਪੌੜੀ ਕੋਈ ਵੀ ਅਸੀਂ ਚੁੱਕ ਲਈਏ ਤੇ ਨਾਲ ਦੇ ਨਾਲ ਕਵਰ ਹੋ ਸਕਦੀ ਹੈ। ਜੀ ਹਰਵਿੰਦਰ ਵੀਰ ਜੀ। सतबीर वीर जी सॉरी मैं विचकार इंटरप्ट कर रहा हूँ जी। एक्चुअली 21st अष्टपदी का ना विचार करने वास्ते मेरे ही सजेशन से तजिंदर जी ਨੂੰ आई थिंक वो अष्टपदी ना समझनी आई थिंक सारे वास्ते बड़ी जरूरी हैगी। ਉਹਦੇ ਵਿੱਚ ਨਾ ਕਈ ਸਵਾਲਾਂ ਦੇ ਜਵਾਬ ਸੰਗਤ ਨੂੰ ਮਿਲ ਜਾਣਗੇ आई थिंक। ओके तो अष्टपदी विचार कर लिए ना, एक एक पौड़ी बेशक रोज कर लईए, ਨਾਲ ਸਵਾਲ ਲੈ ਲਈਏ, ਜਦੋਂ ਸਵਾਲ ਨਾ ਹੋਣ ਤਾਂ ਲੈ ਲਈਏ बेशक। ਇਹ ਗੱਲ ਠੀਕ ਹੈ, ਜਦੋਂ ਸਵਾਲ ਨਾ ਹੋਣ ਉਸ ਸਮੇਂ ਅਸੀਂ ਲੈ ਸਕਦੇ ਹਾਂ। क्योंकि ਜਿਹੜੀ ਪੌੜੀ ਦੀ ਜੇ ਹਰਵਿੰਦਰ ਵੀਰ ਜੀ ਆਪ ਜੀ ਅਗਰ ਉਹਨੇ ਕਰਨਾ ਚਾਹੋ, ਜੇ ਸਮਾਂ ਹੈ ਸਾਡੇ ਕੋਲ 5-10 ਮਿੰਟ ਇੱਕ ਪੌੜੀ ਦੀ ਵਿਚਾਰ आई थिंक ਅੱਜ ਕਰ ਸਕਨੇ ਹਾਂ ਅਸੀਂ ਮੇਰੇ ਖਿਆਲ। ਸਕਰੀਨ ਤੇ ਸ਼ੇਅਰ ਕਰਵਾ ਦੇ, ਕਿਉਂਕਿ ਅੱਜ ਕੱਲ ਜਿਹੜੇ ਕਾਫੀ ਕੁਐਸਚਨ ਰਾਈਜ਼ ਹੋ ਰਹੇ ਨੇ ਨਾ, ਉਹਦਾ ਕਾਫੀ ਜਵਾਬ ਇਹਦੇ ਵਿੱਚ ਮਿਲੇਗਾ ਲੋਕਾਂ ਨੂੰ। आई थिंक ਹੈਲਪਫੁਲ ਰਹੇਗੀ ਕਾਫੀ। ਹਾਂਜੀ ਹਰਵਿੰਦਰ ਜੀ ਇਹ ਹੈਗਾ, ਆਪ ਜੀ ਪਲੀਜ਼ ਸਟਾਰਟ ਕਰੋ ਇਹਦੇ ਵਿੱਚ। ਇੱਥੇ ਵੀ if you ask me what I can understand from this is very close to ਅਰਬਤ ਨਰਬਤ ਧੁੰਦੂ ਕਾਰਾਵਾਰ ਜਿਹੜੀ ਉਹ ਵਾਲੀ ਸਟੇਟ ਜਿਹੜੀ ਹੈ ਨਾ, ਜਿਹਦੇ ਵਿੱਚ ਕਹਿੰਦੇ ਵੀ ਜਬ ਆਕਾਰ ਹੈ ਕਛ ਨਾ ਦ੍ਰਿਸ਼ਟੇਤਾ, ਜਦੋਂ ਅਸੀਂ ਕਹਿੰਦੇ ਵੀ ਉਹ ਏਕਸ ਤੇ ਹੋਇਓ ਅਨੰਤਾ, ਵੀ ਉਸ ਰੱਬ ਤੋਂ ਸਾਰਾ ਆਕਾਰ ਪੈਦਾ ਹੋਇਆ। ਵੀ ਉਹ ਅੱਜ ਕਹਿੰਦੇ ਵੀ ਜਦੋਂ ਗੁਰੂ ਸਾਹਿਬ ਉਸ ਸਮੇਂ ਦੀ ਗੱਲ ਪੇ ਕਰਦੇ ਨੇ ਸ਼ਾਇਦ, ਵੀ ਜਦੋਂ ਕਹਿੰਦੇ ਜਬ ਆਕਾਰ ਹੈ ਕਛ ਨਾ ਦ੍ਰਿਸ਼ਟੇਤਾ, ਜਦੋਂ ਕੋਈ ਸੀ ਨਹੀਂ, ਨਾ ਦਿਨ ਰੈਨ ਚੰਦ ਨਾ ਸੂਰਜ, ਸਭ ਜਿਹੜਾ ਉਹ ਵਾਲਾ ਸਮਾਂ ਹੈ ਨਾ, ਉਹਦੀ ਗੱਲ ਪੇ ਕਹਿੰਦੇ ਨੇ ਜਬ ਆਕਾਰ ਹੈ ਕਛ ਨਾ ਦ੍ਰਿਸ਼ਟੇਤਾ, ਕਹਿੰਦੇ ਪਾਪ ਪੁੰਨ ਤਬ ਕਹਤੇ ਹੋਤਾ। ਜੇ ਕੁਝ ਸੀ ਨਹੀਂ ਫਿਰ ਨਾ ਉਸ ਟਾਈਮ ਦੇ ਕੋਈ ਪਾਪ ਸੀ ਨਾ ਕੋਈ ਪੁੰਨ ਸੀ। ਅਸੀਂ ਜਦੋਂ ਕਈ ਵਾਰ ਗੱਲ ਕਰਨੇ ਆ ਨਾ, ਵੀ ਜਦੋਂ ਰੱਬ ਪ੍ਰਥਾਈ ਵੀ ਗੱਲ ਕਰਨੇ ਆ, ਵੀ ਉਹ ਕੀਰਤਨ ਨਾਮ ਜਪੇ ਤੇਰੀ ਜੇਬਾ, ਸਤ ਨਾਮ ਤੇਰਾ ਪਰਾਪੂਰਵਲਾ। ਰੱਬ ਦੇ ਸਾਰੇ ਨਾਮਾਂ ਵਿੱਚੋਂ ਜਦੋਂ ਅਸੀਂ ਕਹਿੰਦੇ ਆ ਵੀ ਕਿ ਰੱਬ ਜਿਹੜਾ ਹੈ ਉਹ ਦੀਨ ਬੰਧੂ ਹੈ, ਜੋ ਉਸ ਟਾਈਮ ਤੇ ਕੋਈ ਦੀਨ ਹੀ ਨਹੀਂ ਸੀ, ਜੇ ਕੋਈ ਸ੍ਰਿਸ਼ਟੀ ਸੀ ਨਹੀਂ ਉਸਨੇ, ਵੀ ਉਹ ਸੁਨ ਸਮਾਦ ਲਗਾਇੰਦਾ, ਵੀ ਉਹ ਪਰਮਾਤਮਾ ਜਦੋਂ ਆਪਣੇ ਆਪ ਆਪਣੀ ਅਪੁਰ ਅਵਸਥਾ ਵਿੱਚ ਸੀ, ਉਸ ਟਾਈਮ ਦੀ ਜਿਹੜੀ ਗੱਲ ਚੱਲਦੀ ਵੀ ਕਹਿੰਦੇ ਪਾਪ ਪੁੰਨ ਤਬ ਕਹਤੇ ਹੋਤਾ, ਨਾ ਕੋਈ ਪਾਪ, ਜੇ ਕੋਈ ਹੈ ਹੀ ਨਹੀਂ ਤੇ ਉਹ ਹੋਣਾ ਕਿੱਥੋਂ ਸੀ। ਵੀ ਉਹ ਕਹਿੰਦਾ ਜਬ ਧਾਰੀ ਆਪਨ ਸੁਨ ਸਮਾਦ, ਤੂੰ ਕੀ ਧਾਰਨ ਕਰਕੇ ਬੈਠਿਆ ਹੋਇਆ ਸੀ, ਵੀ ਤੂੰ ਆਪਣੀ ਸਮਾਧੀ ਸੁਨ ਅਵਸਥਾ ਵਿੱਚ, ਸੁਨ ਕਹਿੰਦੇ ਨੇ ਉਹ ਅਵਸਥਾ, ਸ਼ੂਨਯ ਕਹਿ ਲੋ,
ਜਿੱਥੇ ਕੋਈ ਫੁਰਨਾ ਨਾ ਪੈਦਾ ਹੁੰਦਾ ਹੋਵੇ, ਜਿੱਥੇ ਕੋਈ ਹਲਚਲ ਨਾ ਹੋਵੇ, ਜਿੱਥੇ ਮਨ ਉਹ ਅਸੀਂ ਜਿਹਨੂੰ ਇੱਕ ਰੱਬ ਦਾ ਕਹਿੰਦੇ ਨਾ, ਅਸੀਂ ਨਿਰਗੁਣ ਸਰੂਪ ਹੀ ਕਹਿ ਰਹੇ ਹਾਂ। ਜਦੋਂ ਅਸੀਂ ਕਹਿੰਦੇ ਵੀ ਰੂਪ ਨਾ ਰੇਖ ਨਾ ਰੰਗ, ਐਸੀ ਚੀਜ਼ ਨੂੰ ਇਮੇजिन ਕਰਨਾ ਉਹ ਸ਼ੂन्य ਵਾਲੀ ਅਵਸਥਾ ਹੀ ਹੈ, ਜਿਹਦੇ ਵਿੱਚ ਉਹਦਾ ਕੋਈ ਰੂਪ ਰੇਖ ਹੈ ਨਹੀਂ। ਜਬ ਧਾਰੀ ਆਪਨ ਸੁਨ ਸਮਾਦ, ਤਬ ਕਹਿੰਦੇ ਤਬ ਬੈਰ ਵਿਰੋਧ ਕਿਸ ਸੰਗ ਕਮਾਦ। ਕੌਣ ਕਿਸੇ ਦਾ ਵੈਰ ਰੱਖੇ? ਜਦੋਂ ਸ੍ਰਿਸ਼ਟੀ ਸੀ ਨਹੀਂ, ਜਦੋਂ ਕੋਈ ਚੀਜ਼ ਉਦੋਂ ਜੋ ਪੈਦਾ ਸਾਰਾ ਵੀ ਸ਼ਬਦ ਸੀ ਵੀ ਅਰਬਨ ਨਰਬਤ ਧੁੰਦੂਕਾਰਾ, ਗਗਨ ਨਾ ਧਰਨਾ ਹੁਕਮ ਪਾਰਾ, ਨਾ ਦਿਨ ਰੈਣ ਚੰਦ ਨਾ ਸੂਰਜ, ਸੁਨ ਸਮਾਦ ਲਗਾਏ, ਉਹ ਸਾਰਾ ਸ਼ਬਦ ਵੀ ਜਿਹੜਾ ਅਸੀਂ ਪ੍ਰਥਾਈ ਸੀ ਜਿਹੜਾ ਉਹ ਜਦੋਂ ਉਹ ਵਾਲੀ ਹਾਲਤ, ਜਦੋਂ ਮਾਲਕ ਆਪ ਉਹਨੇ ਹਜੇ ਸ੍ਰਿਸ਼ਟੀ ਜਿਹੜੀ ਨਾ ਉਹਨੇ ਉਹ ਫਿਰ ਉਸ ਤੋਂ ਬਾਅਦ ਆਉਂਦਾ ਵੀ ਉਹ ਖੰਡ ਉਪਾਏ ਉਸਨੇ ਵੀ ਉਹਨੇ ਇਹ ਕੁਝ ਸ਼ੁਰੂ ਕੀਤਾ, ਉਹਨੇ ਇਹ ਕੁਝ ਸ਼ੁਰੂ ਕੀਤਾ। ਇਹ ਉਸ ਸਮੇਂ ਦੀ ਗੱਲ ਚੱਲਦੀ ਪਈ ਜਦੋਂ ਹਜੇ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਹਜੇ ਜਿਹੜੀ ਉਹ ਪੈਦਾਇਸ਼ ਵਿੱਚ ਜਿਹੜੀ ਉਹ ਨਹੀਂ ਆਈ ਹੋਈ ਵੀ ਉਹ ਜਬ ਧਾਰੀ ਆਪਨ ਸੁਨ ਸਮਾਦ ਨੇ ਤਬ ਬੈਰ ਵਿਰੋਧ ਕਿਸ ਸੰਗ ਕਮਾਦ। ਉਸ ਟਾਈਮ ਤੇ ਨਾ ਕੋਈ ਨਾਲ ਵੈਰ ਰਸ ਸਕਦਾ ਸੀ। ਅੱਗੇ ਕਹਿੰਦੇ ਵੀ ਤਬ ਕਿਸ ਸਮਾਦ ਕਹਿੰਦੇ ਜਬ ਇਸਕਾ ਵਰਣ ਚੈਨ ਨਹੀਂ ਜਾਪਤ। ਰੱਬ ਵੱਲੋਂ ਬਣਾਇਆ ਹੋਇਆ ਕੋਈ ਵਰਣ ਨਹੀਂ ਸੀ, ਵਰਣ ਵੰਡ ਨਹੀਂ ਸੀ ਉਹਦਾ, ਰੱਬ ਦਾ ਕੋਈ ਚਿੰਨ ਬਹੁਤ ਪ੍ਰਤੱਖ ਤੌਰ ਦੇ ਉੱਤੇ ਰੱਬ ਦੇ ਪ੍ਰਗਟਾਵੇ ਦੀ ਕੋਈ ਨਿਸ਼ਾਨੀ ਜਿਹੜੀ ਹੈ ਨਾ ਉਹ ਜਦੋਂ ਸੀ ਨਹੀਂ। ਜਬ ਇਸਕਾ ਵਰਣ ਚਿੰਨ ਨਹੀਂ ਜਾਪਤ ਤਬ ਹਰਕ ਸੋਗ ਕਹੋ ਕਿਸੇ ਵਿਆਪਤ। ਕੌਣ ਉਦੋਂ ਹਰਕ ਸੋਗ ਅਸੀਂ ਕਹਿੰਦੇ ਆ ਵੀ ਖੁਸ਼ੀ ਔਰ ਗਮੀ, ਨਾ ਕੋਈ ਖੁਸ਼ ਰਹਿ ਸਕਦਾ ਸੀ ਨਾ ਕੋਈ ਕਿਸੇ ਨੂੰ ਕੁਝ ਸੋਗ ਹੋ ਸਕਦਾ ਸੀ। ਤਬ ਹਰਕ ਸੋਗ ਕੋ ਕਿਸੇ ਵਿਆਪਤ ਕਹਿੰਦੇ ਜਬ ਆਪਨ ਆਪ ਪਾਰ ਬ੍ਰਹਮ। ਇੱਥੇ ਦੇਖੋ ਕਿੰਨਾ ਸਪਸ਼ਟ ਹੁੰਦਾ ਜਾਂਦਾ ਵੀ ਜਦੋਂ ਹੋਰ ਕੋਈ ਸੀ ਨਹੀਂ, ਜਬ ਆਪਨ ਆਪ ਉਹ ਰੱਬ ਕੱਲਾ ਆਪਣੇ ਆਪ ਵਿੱਚ ਹੀ ਸੀ। ਉਹ ਕਹਿੰਦਾ ਏਕਸ ਤੇ ਹੋਇਓ ਅਨੰਤਾ ਵੀ ਉਸ ਇੱਕ ਮਾਲਕ ਤੋਂ ਸਾਰਾ ਖੇਡ ਪੈਦਾ ਹੋਇਆ। ਲੇਕਿਨ ਜਦੋਂ ਆਪਨ ਆਪ ਪਾਰ ਬ੍ਰਹਮ ਹੈ, ਜਦੋਂ ਉਹ ਮਾਲਕ ਆਪ ਆਪਣੇ ਆਪ ਵਿੱਚ ਹੀ ਇਕੱਲਾ ਹੈ, ਹੋਰ ਕੋਈ ਚੀਜ਼ ਜਿਹੜੀ ਹੈ ਨਾ ਜਦੋਂ ਉਹ ਹੈ ਹੀ ਨਹੀਂ। ਜਬ ਆਪਨ ਆਪ ਪਾਰ ਬ੍ਰਹਮ ਤਬ ਮੋਹ ਕਹਾਂ। ਜਬ ਇੱਕ ਮਿੰਟ, जब आपन आप पार तो मोह कहाँ किस होवत भरम। ना किसी विच कोई मोह पैदा हो सकता सी, ना कोई बंदा भरम भटकना विच पै सकता सी। कहंदा ना आपन खेल आप वर्तीजा, नानक करने हार ना दूजा। उस मालक ने फिर उन्हें अपनी एक खेड जिहड़ी रचना जिहड़ी ना जगत की रचना उन्हें आप वरता दिती हुई है। होर कोई ऐसा दूजा है नहीं जो सारी सृष्टि का करता भी होवे कारण भी होवे। उस मालक ने सारा उन्हें खेड मानो ना उन्हें वरता दिता होया है। ਤੇ ਮੇਰੇ ਹਿਸਾਬ ਨਾਲ ਤੇ ਉਸ ਪਰ ਤਾਂ ਸਾਰੀਆਂ ਗੱਲਾਂ ਚੱਲਦੀਆਂ ਪਈਆਂ ਨੇ। ਉਹ ਸਾਰਾ ਜਿਹੜਾ ਦੂਜਾ ਸ਼ਬਦ ਅਸੀਂ ਪੜ੍ਹਦੇ ਸੀ ਨਾ ਵੀ ਉਹ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਨਾ ਤਦ ਜਤੀ ਸਤੀ ਬਨਵਾਸੀ, ਨਾ ਤਦ ਸਿੱਧ ਸਾਧਕ ਸੁਖ ਵਾਸੀ, ਨਾ ਤਦ ਗੋਰਖ ਨਾ ਮਾਛਿੰਦੋ, ਨਾ ਤਦ ਗਿਆਨ ਧਿਆਨ ਕੁਲ ਓਪਤ। ਵੀ ਉਹ ਭਾਵਨਾ ਭਗਤੀ ਨਾ ਸ਼ਿਵ ਸ਼ਕਤੀ। ਉਹਦੇ ਲਾਸਟ ਜਾ ਕੇ ਕਹਿੰਦੇ ਨੇ ਜਾਂ ਤਿਸ ਭਾਣਾ ਤਾਂ ਜਗਤ ਉਪਾਇਆ। ਉਸ ਮਾਲਕ ਨੇ ਜਦੋਂ ਉਹਦੀ ਮਰਜ਼ੀ ਹੋਈ, ਉਸ ਮਾਲਕ ਨੇ ਜਿਹੜਾ ਨਾ ਫਿਰ ਉਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਨ ਰਹਾ ਬਿਨਾਂ ਕਿਸੇ ਦਿਸਦੇ ਹੋਏ ਸਪੋਰਟ ਤੋਂ ਹੈ। ਉਹਦੀ ਸਪੋਰਟ ਤੇ ਉਹਦੀ ਹੁਕਮ ਦਾ ਸਪੋਰਟ ਤੇ ਹੈ ਹੀ ਉਹਨੂੰ, ਲੇਕਿਨ ਉਹਨੂੰ ਕੋਈ ਦਿਸਦਾ ਸਪੋਰਟ ਨਹੀਂ ਹੈ। ਸਾਰੀ ਸ੍ਰਿਸ਼ਟੀ ਜਿੱਥੇ ਜਿਕਨ ਸਾਰਾ ਬ੍ਰਹਿਮੰਡ ਚੱਲੀ ਜਾਂਦਾ ਪਿਆ ਨਾ ਵੀ ਖੰਡ ਬ੍ਰਹਿਮੰਡ ਪਾਤਾਲ ਅਰੰਭੇ ਗੁਪਤੋਂ ਪ੍ਰਗਟੀ ਆਇੰਦਾ। ਤੂੰ ਜਦੋਂ ਸੁਣ ਵਾਲੀ ਅਪੁਰ ਵਾਲੀ ਨਿਰਗੁਣ ਸਰੂਪ ਵਿੱਚ ਸੀ ਨਾ, ਨਿਰਗੁਣ ਵਾਲੇ ਸਰੂਪ ਤੋਂ ਜਦੋਂ ਪਰਮਾਤਮਾ ਸਰਗੁਣ ਵਾਲੇ ਸਰੂਪ ਜਦੋਂ ਉਹਨੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ, ਉਹ ਜਦੋਂ ਇਹਦੇ ਵਿੱਚ ਆ ਗਿਆ ਉਹਨੇ ਉਹ ਇੱਕ ਹਾਲਤ ਉਹ ਅਸੀਂ ਕਦੇ ਨਾ ਦਿਨ ਰਹਿਣ ਚੰਦ ਨਾ ਸੂਰਜ, ਉਹ ਅਸੀਂ ਵੀ ਉਹ ਨਾ ਕੋਈ ਦਿਨ ਰਾਤ ਕੁਝ ਵੀ ਨਹੀਂ ਸੀ। ਮੇਰੇ ਹਿਸਾਬ ਨਾਲ ਉਹਦੀਆਂ ਗੱਲਾਂ ਸਾਰੀਆਂ ਜਿਹੜੀਆਂ ਨਾ ਇਹਦੇ ਅੰਦਰੋਂ ਚੱਲਦੀਆਂ ਪਈਆਂ ਨੇ। ਹੋਰ ਜੇ ਕੋਈ ਐਡ ਕਰਨਾ ਚਾਹੁੰਦਾ ਕੋਈ ਡਿਫਰੈਂਟ ਵਿਊ ਪੁਆਇੰਟ ਨਾਲ ਤੇ ਕਰ ਸਕਦਾ। ਜੀ ਵੀਰ ਜੀ ਬਿਲਕੁਲ ਅਸੀਂ ਉਹ ਸ਼ਬਦ ਤੱਕੇ ਨਾ ਅਰਬਤ ਨਰਬਤ ਧੰਦੂਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਇਂਦਾ। ਇੱਥੇ ਵੀ ਜਬਦਾਰੀ ਆਪਨ ਸੁਨ ਸਮਾਦ ਬਿਲਕੁਲ ਉਹੀਓ ਅੱਖਰ ਇਸਤੇਮਾਲ ਕੀਤੇ ਜਾ ਰਹੇ ਹੈਗੇ। ਭੂਆ ਜੀ ਆਪ ਜੀ ਕੁਝ ऐड करना चाहो तो प्लीज आप जी ऐड करे थे। मेरे को भूआ जी नाल नहीं है। हाँ इकबाल वीर जी ਹਾਂਜੀ ਆ ਰਹੀ ਦੁਬਾਰਾ ਨੇ ਹਾਂਜੀ ਹਾਂਜੀ ਦੱਸੋ। हाँ जी भूआ जी इस शब्द बारे आप जी कोई जिक्र करना चाहोगे? I am not very sure about it, but I think ਕਿ ਜਿਹੜਾ ਸ਼ਬਦ ਜਿਹੜਾ ਇਹਦਾ ਸ਼ਲੋਕ ਹੈਗਾ ਨਾ ਉਹ ਹੈਗਾ ਵੇ ਸਰਗੁਣ ਨਿਰੰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਸ ਕਰਕੇ ਫਿਰ ਇਹ ਅੱਗੇ ਅਗਰ ਇਹ ਸ਼ਲੋਕ ਨੂੰ ਅਸੀਂ ਰਾਉ ਦੀ ਤੁਕ ਲੈ ਕੇ ਚੱਲਦੇ ਹਾਂ
ਤੇ ਫਿਰ ਉਹਨਾਂ ਨੇ ਖਾਲੀ ਇੱਕ ਦੀ ਗੱਲ ਕੀਤੀ ਹੈਗੀ ਹੈ, ਜੋ ਸਰਗੁਣ ਵੀ ਹੈ, ਨਿਰਗੁਣ ਵੀ ਹੈ, ਨਿਰੰਕਾਰ ਵੀ ਹੈ, सब कुछ आप बनाने वाला है और आप ही जाप करन वाला है। अगू अष्टपदी दे विच भी वो यही दस रहे कि भाई वो एक ही सब कुछ करन वाला है। आई थिंक दैट्स द वे, बिकॉज श्लोक दे विच ते यही दस रहे हैं। बिल्कुल इस गल तो भूआ जी बिल्कुल क्लियर हो जाता है, क्योंकि सरगुण रूप जिहड़ा है मन दा रूप सरगुण रूप नहीं है। अगर ਅਸੀਂ केवल मन ते टिकाईए तो फिर इस श्लोक विच बिल्कुल श्लोक जिहड़ा हुंदा ओदी विचार जिहड़ी अष्टपदी विच क्लीयर कीती जाती है। ते बिल्कुल मन नूं गुरु साहब ने बार बार बहुत ज्यादा इंपोर्टेंस दी है, कोई दो राय नहीं है। लेकिन इस अष्टपदी तो इस श्लोक तो बिल्कुल गुरु साहब सानू समझाना कर रहे हैं कि उस परमात्मा का ही जिक्र हो रहा जो मैंने समझ विच आ रहा। इकबाल वीर जी, आप जी कुछ ऐड करना चाहोगे? जी आवाज आ रही जी? हाँ जी वीर जी। ਬਿਲਕੁਲ ਜੀ ਹਰਵਿੰਦਰ ਜੀ ਦਿੱਤਾ ਵੈਸੇ ਇਹਦੇ ਵਿੱਚ ਅਸ਼ਟਪਦੀ ਦੇ ਵਿੱਚ ਕਰਨ ਕਾਰਨ ਦੀ ਗੱਲ ਹੈ ਵੀ ਉਹ ਕਰਨ ਤੇ ਕਰਾਉਣ ਵਾਲਾ ਉਹ ਪ੍ਰਮਾਤਮਾ ਜਦੋਂ ਨਹੀਂ ਸੀ ਕੁਦਰਤ ਦਾ ਪਸਾਰਾ ਕੀਤਾ ਉਸਨੇ ਪ੍ਰਮਾਤਮਾ ਨੇ ਤੇ ਉਦੋਂ ਆਕਾਰ ਨਹੀਂ ਸੀਗਾ ਤੇ ਉਹਦੀ ਅਵਸਥਾ ਦੱਸੀ ਹੋਵੇ ਭਾਈ ਉਦੋਂ ਪਾਪ ਪੁੰਨ ਨਹੀਂ ਹੋ ਸਕਦਾ, ਬੈਰ ਵਿਰੋਧ ਨਹੀਂ ਹੋ ਸਕਦਾ, ਹਰ ਵਿਰੋਧ ਨਹੀਂ ਹੋ ਸਕਦਾ, ਮੋਹ ਨਹੀਂ ਹੋ ਸਕਦਾ, ਭਰਮ ਨਹੀਂ ਹੋ ਸਕਦਾ। ਇਹ ਸਾਰੀਆਂ ਗੱਲਾਂ ਉਹਦੇ ਵਿੱਚ ਇਸ ਅਸ਼ਟਪਦੀ ਦੇ ਪਹਿਲੇ ਪਦੇ ਵਿੱਚ ਸਾਰੀਆਂ ਲਿਖੀਆਂ ਹੋਈਆਂ ਹਨ, ਕਿਉਂਕਿ ਸਰਗੁਣ ਸਰੂਪ ਦੀ ਅਵਸਥਾ ਦੇ ਵਿੱਚ ਪਰਮਾਤਮਾ ਨੇ ਬਹੁਤ ਆ ਰਹੀ ਹੈ। ਹਾਂਜੀ ਚਲੋ ਮੇਰਾ ਇੰਨਾ ਹੀ ਹੈ ਬਸ। ਧੰਨਵਾਦ ਵੀਰ ਜੀ। ਆਪ ਜੀ ਦੇ ਨੈਟਵਰਕ ਦੀ ਵਜ੍ਹਾ ਕਰਕੇ ਆਪ ਜੀ ਦੇ ਵਿਚਾਰਾਂ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਧੰਨਵਾਦ ਆਪ ਜੀ ਦਾ। ਆਪ ਜੀ ਨੇ ਵੀ ਬਿਲਕੁਲ ਸਹਿਮਤੀ ਦਿੱਤੀ ਹੈ ਰਵਿੰਦਰ ਵੀਰ ਜੀ ਨੇ ਜਿਹੜੇ ਵਿਚਾਰ ਰੱਖਣਾ ਕੀਤੇ ਹਨ। ਤੇ ਤਜਿੰਦਰ ਵੀਰ ਜੀ ਕਿਸੇ ਹੋਰ ਦੀ ਵਿਚਾਰ ਲੈ ਲਓ ਜਾਂ ਸਵਾਲ ਲੈ ਲਓ। वैसे समा हो गया, अगर आपकी इजाजत दो तो ਅਸੀਂ ਅੱਜ ਫਤਿਹ ਬੁਲਾ ਲੈਂਦੇ ਹਾਂ। ਮੇਰੇ ਖਿਆਲ ਨਾਲ 2-3 ਮਿੰਟ ਦਾ ਸਮਾਂ ਨਾ ਕਾਫੀ ਟਾਈਮ ਤੋਂ ਸੰਗਤ ਨੇ ਵਿਚਾਰਾਂ ਦੀ ਸਾਂਝ ਨਹੀਂ ਪਾਈ ਕਿ ਇੱਕ ਦੋ ਜਣੇ ਅਗਰ ਸਾਂਝ ਪਾਣਾ ਚਾਹਣ ਤੇ 5 ਮਿੰਟ ਸਾਂਝ ਪਾ ਲਓ। ਕੋਈ ਵਿਚਾਰ ਰੱਖਣਾ ਚਾਹਣ, ਕੋਈ ਗੱਲ ਕਰਨਾ ਚਾਹਣ ਜੀ ਐਨੀਵਨ। ਹਾਂ, ਕਿਸੇ ਦਾ ਵੀ ਕੋਈ ਵੀ ਸਵਾਲ ਨਾ ਹੋਏ ਬੇਸ਼ੱਕ। ਕੋਈ ਇਸ ਸਾਡਾ ਰੋਜ਼ਾਨਾ ਜਿਹੜਾ ਸਹਿਜ ਪਾਠ ਸਾਹਿਬ ਚੱਲ ਰਿਹਾ ਸੀ ਸਾਰੇ ਪਰਿਵਾਰ ਦੀ ਤਰ੍ਹਾਂ ਰੋਜ਼ਾਨਾ ਜੁੜ ਬੈਠਦੇ ਆ ਤੇ ਅਗਰ ਆਪ ਜੀ ਕੋਈ ਰਾਏ ਦੇਣਾ ਚਾਹते हो ਸਟਾਪ ਰਿਕਾਰਡਿੰਗ ਔਰ ਲਾਈਵ ਤਾਂ ਕਿ ਮੈਂ ਸੰਗਤ ਨੂੰ ਔਨ ਕਰ ਦੇਣਾ। ਹਾਂ, ਸਾਰਿਆਂ ਨੂੰ ਔਨ ਕਰ ਦਿਓ ਰਿਕਾਰਡਿੰਗ ਬੇਸ਼ੱਕ।